ਸਤਿ ਸ੍ਰੀ ਅਕਾਲ। ਅੱਜ ਮੈਨੂੰ ਇਹ ਦੱਸਦਿਆਂ ਬੜੀ ਖੁਸ਼ੀ ਮਹਿਸੂਸ ਹੋ ਰਹੀ ਹੈ ਕਿ ਤੁਸੀਂ ਮੇਰੇ ਨਾਲ ਵੱਖ-ਵੱਖ ਵਿਸ਼ਿਆਂ 'ਤੇ ਬਹੁਤ ਹੀ ਵਧੀਆ, ਮਨੋਰੰਜਕ ਅਤੇ ਗਿਆਨਵਰਧਕ ਜਾਣਕਾਰੀ ਹਾਸਲ ਕਰ ਰਹੇ ਹੋ। ਤੁਹਾਡੇ ਵੱਲੋਂ ਦਿੱਤੇ ਜਾ ਰਹੇ ਭਰਵੇਂ ਹੁੰਗਾਰੇ ਨਾਲ ਮੇਰੇ ਉਤਸ਼ਾਹ ਵਿੱਚ ਵੀ ਬੇਤਹਾਸ਼ਾ ਵਾਧਾ ਹੋ ਰਿਹਾ ਹੈ। ਪਿੱਛੇ ਜੇ ਤੁਸੀਂ ਮੇਰੇ ਨਾਲ ਅਦਭੁਤ ਅਤੇ ਬੇਅੰਤ ਕੁਦਰਤ ਨਾਲ ਸਾਂਝ ਪਾਉਂਦਿਆਂ ਪੌਦਿਆਂ ਦਾ ਜੀਵਨ, ਪੰਛੀਆਂ ਦਾ ਜੀਵਨ, ਪੂਰਵ ਇਤਿਹਾਸਿਕ ਜੰਤੂਆਂ ਅਤੇ ਸੂਖਮ ਜੀਵਾਂ ਬਾਰੇ ਵਿਸ਼ਾਲ ਜਾਣਕਾਰੀ ਹਾਸਲ ਕੀਤੀ। ਅੱਜ ਮੈਂ ਤੁਹਾਡੇ ਨਾਲ ਕੁਦਰਤ ਵੱਲੋਂ ਸਿਰਜੇ ਗਏ ਕੀੜੇ ਪਤੰਗਿਆਂ ਦੇ ਵਿਸ਼ਾਲ ਸੰਸਾਰ ਬਾਰੇ ਜਾਣਕਾਰੀ ਸਾਂਝੀ ਕਰਾਂਗੀ। ਇਹ ਜਾਣਕਾਰੀ ਇਤਨੀ ਸਰਲ ਅਤੇ ਰੋਚਕ ਹੈ ਕਿ ਸ਼ੁਰੂ ਤੋਂ ਲੈ ਕੇ ਅਖੀਰ ਤੱਕ ਤੁਸੀਂ ਰਚਨਹਾਰ ਦੀ ਇਸ ਰਚਨਾ ਬਾਰੇ ਪੜ੍ਹਦਿਆਂ ਸੁਣਦਿਆਂ ਹੈਰਾਨ ਹੋਈ ਜਾਓਗੇ ਅਤੇ ਤੁਹਾਡੇ ਮੂੰਹੋਂ ਆਪ ਮੁਹਾਰੇ ਨਿਕਲੇਗਾ, ਵਾਹ ਬਲਿਹਾਰੀ ਕੁਦਰਤ ਵਸਿਆ, ਤੇਰਾ ਅੰਤ ਨਾ ਜਾਈ ਲਖਿਆ। ਇਹ ਹੈਰਾਨੀ ਅਤੇ ਅਚਰਜਤਾ ਹੀ ਸਾਨੂੰ ਕੁਦਰਤ ਦੇ ਕੋਲ ਲੈ ਜਾਂਦੀ ਹੈ। ਅਸੀਂ ਇਸ ਦੀ ਖੂਬਸੂਰਤੀ ਨੂੰ ਨਿਹਾਰ ਕੇ ਅਗੰਮੀ ਖੁਸ਼ੀ ਪ੍ਰਾਪਤ ਕਰਦੇ ਹਾਂ। ਸਾਡੇ ਆਲੇ ਦੁਆਲੇ ਟੈਕਨੋਲੋਜੀ ਦਾ ਇੰਨਾ ਸ਼ੋਰ ਹੈ ਕਿ ਕੁਦਰਤ ਵੱਲੋਂ ਦਿੱਤੀਆਂ ਜਾ ਰਹੀਆਂ ਨੇਮਤਾਂ, ਖੁਸ਼ੀਆਂ ਨੂੰ ਅਸੀਂ ਅੱਜ ਅੱਖੋਂ ਪਰੋਖੇ ਕਰ ਰਹੇ ਹਾਂ। ਜੇ ਅਸੀਂ ਰਚਨਹਾਰ ਦੀ ਰਚਨਾ ਵੱਲ ਇੱਕ ਪਲ ਲਈ ਝਾਤੀ ਮਾਰੀਏ ਤਾਂ ਸਾਨੂੰ ਚਾਰੋਂ ਪਾਸੇ ਅਨੰਤਤਾ ਦਾ ਸਮੁੰਦਰ ਪਿਆ ਠਾਠਾਂ ਮਾਰਦਾ ਦਿਸਦਾ ਹੈ। ਜੇ ਕੁਦਰਤ ਨੇ ਵੱਡੇ ਵੱਡੇ ਤਾਰੇ ਬਣਾਏ ਹਨ ਜੋ ਸਾਡੀ ਧਰਤੀ ਕੋਲੋਂ ਵੀ ਕਰੋੜਾਂ ਗੁਣਾ ਵੱਡੇ ਹਨ, ਤਾਂ ਉਹਨੇ ਐਟਮ ਵੀ ਬਣਾਇਆ ਹੈ ਜੋ ਸਾਰੀ ਰਚਨਾ ਦਾ ਆਧਾਰ ਹੈ, ਪਰ ਹੈ ਇਤਨਾ ਸੂਖਮ ਕਿ ਅਸੀਂ ਉਸ ਨੂੰ ਵੇਖ ਵੀ ਨਹੀਂ ਸਕਦੇ। ਇਸੇ ਤਰ੍ਹਾਂ ਜੇ ਕੁਦਰਤ ਨੇ ਵੇਲ ਮੱਛੀ ਜਾਂ ਹਾਥੀ ਵਰਗੇ ਦੈਂਤਾਕਾਰ ਜੀਵ ਬਣਾਏ ਹਨ, ਤਾਂ ਉਹਨੇ ਕੀੜੇ ਪਤੰਗਿਆਂ ਵਰਗੇ ਸੂਖਮ ਜੀਵ ਅਤੇ ਉਹਨਾਂ ਤੋਂ ਵੀ ਸੂਖਮ ਜਰਮ ਬਣਾਏ ਹਨ ਜਿਨ੍ਹਾਂ ਨੂੰ ਵੀ ਅਸੀਂ ਸਧਾਰਨ ਨਜ਼ਰ ਨਾਲ ਨਹੀਂ ਵੇਖ ਸਕਦੇ। ਖੋਜਾਂ ਦੇ ਆਧਾਰ 'ਤੇ ਕੀੜੇ ਮਕੌੜਿਆਂ ਦੀਆਂ ਬੇਅੰਤ ਕਿਸਮਾਂ, ਉਹਨਾਂ ਦੇ ਜੀਵਨ, ਸੁਭਾਅ, ਆਦਤਾਂ, ਕੋਮਲ ਭਾਵਾਂ, ਸੁਸਿਆਣਪ ਬਾਰੇ ਮੈਂ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰਾਂਗੀ ਅਤੇ ਅਸੀਂ ਰਚਨਹਾਰ ਦੀ ਉਪਮਾ ਕਰਨ ਤੋਂ ਬਿਨਾਂ ਨਹੀਂ ਰਹਿ ਸਕਦੇ। ਕੀੜੇ ਪਤੰਗਿਆਂ ਦੀ ਦੁਨੀਆ ਇੱਕ ਭੇਦ ਭਰੀ, ਗੁੰਝਲਦਾਰ ਅਤੇ ਅਕਲ ਭਰਪੂਰ ਦੁਨੀਆ ਹੈ। ਇਹਨਾਂ ਵਿੱਚ ਭਵਨ ਉਸਾਰੀ, ਰਾਜਗੀਰੀ, ਸਜਾਵਟ, ਕਾਗਜ਼ ਅਤੇ ਗੱਤੇ ਬਣਾਉਣ, ਜਲ ਇੰਜੀਨੀਅਰੀ ਆਦਿ ਦੇ ਮਾਹਰ ਹੁੰਦੇ ਹਨ। ਪਰ ਇਹਨਾਂ ਵਿੱਚ ਕਈ ਕਮਚੋਰ ਵੀ ਹੁੰਦੇ ਹਨ ਜਿਨ੍ਹਾਂ ਦਾ ਧਾੜਵੀਆਂ ਅਤੇ ਲੁਟੇਰਿਆਂ ਵਾਂਗ ਪੇਸ਼ਾ ਹੀ ਲੜਾਈ ਅਤੇ ਲੁੱਟਮਾਰ ਕਰਨੀ ਹੈ। ਇਹਨਾਂ ਵਿੱਚ ਸੂਖਮ ਤੋਂ ਸੂਖਮ ਅਤੇ ਵੱਡੇ ਤੋਂ ਵੱਡੇ ਜੀਵ ਵੀ ਹੁੰਦੇ ਹਨ। ਮਿਸਾਲ ਦੇ ਤੌਰ 'ਤੇ ਇੱਕ ਚਿੜੀ ਦੇ ਕੱਦ ਦਾ ਵੱਡਾ ਸਾਰਾ ਬੀਂਡਾ ਹੁੰਦਾ ਹੈ ਜੋ ਆਪਣੇ ਜਿੱਡੇ ਕੱਦ ਦੀ ਚਿੜੀ ਨੂੰ ਆਪਣੇ ਪੰਜਿਆਂ ਨਾਲ ਹੀ ਮਧੋਲ ਕੇ ਜਾਨੋਂ ਮਾਰ ਸਕਦਾ ਹੈ। ਉਧਰ ਬੀਂਡੇ ਦੀ ਇੱਕ ਹੋਰ ਕਿਸਮ ਇਤਨੀ ਸੂਖਮ ਹੁੰਦੀ ਹੈ ਕਿ ਅਸੀਂ ਉਸਨੂੰ ਆਤਸ਼ੀ ਸ਼ੀਸ਼ੇ ਦੀ ਸਹਾਇਤਾ ਤੋਂ ਬਿਨਾਂ ਵੇਖ ਵੀ ਨਹੀਂ ਸਕਦੇ। ਕੀੜੇ ਪਤੰਗਿਆਂ ਦੀ ਦੁਨੀਆ ਦੀ ਇੱਕ ਵਿਸ਼ੇਸ਼ਤਾ ਉਹਨਾਂ ਦਾ ਸੰਗਠਿਤ ਜੀਵਨ ਹੈ, ਪਰ ਇਹਨਾਂ ਦੀਆਂ ਵੱਖ-ਵੱਖ ਲੱਖਾਂ ਹੀ ਸ਼੍ਰੇਣੀਆਂ ਵਿੱਚ ਬਨਾਵਟ, ਸ਼ਕਲ ਅਤੇ ਅਕਲ ਦੀ ਭਿੰਨਤਾ ਇਤਨੀ ਜ਼ਿਆਦਾ ਹੁੰਦੀ ਹੈ ਕਿ ਕਿਸੇ ਹੋਰ ਜੀਵਤ ਦੁਨੀਆ ਵਿੱਚ ਨਹੀਂ ਵੇਖੀ ਗਈ। ਕਈ ਕੀੜਿਆਂ ਦਾ ਆਕਾਰ ਰੁੱਖਾਂ ਅਤੇ ਪੱਤਿਆਂ ਨਾਲ ਇਤਨਾ ਮਿਲਦਾ ਜੁਲਦਾ ਹੈ ਕਿ ਇਹ ਪਛਾਣਨਾ ਵੀ ਔਖਾ ਹੋ ਜਾਂਦਾ ਹੈ ਕਿ ਉਹ ਕੀੜਾ ਹੈ ਜਾਂ ਪੱਤਾ। ਇੱਥੋਂ ਤੱਕ ਕਿ ਕੀੜੇ ਮਕੌੜਿਆਂ 'ਤੇ ਪਲਣ ਵਾਲੇ ਕਈ ਪੰਛੀ ਵੀ ਧੋਖੇ ਵਿੱਚ ਆ ਜਾਂਦੇ ਹਨ ਅਤੇ ਉਹਨਾਂ ਨੂੰ ਰੁੱਖ ਦੇ ਪੱਤੇ ਸਮਝ ਕੇ ਖਾਂਦੇ ਹੀ ਨਹੀਂ। ਕੀੜੇ ਮਕੌੜਿਆਂ ਦੇ ਸਰੀਰਕ ਰੰਗਾਂ ਵਿੱਚ ਵੀ ਹੈਰਾਨ ਕਰਨ ਵਾਲੀ ਭਿੰਨਤਾ ਹੁੰਦੀ ਹੈ। ਇਹਨਾਂ ਵਿੱਚੋਂ ਕਈਆਂ ਦੇ ਰੰਗਾਂ ਦੀ ਲਿਸ਼ਕ ਹੀਰੇ, ਜਵਾਹਰਾਤਾਂ ਅਤੇ ਚਮਕੀਲੀਆਂ ਧਾਤਾਂ ਨੂੰ ਵੀ ਮਾਤ ਪਾ ਦਿੰਦੀ ਹੈ। ਅਸੀਂ ਆਮ ਤੌਰ 'ਤੇ ਤਿਤਲੀ ਨੂੰ ਉਹਦੇ ਰੰਗ ਬਰੰਗੇ ਪਰਾਂ ਤੋਂ ਪਛਾਣਦੇ ਹਾਂ, ਪਰ ਵਿਗਿਆਨਕਾਂ ਨੇ ਇਸ ਦੀਆਂ ਕਈ ਐਸੀਆਂ ਕਿਸਮਾਂ ਦੀ ਵੀ ਖੋਜ ਕੀਤੀ ਹੈ ਜਿਨ੍ਹਾਂ ਦੇ ਪਰ ਹੁੰਦੇ ਹੀ ਨਹੀਂ। ਮਿਸਾਲ ਦੇ ਤੌਰ 'ਤੇ ਫੈਲੀਨਾ ਨਿਊਡਾ ਕਿਸਮ ਦੇ ਪੰਬੜ ਦੀ ਮਾਦਾ ਦੇ ਪਰ ਨਹੀਂ ਹੁੰਦੇ, ਪਰ ਦੂਜੀ ਕਿਸਮ ਫੈਲੀਨਾ ਹਾਈਮੇਲਿਸ ਦੇ ਕੇਵਲ ਅੱਧ-ਪੁਚੱਦੇ ਬਣੇ ਹੀ ਪਰ ਹੁੰਦੇ ਹਨ। ਇਸੇ ਤਰ੍ਹਾਂ ਮੱਖੀਆਂ ਦੀਆਂ ਵੀ ਅਨੇਕਾਂ ਕਿਸਮਾਂ ਹੁੰਦੀਆਂ ਹਨ। ਇੱਕ ਮੱਖੀ ਦੇ ਜੋ ਸਦਾ ਅਬਾਬੀਲ ਦੇ ਪਰਾਂ ਵਿੱਚ ਹੀ ਆਪਣਾ ਜੀਵਨ ਬਿਤਾਉਂਦੀ ਹੈ, ਨਾ ਮਾਤਰ ਹੀ ਪਰ ਹੁੰਦੇ ਹਨ ਜੋ ਉਹਨੂੰ ਉੱਡਣ ਵਿੱਚ ਮਦਦ ਨਹੀਂ ਦਿੰਦੇ। ਉਸ ਤੋਂ ਵੀ ਨੀਵੀਂ ਸ਼੍ਰੇਣੀ ਦੀ ਮੱਖੀ ਦੇ ਜੋ ਭੇਡਾਂ ਦੀ ਉੱਨ ਵਿੱਚ ਰਹਿੰਦੀ ਹੈ, ਪਰ ਬਿਲਕੁਲ ਨਹੀਂ ਹੁੰਦੇ। ਕਿੰਨੀ ਅਚਰਜਤਾ ਵਾਲੀ ਗੱਲ ਹੈ। ਆਓ ਅੱਜ ਅਸੀਂ ਕੀੜੇ ਪਤੰਗਿਆਂ ਦੇ ਵਿਸ਼ਾਲ ਸੰਸਾਰ ਬਾਰੇ ਜਾਣਕਾਰੀ ਹਾਸਲ ਕਰੀਏ। ਸ਼ੁਭ ਇਛਾਵਾਂ ਸਹਿਤ ਧੰਨਵਾਦ। ਹਰਜੀਤ ਬੰਗਾ। ਆਓ ਅਸੀਂ ਵਿਗਿਆਨਿਕ ਖੋਜਾਂ ਦੇ ਆਧਾਰ 'ਤੇ ਪੜ੍ਹਨਾ ਸ਼ੁਰੂ ਕਰਦੇ ਹਾਂ ਕੀੜੇ ਪਤੰਗੇ ਅਤੇ ਉਹਨਾਂ ਦਾ ਸੰਗਠਨ। ਸੂਖਮ ਜੰਤਰ ਦੀ ਕਾਢ ਨਾਲ ਅਸੀਂ ਕੀੜੇ ਮਕੌੜਿਆਂ ਦੇ ਜੀਵਨ ਬਾਰੇ ਬਹੁਤ ਕੁਝ ਜਾਣ ਸਕੇ ਹਾਂ। ਜੇ ਅਸੀਂ ਕੀੜੇ ਮਕੌੜਿਆਂ ਦੀ ਸਰੀਰਕ ਬਣਤਰ ਦਾ ਮਨੁੱਖ ਅਤੇ ਹੋਰ ਵੱਡੇ ਜੀਵਾਂ ਦੀ ਸਰੀਰਕ ਬਣਤਰ ਨਾਲ ਮੁਕਾਬਲਾ ਕਰੀਏ ਤਾਂ ਸਾਨੂੰ ਪਤਾ ਲੱਗੇਗਾ ਕਿ ਜਿੰਨੇ ਉਹ ਸੂਖਮ ਅਤੇ ਛੋਟੇ ਹਨ, ਉਤਨੇ ਹੀ ਉਹ ਜ਼ਿਆਦਾ ਪੇਚੀਦਾ ਅਤੇ ਨਾਜ਼ੁਕ ਵੀ ਹੁੰਦੇ ਹਨ। ਇੱਕ ਸਧਾਰਨ ਤਿਤਲੀ ਜਾਂ ਮੱਖੀ ਮਨੁੱਖ ਦੇ ਘੁਮੰਡ 'ਤੇ ਕਾਰੀ ਸੱਟ ਮਾਰਦੀ ਹੈ ਅਤੇ ਉਹਦੇ ਸਭ ਯਤਨਾਂ ਦੇ ਬਾਵਜੂਦ ਵੀ ਜੰਗਲਾਂ ਨੂੰ ਨਸ਼ਟ ਕਰ ਦਿੰਦੀ ਹੈ, ਫਸਲਾਂ ਬਰਬਾਦ ਕਰ ਦਿੰਦੀ ਹੈ ਅਤੇ ਉਸ ਨੂੰ ਬੇਬਸੀ ਦੀ ਮੂਰਤ ਬਣਾ ਦਿੰਦੀ ਹੈ। ਸਧਾਰਨ ਮੱਖੀ ਅਤੇ ਮੱਛਰ ਜਿਨ੍ਹਾਂ ਦੇ ਨਿੱਕੇ ਆਕਾਰ ਤੋਂ ਸਾਨੂੰ ਕਿਸੇ ਕਿਸਮ ਦੇ ਖਤਰੇ ਦੀ ਸੰਭਾਵਨਾ ਨਹੀਂ ਹੁੰਦੀ, ਅਸਲ ਵਿੱਚ ਮਨੁੱਖ ਦੇ ਵੱਡੇ ਵੈਰੀਆਂ ਵਿੱਚੋਂ ਹਨ। ਕਈ ਜੰਗਲੀ ਨਸਲਾਂ ਦੇ ਲੋਕ ਇਸ ਤੋਂ ਬਚਣ ਲਈ ਆਪਣੇ ਸਰੀਰ ਅਤੇ ਗਰੀਸ ਦਾ ਲੇਪ ਕਰ ਲੈਂਦੇ ਹਨ
ਤੇ ਲੇਪਲੈਂਡ ਦੇ ਵਸਨੀਕ ਰਾਤ ਵੇਲੇ ਆਪਣੀਆਂ ਝੁੱਗੀਆਂ ਨੂੰ ਧੂਏ ਨਾਲ ਭਰੀ ਰੱਖਦੇ ਹਨ। ਜਿਸ ਸ਼ਸਤਰ ਨਾਲ ਮੱਛਰ ਮਨੁੱਖ 'ਤੇ ਹਮਲਾ ਕਰਦਾ ਹੈ ਉਹ ਹੈ ਉਹਦੇ ਮੂੰਹ ਸਾਹਮਣੇ ਲੱਗਾ ਹੋਇਆ ਬਰੀਕ ਜਿਹਾ ਇੱਕ ਲੰਮਾ ਵਾਲ। ਜੇ ਅਸੀਂ ਇਸ ਨੂੰ ਸੂਖਮ ਦਰਸ਼ਕ ਜੰਤਰ ਦੁਆਰਾ ਵੇਖੀਏ ਤਾਂ ਇਹ ਇੱਕ ਮਿਆਨ ਵਾਂਗ ਜਾਪੇਗਾ ਜਿਸ ਵਿੱਚ 6 ਫਲ ਬੰਦ ਹੋਣ। ਉਹਨਾਂ ਵਿੱਚੋਂ 2 ਨੇਜ਼ੇ ਵਰਗੇ ਹੁੰਦੇ ਹਨ, 2 ਦਾਤਰੀ ਵਰਗੇ, ਇੱਕ ਬਰੀਕ ਜਿਹੀ ਨਲੀ ਵਰਗਾ ਤੇ ਇੱਕ ਹੋਰ ਐਨ ਵਿਚਕਾਰ ਇੱਕ ਤਿੱਖੇ ਸਿਰੇ ਵਾਲੀ ਨਲੀ ਵਰਗਾ। ਜਦ ਮੱਛਰ ਹਮਲਾ ਕਰਦਾ ਹੈ ਤਾਂ ਪਹਿਲੋਂ ਨੇਜ਼ੇ ਰੂਪੀ ਫਲ ਨੂੰ ਚਮੜੀ ਵਿੱਚ 1/6 ਇੰਚ ਦੇ ਲਗਭਗ ਖੋਭ ਦਿੰਦਾ ਹੈ ਤੇ ਉਸ ਜ਼ਖਮ ਨੂੰ ਚੌੜਾ ਕਰਨ ਲਈ ਉਹ ਨੇਜ਼ੇ ਨੂੰ ਜ਼ਖਮ ਵਿੱਚ ਹੀ ਖੱਬੇ ਸੱਜੇ ਫੇਰਦਾ ਹੈ, ਜਿਸ ਨਾਲ ਲਹੂ ਵਗਣਾ ਸ਼ੁਰੂ ਹੋ ਜਾਂਦਾ ਹੈ। ਨਾਲ ਹੀ ਮੱਛਰ ਉਸ ਵਿੱਚ ਇੱਕ ਤੁਰਸ਼ ਜਿਹਾ ਤਰਲ ਮਿਲਾ ਦਿੰਦਾ ਹੈ ਜਿਸ ਨਾਲ ਲਹੂ ਪਤਲਾ ਹੋ ਜਾਂਦਾ ਹੈ ਤੇ ਵਿਚਕਾਰਲੀ ਨਲੀ ਰਾਹੀਂ ਉਸ ਨੂੰ ਚੂਸੀ ਜਾਂਦਾ ਹੈ ਜਦ ਤੱਕ ਕਿ ਉਸਦਾ ਪੇਟ ਪੂਰੀ ਤਰ੍ਹਾਂ ਨਹੀਂ ਭਰ ਜਾਂਦਾ। ਪਿੱਛੋਂ ਉਹ ਜ਼ਖਮ ਸੜੂ ਸੜੂ ਕਰਦਾ ਰਹਿ ਜਾਂਦਾ ਹੈ। ਇਹ ਕੰਮ ਮਾਦਾ ਮੱਛਰ ਕਰਦੀ ਹੈ, ਨਰ ਨਹੀਂ। ਅਫਰੀਕਾ ਵਿੱਚ ਜ਼ੈਮਜ਼ੀ ਨਦੀ ਦੇ ਕਿਨਾਰਿਆਂ 'ਤੇ ਰਹਿਣ ਵਾਲੀ ਮੱਖੀ ਸੀਸੀ ਉੱਥੇ ਵਸਣ ਵਾਲਿਆਂ ਦਾ ਡਟ ਕੇ ਮੁਕਾਬਲਾ ਕਰਦੀ ਰਹੀ ਹੈ, ਖੇਤੀਬਾੜੀ ਵਿੱਚ ਸਖਤ ਅਟਕਾ ਪਾਉਂਦੀ ਰਹੀ ਹੈ ਤੇ ਤਦ ਤੱਕ ਉਹ ਉਸ ਕਿਸੇ ਇਲਾਕੇ ਵਿੱਚ ਵਸ ਨਹੀਂ ਸਨ ਸਕਦੇ ਜਦ ਤੱਕ ਕਿ ਵਿਗਿਆਨਿਕ ਢੰਗਾਂ ਦੁਆਰਾ ਸੀਸੀ ਨੂੰ ਬਿਲਕੁਲ ਨਸ਼ਟ ਨਹੀਂ ਸਨ ਕਰ ਲੈਂਦੇ। ਸੀਸੀ ਸਧਾਰਨ ਮੱਖੀ ਵਰਗੀ ਹੁੰਦੀ ਹੈ ਤੇ ਸ਼ਕਲ ਤੋਂ ਬਿਲਕੁਲ ਮਾਸੂਮ ਲੱਗਦੀ ਹੈ, ਪਰ ਇਹਦੇ ਮੂੰਹ ਵਿੱਚ ਇੱਕ ਇਤਨੀ ਖਤਰਨਾਕ ਜ਼ਹਿਰ ਹੈ ਜੋ ਜ਼ਹਿਰੀਲੇ ਤੋਂ ਜ਼ਹਿਰੀਲੇ ਸੱਪ ਦੀ ਜ਼ਹਿਰ ਨੂੰ ਵੀ ਮਾਤ ਪਾ ਦਿੰਦੀ ਹੈ। ਭਾਵੇਂ ਇਸ ਦਾ ਜ਼ਹਿਰ ਪੈਦਾ ਕਰਨ ਵਾਲਾ ਸੂਖਮ ਜੰਤਰ ਸੂਈ ਦੇ ਨੱਕੇ ਤੋਂ ਵੀ ਬਰੀਕ ਹੁੰਦਾ ਹੈ, ਪਰ ਇਹਦੇ 2-3 ਵਾਰ ਡੰਗਣ ਨਾਲ ਬਲਦ ਵੀ ਮਾਰ ਜਾਂਦਾ ਹੈ। ਪਰ ਹੈਰਾਨੀ ਦੀ ਗੱਲ ਇਹ ਹੈ ਕਿ ਜਦ ਕਿ ਕਈਆਂ ਜੀਵਾਂ ਨੂੰ ਇਹ ਘਾਤਕ ਸਿੱਧ ਹੁੰਦੀ ਹੈ, ਹੋਰ ਕਈਆਂ ਜੀਵਾਂ ਨੂੰ ਇਹ ਹਾਨੀ ਬਿਲਕੁਲ ਹੀ ਨਹੀਂ ਪਹੁੰਚਾਉਂਦੀ। ਇਹ ਆਪਣਾ ਸ਼ਿਕਾਰ ਪਸ਼ੂਆਂ ਵਿੱਚੋਂ ਲੱਭਦੀ ਹੈ, ਪਰ ਬੱਕਰੀ ਅਤੇ ਖੋਤੇ ਨੂੰ ਇਹ ਕੁਝ ਨਹੀਂ ਕਹਿੰਦੀ ਤੇ ਨਾ ਹੀ ਮਨੁੱਖ ਜਾਂ ਕਿਸੇ ਜੰਗਲੀ ਜਾਨਵਰ ਨੂੰ ਹਾਨੀ ਪਹੁੰਚਾਉਂਦੀ ਹੈ। ਇੱਕ ਹੋਰ ਹੈਰਾਨੀ ਦੀ ਗੱਲ ਇਹ ਹੈ ਕਿ ਇਹ ਬਾਲਗ ਪਸ਼ੂਆਂ ਲਈ ਤਾਂ ਘਾਤਕ ਸਿੱਧ ਹੁੰਦੀ ਹੈ, ਪਰ ਉਹਨਾਂ ਦੇ ਬੱਚਿਆਂ ਦਾ ਥੋੜ੍ਹਾ ਬਹੁਤ ਲਹੂ ਚੂਸ ਕੇ ਹੀ ਉਹਨਾਂ ਦੀ ਖਲਾਸੀ ਕਰ ਦਿੰਦੀ ਹੈ ਤੇ ਹੋਰ ਜ਼ਰਾ ਨੁਕਸਾਨ ਨਹੀਂ ਪਹੁੰਚਾਉਂਦੀ। ਇਹਦੀ ਭੀਂ ਭੀਂ ਦੀ ਆਵਾਜ਼ ਸੁਣਦਿਆਂ ਹੀ ਪਸ਼ੂਆਂ ਵਿੱਚ ਹਫੜਾ ਦਫੜੀ ਮਚ ਜਾਂਦੀ ਹੈ ਤੇ ਉਹ ਆਪਣੇ ਬਚਾਅ ਲਈ ਇੱਧਰ ਉੱਧਰ ਨੱਸ ਉੱਠਦੇ ਹਨ। ਜਿਨ੍ਹਾਂ ਇਲਾਕਿਆਂ ਵਿੱਚ ਸੀਸੀ ਹੁੰਦੀ ਹੈ ਉੱਥੇ ਪਸ਼ੂਆਂ ਦੀ ਸਹਾਇਤਾ ਨਾ ਮਿਲਣ 'ਤੇ ਖੇਤੀਬਾੜੀ ਵਿੱਚ ਸਖਤ ਕਠਿਨਾਈਆਂ ਪੈਦਾ ਹੋ ਜਾਂਦੀਆਂ ਹਨ। ਜਦ ਕਦੀ ਉਸ ਇਲਾਕੇ ਵਿੱਚ ਪਸ਼ੂਆਂ ਨੂੰ ਲੰਘਾਉਣਾ ਪਵੇ ਤਾਂ ਉੱਥੋਂ ਦੇ ਵਸਨੀਕ ਸਰਦੀਆਂ ਦੀਆਂ ਚਾਨਣੀਆਂ ਰਾਤਾਂ ਨੂੰ ਠੀਕ ਸਮਝਦੇ ਹਨ, ਕਿਉਂਕਿ ਉਸ ਸਮੇਂ ਉਹ ਨੀਂਦ ਕਰ ਰਹੀ ਹੁੰਦੀ ਹੈ। ਖਾਸ ਕਰਕੇ ਜੰਗਲਾਂ ਅਤੇ ਖੇਤਾਂ ਵਿੱਚ ਕੀੜੇ ਪਤੰਗੇ ਤਬਾਹੀ ਦਾ ਅਸਰ ਛੱਡ ਜਾਂਦੇ ਹਨ। ਖਾਸ ਕਿਸਮ ਦੇ ਪੌਦਿਆਂ ਤੇ ਉਹਨਾਂ ਦੇ ਦਲਾਂ ਦੇ ਦਲ ਖੌਫਨਾਕ ਰੂਪ ਵਿੱਚ ਹੱਲਾ ਬੋਲ ਦਿੰਦੇ ਹਨ। ਚੀਲ ਦੇ ਰੁੱਖ 'ਤੇ ਹੀ 400 ਦੇ ਲਗਭਗ ਕੀੜੇ ਮਕੌੜਿਆਂ ਦੀਆਂ ਸ਼੍ਰੇਣੀਆਂ ਪਲਦੀਆਂ ਹਨ ਜੋ ਉਸ ਰੁੱਖ ਲਈ ਬੜੀਆਂ ਹਾਨੀਕਾਰਕ ਹਨ। ਇਸੇ ਤਰ੍ਹਾਂ ਵਣ ਦੇ ਰੁੱਖ ਵਿੱਚ ਵੀ ਇਹਨਾਂ ਦੀਆਂ 200 ਕਿਸਮਾਂ ਪਲਦੀਆਂ ਹਨ। ਯੂਰਪ ਵਿੱਚ ਇੱਕ ਖਾਸ ਕਿਸਮ ਦੀ ਮੱਖੀ ਹੁੰਦੀ ਹੈ ਜਿਸ ਦੇ ਪੀਲੇ ਰੰਗ ਵਿੱਚ ਇੱਕ ਕਾਲੀ ਧਾਰੀ ਹੁੰਦੀ ਹੈ। ਇਹ ਖੇਤੀ ਨੂੰ ਬੜੀ ਨਿਰਦੈਤਾ ਨਾਲ ਤਬਾਹ ਕਰਦੀ ਹੈ। ਸਵੀਡਨ ਵਿੱਚ ਇਹ ਜੌਂ ਦੀ ਫਸਲ ਦਾ 5ਵਾਂ ਹਿੱਸਾ, ਜੋ ਲਗਭਗ 1 ਲੱਖ ਟਨ ਦੇ ਬਰਾਬਰ ਹੁੰਦਾ ਹੈ, ਖਾ ਲੈਂਦੀ ਹੈ। ਫਰਾਂਸ ਵਿੱਚ ਇਹ ਉੱਥੇ ਪੈਦਾ ਹੋਈ ਕਣਕ ਦਾ ਅੱਧਾ ਹਿੱਸਾ ਚੱਟ ਕਰ ਜਾਂਦੀ ਹੈ। ਇੱਕ ਹੋਰ ਕਿਸਮ ਦੀ ਤਤਲੀ ਜਿਸ ਨੂੰ ਪਾਇਰੈਲਿਸ ਕਹਿੰਦੇ ਹਨ, ਫਰਾਂਸ ਵਿੱਚ ਅੰਗੂਰਾਂ ਦੀ ਫਸਲ ਦੀ ਤਬਾਹੀ ਦਾ ਕਾਰਨ ਬਣਦੀ ਹੈ। ਐਫਿਸ ਨਾਮੀ ਇੱਕ ਕੀੜੇ ਦਾ ਜ਼ਹਿਰ ਸੇਬ ਦੇ ਰੁੱਖ ਨੂੰ ਤਬਾਹ ਕਰ ਦਿੰਦਾ ਹੈ। ਕੀੜੇ ਪਤੰਗਿਆਂ ਦੇ ਅੰਗ ਹੈਰਾਨ ਕਰਨ ਵਾਲੀ ਤੇਜ਼ੀ ਨਾਲ ਕੰਮ ਕਰਦੇ ਹਨ। ਜਿੰਨੇ ਚਿਰ ਵਿੱਚ ਅਸੀਂ ਆਪਣੀਆਂ ਬਾਹਾਂ ਉੱਪਰ ਵੱਲ ਚੁੱਕਦੇ ਹਾਂ ਤੇ ਵਾਪਸ ਥੱਲੇ ਲਿਆਉਂਦੇ ਹਾਂ ਤਾਂ ਕਈ ਕੀੜਿਆਂ ਦੇ ਪਰ 100 ਵਾਰੀ ਫੜਫੜਾਉਂਦੇ ਹਨ। ਸਧਾਰਨ ਮੱਖੀ 1 ਸੈਕਿੰਡ ਵਿੱਚ 600 ਵਾਰ ਆਪਣੇ ਪਰ ਫੜਫੜਾਉਂਦੀ ਹੈ ਤੇ ਛੋਟਾ ਨਰ ਮੱਛਰ 500 ਵਾਰ। ਕਈ ਤਿਤਲੀਆਂ, ਜਿਨ੍ਹਾਂ ਵਿੱਚ ਸਫਿੰਕਸ ਵੀ ਇੱਕ ਹੈ, ਇੱਕ ਫੁੱਲ ਤੋਂ ਦੂਜੇ ਫੁੱਲ ਤੱਕ ਤੀਰ ਦੀ ਤੇਜ਼ੀ ਨਾਲ ਜਾਂਦੀਆਂ ਹਨ ਤੇ ਫੁੱਲਾਂ ਦੇ ਮੂੰਹ ਲਾਗੇ ਹਵਾ ਵਿੱਚ ਇੱਕੋ ਥਾਂ ਪਰ ਫੜਫੜਾਉਂਦਿਆਂ ਹੀ ਆਪਣੀ ਲੰਮੀ ਜ਼ੁਬਾਨ ਨਾਲ ਰਸ ਚੂਸੀ ਜਾਂਦੀਆਂ ਹਨ। ਉਹਨਾਂ ਦੇ ਪਰ ਇਤਨੀ ਤੇਜ਼ੀ ਨਾਲ ਫੜਫੜਾ ਹੁੰਦੇ ਰਹੇ ਹਨ ਕਿ ਸਧਾਰਨ ਨਜ਼ਰ ਨਾਲ ਉਹਨਾਂ ਦੀ ਗਤੀ ਨਜ਼ਰ ਨਹੀਂ ਆ ਸਕਦੀ। ਇਹਨਾਂ ਤਿਤਲੀਆਂ ਦੇ ਪਰਾਂ ਦੀ ਨਜ਼ਾਕਤ ਵੀ ਵਰਣਨਯੋਗ ਹੈ। ਜਿੰਨੀ ਵੀ ਹੌਲੀ ਜਿਹੀ ਉਹਨਾਂ ਦੇ ਪਰਾਂ ਨੂੰ ਕਿਉਂ ਨਾ ਛੂਹਿਆ ਜਾਏ, ਸਾਡੀਆਂ ਉਂਗਲੀਆਂ ਨਾਲ ਉਹਨਾਂ ਦੇ ਪਰਾਂ 'ਤੇ ਲੱਗੇ ਰੰਗ ਦੇ ਕਣ ਜ਼ਰੂਰ ਚਿੰਬੜ ਜਾਣਗੇ। ਇਹ ਰੰਗ ਕਣ ਅਸਲ ਵਿੱਚ ਤਿਤਲੀ ਦੇ ਬੇਨਜ਼ੀਰ ਰੰਗਾਂ ਦਾ ਆਧਾਰ ਹਨ। ਜੇ ਅਸੀਂ ਇਹਨਾਂ ਰੰਗ ਦੇ ਕਣਾਂ ਨੂੰ ਸੂਖਮ ਦਰਸ਼ਕ ਜੰਤਰ ਰਾਹੀਂ ਵੇਖੀਏ ਤਾਂ ਸਾਨੂੰ ਇੱਕ ਛੋਟੀ ਜਿਹੀ ਤਸ਼ਤਰੀ ਦੇ ਰੂਪ ਵਿੱਚ ਦਿਸਣਗੇ, ਜਿਨ੍ਹਾਂ ਵਿੱਚੋਂ ਜਾਦੂ ਵਰਗੇ ਰੰਗ ਲਿਸ਼ਕਾਰੇ ਮਾਰਦੇ ਨਜ਼ਰ ਆਉਣਗੇ। ਜੇ ਅਸੀਂ ਤਿਤਲੀ ਦੇ ਪਰ ਨੂੰ ਆਤਸ਼ੀ ਸ਼ੀਸ਼ੇ ਨਾਲ ਵੱਡਾ ਕਰਕੇ ਵੇਖੀਏ ਤਾਂ ਇਹ ਕਣ ਛੱਤ 'ਤੇ ਲੱਗੀਆਂ ਟਾਈਲਾਂ ਵਾਂਗ ਬੜੀ ਤਰਤੀਬ ਅਤੇ ਇਕਸਾਰਤਾ ਨਾਲ ਆਪਸ ਵਿੱਚ ਇੱਕ ਦੂਜੇ ਨਾਲ ਜੁੜੇ ਦਿਸਣਗੇ। ਸਾਡੇ ਸਰੀਰ ਦੇ ਅੰਗ ਪੱਠਿਆਂ ਦੀ ਸਹਾਇਤਾ ਨਾਲ ਗਤੀ ਕਰਦੇ ਹਨ ਅਤੇ ਉਹਨਾਂ ਦੀ ਕੁੱਲ ਗਿਣਤੀ 370 ਹੈ, ਪਰ ਇੱਕ ਨਿੱਕੀ ਜਿਹੀ ਸੁੰਡੀ ਵਿੱਚ ਇਹ 4000 ਦੇ ਲਗਭਗ ਗਿਣੇ ਜਾ ਸਕਦੇ ਹਨ। ਕੀੜੇ ਪਤੰਗਿਆਂ ਦੇ ਪੈਰਾਂ ਦੀ ਬਣਤਰ ਵੀ ਖਾਸ ਧਿਆਨ ਦੇਣ ਦੇ ਯੋਗ ਹੈ। ਸ਼ਹਿਦ ਦੀ ਮੱਖੀ ਦੇ ਪੈਰ ਤਾਂ ਕੁਦਰਤ ਦੀ ਕਾਰੀਗਰੀ ਦਾ ਇੱਕ ਅਦਭੁਤ ਨਮੂਨਾ ਹਨ।
ਇਹਨਾਂ ਵਿੱਚ ਇੱਕ ਨਿੱਕੀ ਜਿਹੀ ਟੋਕਰੀ, ਇੱਕ ਬੁਰਸ਼ ਤੇ ਚਿਮਟੀਆਂ ਹੁੰਦੀਆਂ ਹਨ। ਬੁਰਸ਼ ਬਾਰੀਕੀ ਦੇ ਕੰਮ ਦਾ ਇੱਕ ਉੱਤਮ ਨਮੂਨਾ ਹੈ, ਜਿਸ ਵਿੱਚ ਵਾਲ ਤਰਤੀਬਵਾਰ ਸਿੱਧੀਆਂ ਪਾਲਾਂ ਵਿੱਚ ਜੜੇ ਹੋਏ ਤੇ ਇਤਨੇ ਬਰੀਕ ਹੁੰਦੇ ਹਨ ਕਿ ਉਹ ਸੂਖਮ ਦਰਸ਼ਕ ਜੰਤਰ ਦੀ ਸਹਾਇਤਾ ਤੋਂ ਬਿਨਾਂ ਨਹੀਂ ਦਿਸ ਸਕਦੇ। ਇਸ ਬੁਰਸ਼ ਨਾਲ ਸ਼ਹਿਦ ਦੀ ਮੱਖੀ ਆਪਣੇ ਸਰੀਰ ਤੇ ਫੁੱਲਾਂ ਤੋਂ ਸ਼ਹਿਦ ਇਕੱਠਾ ਕਰਨ ਸਮੇਂ ਲੱਗਾ ਪੰਕੇਸਰ ਅਕਸਰ ਝਾੜਦੀ ਰਹਿੰਦੀ ਹੈ। ਇਹਦੇ ਪੈਰਾਂ ਵਿੱਚ ਇੱਕ ਹੋਰ ਟੋਕਰੀ ਰੂਪੀ ਯੰਤਰ ਵੀ ਲੱਗਾ ਹੁੰਦਾ ਹੈ, ਜਿਸ ਵਿੱਚ ਮੱਖੀ ਫੁੱਲਾਂ ਵਿੱਚੋਂ ਕੱਢਿਆ ਸ਼ਹਿਦ ਇਕੱਠਾ ਕਰਦੀ ਰਹਿੰਦੀ ਹੈ। ਲੋੜ ਪੈਣ 'ਤੇ ਜਦ ਇਹ ਟੋਕਰੀਆਂ ਦਾ ਮੂੰਹ ਖੋਲ੍ਹਦੀ ਹੈ ਤਾਂ ਉਹਨਾਂ ਦੇ ਸਿਰੇ 'ਤੇ ਸ਼ਿਕੰਜੇ ਵਰਗਾ ਇੱਕ ਯੰਤਰ ਨਿਕਲ ਆਉਂਦਾ ਹੈ, ਜੋ ਛੱਤਾ ਬਣਾਉਣ ਵਿੱਚ ਮਦਦ ਦਿੰਦਾ ਹੈ। ਇਸੇ ਦੀ ਮਦਦ ਨਾਲ ਹੀ ਮੱਖੀ ਆਪਣੇ ਪੇਟ ਦੇ ਗਿਰਦ ਮੋਮ ਦੇ ਪਟੇ ਬਣਾ ਲੈਂਦੀ ਹੈ। ਸਧਾਰਨ ਮੱਖੀ ਦੇ ਪੈਰ ਵੀ ਇੱਕ ਮੁੜੀ ਹੋਈ ਪਲੇਟ ਜਿਹੀ ਲੱਗੀ ਹੁੰਦੀ ਹੈ, ਜਿਸ ਨਾਲ ਉਹ ਸ਼ੀਸ਼ੇ ਵਰਗੀ ਤਿਲਕਵੀਂ ਥਾਂ 'ਤੇ ਆਪਣੇ ਪੈਰ ਸਹਿਲ ਹੀ ਜਮਾ ਲੈਂਦੀ ਹੈ। ਸੱਚਮੁੱਚ ਕੁਦਰਤ ਦੇ ਬਣੇ ਜੰਤਰਾਂ ਸਾਹਮਣੇ ਮਨੁੱਖ ਦੇ ਬਣੇ ਜੰਤਰ ਬਹੁਤ ਹੀ ਘਟੀਆ ਲੱਗਦੇ ਹਨ। ਵੇਖਿਆ ਜਾਏ ਤਾਂ ਸ਼ੇਰ ਦੇ ਪੰਜੇ ਦੀ ਬਣਤਰ ਇਤਨੀ ਗੁੰਝਲਦਾਰ ਨਹੀਂ ਹੁੰਦੀ ਜਿਤਨੀ ਕਿ ਮੱਕੜੀ ਦੇ ਪੰਜੇ ਦੀ। ਕੀੜੇ ਮਕੌੜਿਆਂ ਵਿੱਚ ਛੂਹ ਸੂਝ ਵੀ ਬੜੀ ਤੀਖਣ ਹੁੰਦੀ ਹੈ, ਜੋ ਬੋਲੀ ਦੇ ਕਾਟੇ ਨੂੰ ਪੂਰਾ ਕਰਦੀ ਹੈ। ਕੀੜੀਆਂ ਇੱਕ ਦੂਜੇ ਨੂੰ ਛੂਹ ਸੂਝ ਦੁਆਰਾ ਆਪਣਾ ਭਾਵ ਪ੍ਰਗਟ ਕਰਦੀਆਂ ਹਨ। ਜਦ ਦੋ ਕੀੜੀਆਂ ਆਪਸ ਵਿੱਚ ਮਿਲਦੀਆਂ ਹਨ ਤਾਂ ਉਹ ਆਪਣੇ ਮੂੰਹ ਸਾਹਮਣੇ ਲੱਗੇ ਦੋ ਬਰੀਕ ਬਰੀਕ ਵਾਲਾਂ ਨਾਲ, ਜਿਨ੍ਹਾਂ ਨੂੰ ਐਂਟੀਨਾ ਕਹਿੰਦੇ ਹਨ, ਇੱਕ ਦੂਜੇ ਨੂੰ ਵੱਖ-ਵੱਖ ਢੰਗਾਂ ਨਾਲ ਛੂੰਹਦੀਆਂ ਹਨ ਅਤੇ ਉਸ ਪਿੱਛੋਂ ਉਹ ਇੱਕ ਦੂਜੇ ਪ੍ਰਤੀ ਆਪਣਾ ਵਤੀਰਾ ਅਪਣਾਉਂਦੀਆਂ ਹਨ। ਇੱਕ ਵਿਗਿਆਨਕ ਨੇ, ਜਿਸ ਨੇ ਤਜਰਬਾ ਕਰਨ ਲਈ ਕੁਝ ਕੀੜਿਆਂ ਨੂੰ ਇੱਕ ਹਨੇਰੇ ਅਤੇ ਬੰਦ ਕਮਰੇ ਵਿੱਚ ਡੱਕ ਦਿੱਤਾ, ਦੱਸਦਾ ਹੈ ਕਿ ਪਹਿਲਾਂ ਤਾਂ ਘਬਰਾ ਕੇ ਸਾਰੀਆਂ ਇੱਧਰ ਉੱਧਰ ਬੇਤਰਤੀਬੀ ਨਾਲ ਖਿੰਡ-ਪੁੰਡ ਗਈਆਂ। ਬਾਅਦ ਵਿੱਚ ਜਦ ਉਹਨਾਂ ਵਿੱਚੋਂ ਇੱਕ ਨੂੰ ਅਚਾਨਕ ਬਾਹਰ ਨਿਕਲਣ ਦਾ ਇੱਕ ਰਾਹ ਲੱਭ ਪਿਆ ਤਾਂ ਉਹ ਮੁੜਦੀ ਪਿਆਰੀ ਆਪਣੇ ਸਾਥੀਆਂ ਵੱਲ ਆਈ ਅਤੇ ਉਹਨਾਂ ਵਿੱਚ ਕੁਝ ਕੁ ਨੂੰ ਉਹਨੇ ਆਪਣੇ ਐਂਟੀਨਾ ਨਾਲ ਛੂਹਿਆ। ਇਸ ਤਰ੍ਹਾਂ ਛੂਹ ਰੂਪੀ ਗੱਲਬਾਤ ਪਿੱਛੋਂ ਉਹਨਾਂ ਨੇ ਇੱਕ ਖਾਸ ਤਰਤੀਬ ਵਿੱਚ ਕਤਾਰਾਂ ਬਣਾ ਲਈਆਂ ਅਤੇ ਫਿਰ ਉਹ ਸਭ ਉਸ ਕਾਲ ਕੋਠੜੀ ਵਿੱਚ ਆਜ਼ਾਦੀ ਦੀ ਪ੍ਰਬਲ ਇੱਛਾ ਦੇ ਅਧੀਨ ਉਸ ਰਾਹ ਵੱਲ ਤੁਰ ਪਈਆਂ। ਵੱਡੇ ਵੱਡੇ ਜੀਵਾਂ ਨੂੰ ਕੁਦਰਤ ਨੇ ਕੇਵਲ ਦੋ ਹੀ ਅੱਖਾਂ ਦਿੱਤੀਆਂ ਹਨ, ਪਰ ਕੀੜੇ ਮਕੌੜਿਆਂ ਦੀਆਂ ਅਣਗਿਣਤ ਅੱਖਾਂ ਹੁੰਦੀਆਂ ਹਨ। ਸਧਾਰਨ ਕੀੜੀ ਦੀਆਂ, ਜਿਸ ਦੀ ਬਣਾਵਟ ਵਿੱਚ ਕੁਦਰਤ ਨੇ ਬਹੁਤੀ ਖੁੱਲ੍ਹਦਿਲੀ ਨਹੀਂ ਵਰਤੀ, ਫਿਰ ਵੀ 50 ਅੱਖਾਂ ਹੁੰਦੀਆਂ ਹਨ। ਸਧਾਰਨ ਮੱਖੀ ਦੀਆਂ 8000 ਅੱਖਾਂ ਹੁੰਦੀਆਂ ਹਨ ਅਤੇ ਕਈ ਤਿਤਲੀਆਂ ਦੀਆਂ 25000 ਦੇ ਲਗਭਗ। ਇਹ ਅੱਖਾਂ ਇੱਕ ਦੂਜੇ ਦੇ ਇਤਨੀਆਂ ਲਾਗੇ ਹੁੰਦੀਆਂ ਹਨ ਕਿ ਮੱਖੀ ਦੀਆਂ ਕਈ ਸ਼੍ਰੇਣੀਆਂ ਵਿੱਚ ਉਹਨਾਂ ਦਾ ਸਾਰਾ ਸਿਰ ਹੀ ਅੱਖਾਂ ਨਾਲ ਭਰਿਆ ਜਾਪਦਾ ਹੈ ਅਤੇ ਉਹਨਾਂ ਦੇ ਸਰੀਰ ਦੇ ਭਾਰ ਦਾ ਚੌਥਾ ਹਿੱਸਾ ਨਿਰਾ ਅੱਖਾਂ ਦਾ ਹੀ ਹੁੰਦਾ ਹੈ। ਜਿਹੜੇ ਕੀੜੇ ਪਤੰਗੇ ਰਾਤ ਸਮੇਂ ਆਪਣਾ ਸ਼ਿਕਾਰ ਲੱਭਦੇ ਹਨ, ਉਹਨਾਂ ਦੀਆਂ ਅੱਖਾਂ ਰੌਸ਼ਨੀ ਦੀ ਮੱਧਮ ਤੋਂ ਮੱਧਮ ਕਿਰਨਾਂ ਨੂੰ ਵੀ ਜਜ਼ਬ ਕਰਨ ਲਈ ਚਮੜੀ ਦੇ ਤਲ ਤੋਂ ਅੰਦਰਵਾਰ ਕੁਝ ਡੂੰਘੀਆਂ ਬਣੀਆਂ ਹੁੰਦੀਆਂ ਹਨ। ਕਈ ਜਲ ਜੀਵਾਂ ਦੇ ਸਿਰ ਵਿੱਚ ਹੀ ਅੱਖਾਂ ਦੇ ਕਈ ਜੋੜੇ ਹੁੰਦੇ ਹਨ, ਕੁਝ ਉੱਪਰ ਵੱਲ ਨੂੰ ਅਤੇ ਕੁਝ ਥੱਲੇ ਵੱਲ ਨੂੰ, ਤਾਂ ਜੋ ਪਾਣੀ ਦੇ ਤਲ ਲਾਗੇ ਤਰਦਿਆਂ ਉਹ ਨਾ ਕੇਵਲ ਉੱਪਰੋਂ ਪੰਛੀਆਂ ਦੇ ਹਮਲੇ ਤੋਂ ਖਬਰਦਾਰ ਰਹਿ ਸਕਣ, ਬਲਕਿ ਥੱਲਿਓਂ ਹਮਲਾ ਕਰਨ ਵਾਲੀਆਂ ਮੱਛੀਆਂ ਤੋਂ ਵੀ ਆਪਣਾ ਬਚਾਅ ਕਰ ਸਕਣ। ਕੀੜੇ ਮਕੌੜਿਆਂ ਦੀ ਸੁੰਘਣ ਸ਼ਕਤੀ ਵੀ ਬੜੀ ਤੇਜ਼ ਹੁੰਦੀ ਹੈ। ਹਲਕੀ ਤੋਂ ਹਲਕੀ ਗੰਧ ਨੂੰ ਵੀ ਇਹ ਦੂਰੋਂ ਹੀ ਮਹਿਸੂਸ ਕਰ ਲੈਂਦੇ ਹਨ। ਕਿਸੇ ਬਗੀਚੇ ਜਾਂ ਖੇਤ ਵੱਲੋਂ ਆ ਰਹੀ ਕਈ ਕਿਸਮ ਦੀ ਮਿਲੀ ਜੁਲੀ ਸੁਗੰਧ ਤੋਂ ਉਹ ਵਿਸ਼ੇਸ਼ ਫੁੱਲ ਦੀ ਸੁਗੰਧ ਨੂੰ ਤਾੜ ਲੈਂਦੇ ਹਨ, ਜਿਹੜਾ ਉਹਨਾਂ ਨੂੰ ਚੰਗਾ ਲੱਗਦਾ ਹੈ ਅਤੇ ਉਹ ਰਸ ਚੂਸਣ ਲਈ ਜਾਂ ਆਪਣੇ ਆਂਡੇ ਦੇਣ ਲਈ ਉਸ ਉੱਤੇ ਜਾ ਬੈਠਦੇ ਹਨ। ਵਿਗਿਆਨਿਕ ਰਾਇਮਰ ਦੇ ਕਥਨ ਅਨੁਸਾਰ ਇਹ ਸ਼ਕਤੀ ਕੀੜਿਆਂ ਦੇ ਐਂਟੀਨਾ ਜਾਂ ਉਹਨਾਂ ਦੇ ਸਿਰ 'ਤੇ ਅਗਾਂਹ ਵੱਲ ਉੱਭਰੀਆਂ ਹੋਈਆਂ ਬਰੀਕ ਤਾਰਾਂ ਵਿੱਚ ਹੁੰਦੀ ਹੈ। ਇਹਨਾਂ ਵਿੱਚ ਗੰਧ ਨੂੰ ਗ੍ਰਹਿਣ ਕਰਨ ਵਾਲੀਆਂ ਸੂਜਕ ਨਸਾਂ ਦੇ ਸਿਰੇ ਹੁੰਦੇ ਹਨ। ਕਿਸੇ ਕੀੜੇ ਦੇ ਐਂਟੀਨਾ ਨੂੰ ਕੱਟ ਦੇਣ ਨਾਲ ਉਸ ਕੀੜੇ ਦੀ ਖੁਰਾਕ ਪਾਲਣ ਦੀ ਸ਼ਕਤੀ ਹੀ ਨਸ਼ਟ ਹੋ ਜਾਂਦੀ ਹੈ। ਕੀੜੇ ਮਕੌੜਿਆਂ ਵਿੱਚ ਆਵਾਜ਼ ਗ੍ਰਹਿਣ ਕਰਨ ਵਾਲੇ ਅੰਗ ਜ਼ਰੂਰ ਹੁੰਦੇ ਹਨ, ਕਿਉਂਕਿ ਉਹ ਨਾ ਕੇਵਲ ਵਿਸ਼ੇਸ਼ ਕਿਸਮ ਦੀਆਂ ਆਵਾਜ਼ਾਂ ਵੱਲ ਖਿੱਚੇ ਜਾਂਦੇ ਹਨ, ਬਲਕਿ ਉਹਨਾਂ ਨੂੰ ਆਵਾਜ਼ ਪੈਦਾ ਕਰਨ ਵਾਲੇ ਅੰਗ ਵੀ ਕੁਦਰਤ ਨੇ ਬਖਸ਼ੇ ਹਨ। ਆਵਾਜ਼ ਦੇ ਸੰਬੰਧ ਵਿੱਚ ਇੱਕ ਅਨੋਖੀ ਗੱਲ ਇਹ ਹੈ ਕਿ ਕੀੜੇ ਉਹ ਆਵਾਜ਼ ਹੀ ਗ੍ਰਹਿਣ ਕਰਦੇ ਹਨ ਜਿਹੜੀ ਉਹਨਾਂ ਦੇ ਮਤਲਬ ਦੀ ਹੋਵੇ। ਉਹ ਆਵਾਜ਼ ਜਿਹੜੀ ਉਹਨਾਂ ਦੇ ਮਤਲਬ ਦੀ ਨਾ ਹੋਵੇ, ਉਹ ਭਾਵੇਂ ਕਿੱਡੀ ਤਿੱਖੀ ਜਾਂ ਉੱਚੀ ਕਿਉਂ ਨਾ ਹੋਵੇ, ਕੀੜੇ ਉਹਨੂੰ ਗ੍ਰਹਿਣ ਕਰਦੇ ਹੀ ਨਹੀਂ। ਸ਼ਹਿਦ ਦੀ ਮੱਖੀ ਦੀ ਹਲਕੀ ਜਿਹੀ ਪੀਂ-ਪੀਂ ਦੀ ਆਵਾਜ਼ ਸੁਣ ਕੇ ਉਸ ਛੱਤੇ ਦੇ ਕਾਮੇ ਆਪਣੇ ਕੰਮ ਵਿੱਚ ਰੁੱਝ ਜਾਂਦੇ ਹਨ ਜਾਂ ਕਿਸੇ ਮੁਹਿੰਮ 'ਤੇ ਉਹਦੇ ਮਗਰ ਚਲੇ ਜਾਂਦੇ ਹਨ। ਪਰ ਇਸ ਦੇ ਉਲਟ ਜੇ ਉਹਨਾਂ ਦੇ ਲਾਗੇ ਜ਼ਬਰਦਸਤ ਧਮਾਕਾ ਵੀ ਕੀਤਾ ਜਾਏ ਤਾਂ ਉਹਨਾਂ ਦੇ ਕੰਨ 'ਤੇ ਜੂੰ ਵੀ ਨਹੀਂ ਸਰਕੀ ਲੱਗਦੀ। ਵੱਡੇ ਜੀਵਾਂ ਦਾ ਕੇਵਲ ਇੱਕੋ ਮਿਹਦਾ ਹੁੰਦਾ ਹੈ ਅਤੇ ਸਰੀਰ ਵਿੱਚ ਉਹਨਾਂ ਦਾ ਥੋੜ੍ਹਾ ਜਿਹਾ ਹਿੱਸਾ ਹੀ ਘੇਰਦਾ ਹੈ, ਪਰ ਕੀੜਿਆਂ ਦੇ 3 ਮਿਹਦੇ ਹੁੰਦੇ ਹਨ ਜੋ ਸਰੀਰ ਦਾ 9/10 ਹਿੱਸਾ ਘੇਰਦੇ ਹਨ। ਅਸਲ ਵਿੱਚ ਉਹ ਨਿਰਾ ਤੁਰਦਾ ਫਿਰਦਾ ਪਾਚਕ ਥੈਲਾ ਹੁੰਦਾ ਹੈ। ਕਈ ਕਿਸਮ ਦੇ ਕੀੜਿਆਂ ਦੀ ਸੁੰਡੀ ਦੀ ਹਾਲਤ ਵਿੱਚ ਪਾਚਕ ਸ਼ਕਤੀ ਇਤਨੀ ਤੀਬਰ ਹੁੰਦੀ ਹੈ ਕਿ ਉਹ ਪ੍ਰਤੀ ਦਿਨ ਆਪਣੇ ਭਾਰ ਤੋਂ 3 ਗੁਣਾ ਜ਼ਿਆਦਾ ਖੁਰਾਕ ਹਜ਼ਮ ਕਰ ਲੈਂਦੇ ਹਨ। ਜੇ ਕਿਤੇ ਹਾਥੀ ਜਾਂ ਗੈਂਡੇ ਇਸੇ ਅਨੁਪਾਤ ਵਿੱਚ ਖਾਣਾ ਸ਼ੁਰੂ ਕਰ ਦੇਣ ਅਤੇ ਜੇ ਉਹਨਾਂ ਦੀ ਗਿਣਤੀ ਵੀ ਕੀੜੇ ਮਕੌੜਿਆਂ ਜਿੰਨੀ ਹੋਵੇ ਤਾਂ ਥੋੜ੍ਹੇ ਸਮੇਂ ਵਿੱਚ ਹੀ ਉਹ ਧਰਤੀ ਦੀ ਸਾਰੀ ਬਨਸਪਤੀ ਮੁਕਾ ਕੇ ਉਹਨੂੰ ਬਿਲਕੁਲ ਉਜਾੜ ਦੇਣ।
ਹਰ ਕੀੜਾ ਅਸਲ ਵਿੱਚ ਆਪਣੇ ਜੀਵਨ ਦੇ ਆਰੰਭ ਵਿੱਚ ਹੀ, ਜਦ ਕਿ ਉਹ ਵੱਧ ਰਿਹਾ ਹੁੰਦਾ ਹੈ, ਇਸ ਤੇਜ਼ੀ ਨਾਲ ਖੁਰਾਕ ਖਾਂਦਾ ਹੈ ਜਿਵੇਂ ਕਿ ਉਹਨੂੰ ਖਾਣ ਤੋਂ ਬਿਨਾਂ ਹੋਰ ਕੋਈ ਕੰਮ ਹੀ ਨਹੀਂ। ਪਰ ਜਦੋਂ ਪੂਰਨ ਜਵਾਨੀ ਵਿੱਚ ਆ ਜਾਂਦਾ ਹੈ ਤਾਂ ਕਈ ਵਾਰ ਉਹਦੀ ਖੁਰਾਕ ਪ੍ਰਣਾਲੀ ਦੀ ਹੋਂਦ ਹੀ ਮੁੱਕ ਜਾਂਦੀ ਹੈ ਅਤੇ ਉਹ ਖਾਣਾ ਬੰਦ ਕਰ ਦਿੰਦਾ ਹੈ ਅਤੇ ਜਨਨ ਕਿਰਿਆ ਹੀ ਉਹਦਾ ਮੁੱਖ ਕਰਤੱਵ ਰਹਿ ਜਾਂਦਾ ਹੈ। ਫਿਰ ਉਹ ਸੁੰਡੀ ਤੋਂ ਤਿਤਲੀ ਦਾ ਰੂਪ ਧਾਰਨ ਕਰਦਾ ਹੈ ਅਤੇ ਫੁੱਲਾਂ ਵਿੱਚੋਂ ਰਸ ਚੂਸਣਾ ਹੀ ਉਹਦੇ ਜੀਵਨ ਦਾ ਇੱਕ ਨਿਸ਼ਾਨਾ ਬਣ ਜਾਂਦਾ ਹੈ। ਆਪਣੇ ਜੀਵਨ ਦੇ ਅੰਤਲੇ ਦਿਨਾਂ ਵਿੱਚ ਉਹਦੇ ਪਾਚਕ ਕਿਰਿਆ ਨਾਲ ਸੰਬੰਧ ਰੱਖਣ ਵਾਲੇ ਅੰਗ ਬਿਲਕੁਲ ਅਲੋਪ ਹੋ ਜਾਂਦੇ ਹਨ ਅਤੇ ਉਹ ਨਿਰਾ ਪਿਆਰ 'ਤੇ ਹੀ ਪਲਿਆ ਰੱਖਦਾ ਹੈ। ਵੱਡੇ ਜੀਵਾਂ ਵਿੱਚ ਹਵਾ ਬੜੀ ਤੇਜ਼ੀ ਨਾਲ ਅਤੇ ਬਿਨਾਂ ਰੁਕਾਵਟ ਸਵਾਸ ਪ੍ਰਣਾਲੀ ਵਿੱਚ, ਜਿਸ ਦਾ ਮੂੰਹ ਕਾਫੀ ਖੁੱਲ੍ਹਾ ਹੁੰਦਾ ਹੈ, ਪਹੁੰਚਦੀ ਹੈ। ਪਰ ਕੀੜੇ ਮਕੌੜੇ ਕਈ ਨਾਲੀਆਂ ਦੁਆਰਾ ਸਾਹ ਲੈਂਦੇ ਹਨ। ਸਾਹ ਲੈਣ ਵਾਲੀ ਹਵਾ ਉਹਨਾਂ ਦੇ ਅੰਦਰ ਜਾਣ ਤੋਂ ਪਹਿਲਾਂ ਬਿਲਕੁਲ ਸਾਫ਼ ਹੋ ਜਾਂਦੀ ਹੈ। ਉਹਨਾਂ ਦੀ ਸਵਾਸ ਨਲੀ ਦਾ ਮੂੰਹ ਇੱਕ ਬਹੁਤ ਬਰੀਕ ਜਿਹੀ ਝਿੱਲੀ ਨਾਲ ਢੱਕਿਆ ਹੁੰਦਾ ਹੈ, ਜਿਸ ਵਿੱਚ ਜਾਲੀ ਦੇ ਨਿਆਈ ਅਣਗਿਣਤ ਛੋਟੇ ਛੋਟੇ ਛੇਕ ਹੁੰਦੇ ਹਨ ਜੋ ਹਵਾ ਨੂੰ ਪੁਣ ਕੇ ਅਗਾਂਹ ਭੇਜਦੇ ਹਨ। ਕਈਆਂ ਕੀੜਿਆਂ ਵਿੱਚ ਇਹਨਾਂ ਨਾਲੀਆਂ ਦੇ ਮੂੰਹ 'ਤੇ ਛੇਕਾਂ ਦੀ ਥਾਂ ਬਰੀਕ ਵਾਲ ਹੁੰਦੇ ਹਨ ਜੋ ਸਾਹ ਨਾਲ ਅੰਦਰ ਜਾਣ ਵਾਲਿਆਂ ਧੂੜ ਕਣਾਂ ਨੂੰ ਬਾਹਰ ਹੀ ਰੋਕ ਲੈਂਦੇ ਹਨ। ਜੇ ਕੁਦਰਤ ਨੇ ਇਹ ਪ੍ਰਬੰਧ ਨਾ ਕੀਤਾ ਹੋਵੇ ਤਾਂ ਇਹਨਾਂ ਸੂਖਮ ਜੀਵਾਂ ਦੀ ਸਾਹ ਪ੍ਰਣਾਲੀ ਮਿੱਟੀ ਦੇ ਜ਼ਰਿਆਂ ਨਾਲ ਪਲ ਵਿੱਚ ਹੀ ਬੰਦ ਹੋ ਜਾਏ ਅਤੇ ਉਹ ਸਾਹ ਕੁੱਟੇ ਜਾਣ ਨਾਲ ਫੌਰਨ ਮਰ ਜਾਣ। ਪਾਣੀ ਵਿੱਚ ਰਹਿਣ ਵਾਲੇ ਕੀੜੇ ਮਕੌੜਿਆਂ ਦੀ ਸਵਾਸ ਪ੍ਰਣਾਲੀ ਨੂੰ ਪਾਣੀ ਤੋਂ ਹੋਰ ਵੀ ਅਨੋਖੇ ਢੰਗ ਨਾਲ ਬਚਾਇਆ ਗਿਆ ਹੈ। ਕਈ ਵਾਰ ਉਹਨਾਂ ਦੀ ਸਵਾਸ ਪ੍ਰਣਾਲੀ ਵਿੱਚ 4 ਜਾਂ 5 ਪਰਦਿਆਂ ਵਾਲੇ ਕਵਾੜ ਲੱਗੇ ਹੁੰਦੇ ਹਨ, ਜਿਨ੍ਹਾਂ ਨੂੰ ਉਹ ਆਪਣੀ ਮਰਜ਼ੀ ਨਾਲ ਬੰਦ ਕਰ ਸਕਦੇ ਹਨ ਜਾਂ ਖੋਲ੍ਹ ਸਕਦੇ ਹਨ। ਉਹ ਉਹਨਾਂ ਨਾਲੀਆਂ ਨੂੰ ਤਦ ਹੀ ਖੋਲ੍ਹਦੇ ਹਨ ਜਦ ਉਹ ਪਾਣੀ ਦੇ ਤਲ 'ਤੇ ਆਉਂਦੇ ਹਨ। ਡੂੰਘੇ ਪਾਣੀ ਵਿੱਚ ਜਾਣ ਸਮੇਂ ਉਹ ਇਹਨਾਂ ਕਵਾੜਾਂ ਨੂੰ ਕੁੱਟ ਕੇ ਬੰਦ ਕਰ ਛੱਡਦੇ ਹਨ ਤਾਂ ਜੋ ਪਾਣੀ ਸਵਾਸ ਪ੍ਰਣਾਲੀ ਦੇ ਅੰਦਰ ਜਾ ਕੇ ਸਵਾਸ ਕਿਰਿਆ ਵਿੱਚ ਰੁਕਾਵਟ ਨਾ ਪਵੇ। ਵੱਡੇ ਜੀਵਾਂ ਵਿੱਚ ਤਾਂ ਸਵਾਸ ਕਿਰਿਆ ਦਾ ਅੰਗ ਸਰੀਰ ਵਿੱਚ ਇੱਕ ਸੀਮਤ ਥਾਂ 'ਤੇ ਹੁੰਦਾ ਹੈ, ਪਰ ਕਈ ਛੋਟੇ ਜੀਵਾਂ ਵਿੱਚ ਉਹਨਾਂ ਦਾ ਸਾਰਾ ਸਰੀਰ ਹੀ ਸਵਾਸ ਕਿਰਿਆ ਦਾ ਅੰਗ ਬਣਿਆ ਹੁੰਦਾ ਹੈ। ਮਿਸਾਲ ਦੇ ਤੌਰ 'ਤੇ ਮੱਛਰ ਦੇ ਲਾਰਵਾ ਦੀ ਪੂਛ ਸਾਰੀ ਦੀ ਸਾਰੀ ਸਾਹ ਲੈਣ ਦਾ ਹੀ ਕੰਮ ਕਰਦੀ ਹੈ। ਜੇ ਛੱਪੜ ਦਾ ਪਾਣੀ ਸੁੱਕ ਜਾਏ ਤਾਂ ਉਹ ਆਪਣੀ ਪੂਛ ਨੂੰ ਟੈਲੀਸਕੋਪ ਵਾਂਗ ਅੰਦਰ ਵੱਲ ਸਰਕਾ ਕੇ ਛੋਟੀ ਕਰ ਲੈਂਦਾ ਹੈ, ਪਰ ਜੇ ਛੱਪੜ ਮੀਂਹ ਦੇ ਪਾਣੀ ਨਾਲ ਭਰ ਜਾਏ ਤਾਂ ਆਪਣੀ ਪੂਛ ਫਿਰ ਖੋਲ੍ਹ ਕੇ ਲੰਮੀ ਕਰ ਲੈਂਦਾ ਹੈ ਤਾਂ ਜੋ ਉਹ ਉਹਨੂੰ ਪਾਣੀ ਦੇ ਤਲ ਤੱਕ ਪਹੁੰਚਾ ਸਕੇ ਅਤੇ ਸਵਾਸ ਕਿਰਿਆ ਵਿੱਚ ਕਿਸੇ ਕਿਸਮ ਦੀ ਰੁਕਾਵਟ ਨਾ ਪਵੇ। ਕੀੜਿਆਂ ਦਾ ਆਪਣੇ ਆਲੇ ਦੁਆਲੇ ਤਬਾਹੀ ਮਚਾਉਣ ਦਾ ਵੱਡਾ ਕਾਰਨ ਇਹ ਹੈ ਕਿ ਉਹ ਬੜੀ ਤੇਜ਼ੀ ਨਾਲ ਵੱਧਦੇ ਹਨ। ਵਿਗਿਆਨਕ ਲੀਵਨ ਹੁੱਕ ਨੇ ਅਨੁਮਾਨ ਲਾਇਆ ਹੈ ਕਿ ਕੇਵਲ ਇੱਕ ਘਰੇਲੂ ਮੱਖੀ 3 ਮਹੀਨਿਆਂ ਵਿੱਚ 7.5 ਲੱਖ ਦੇ ਲਗਭਗ ਬੱਚੇ ਪੈਦਾ ਕਰਦੀ ਹੈ। ਦੀਮਕ ਸਧਾਰਨ ਮੱਖੀ ਤੋਂ ਵੀ ਜ਼ਿਆਦਾ ਉਪਜਾਊ ਹੁੰਦੀ ਹੈ। ਇਹਨਾਂ ਕੀੜੇ ਮਕੌੜਿਆਂ ਦੇ ਆਂਡਿਆਂ ਦੀ ਬਣਾਵਟ ਵੀ ਕੁਦਰਤ ਦਾ ਇੱਕ ਅਨੋਖਾ ਕ੍ਰਿਸ਼ਮਾ ਹੈ। ਜੂੰ ਦੇ ਆਂਡੇ ਦੇ ਮੂੰਹ ਲਾਗੇ ਆਂਡੇ ਦੇ ਢੱਕਣ ਨੂੰ ਉਡਾਉਣ ਲਈ ਇੱਕ ਦਰਜ ਬਣੀ ਹੁੰਦੀ ਹੈ। ਇਸੇ ਤਰ੍ਹਾਂ ਲੱਕੜੀ ਦੇ ਕੀੜੇ ਦਾ ਆਂਡਾ ਇਸ ਪ੍ਰਕਾਰ ਦਾ ਬਣਿਆ ਹੁੰਦਾ ਹੈ ਕਿ ਜਨਮ ਲੈਣ ਸਮੇਂ ਬੱਚੇ ਨੂੰ ਆਂਡੇ ਦਾ ਮੂੰਹ ਖੋਲ੍ਹਣ ਦੀ ਲੋੜ ਹੀ ਨਹੀਂ ਪੈਂਦੀ। ਉਸ ਅੰਦਰ ਇੱਕ ਸਪਰਿੰਗ ਲੱਗਾ ਹੁੰਦਾ ਹੈ ਜੋ ਬੱਚੇ ਦੇ ਜਨਮ ਸਮੇਂ ਆਪਣੇ ਸਵਾਸ ਆਪ ਨੂੰ ਢੱਕਣ ਨੂੰ ਖੋਲ੍ਹ ਦਿੰਦਾ ਹੈ। ਕਈ ਸ਼੍ਰੇਣੀਆਂ ਦੇ ਕੀੜਿਆਂ ਮਕੌੜਿਆਂ ਵਿੱਚ ਨਰ ਅਤੇ ਮਾਦਾ ਤੋਂ ਇਲਾਵਾ ਹਿਜੜੇ ਵੀ ਹੁੰਦੇ ਹਨ। ਸਾਰਾ ਕੰਮ ਇਹਨਾਂ ਹਿਜੜਿਆਂ ਦੇ ਸਿਰ 'ਤੇ ਹੁੰਦਾ ਹੈ ਅਤੇ ਇਹਨਾਂ ਦੇ ਕੰਮ ਕਰਨ 'ਤੇ ਹੀ ਉਸ ਰਾਜ ਦੀ ਖੁਸ਼ਹਾਲੀ ਅਤੇ ਸ਼ਕਤੀ ਨਿਰਭਰ ਹੈ। ਉਹਨਾਂ ਵਿੱਚ ਅੱਧੇ ਕੁ ਕਾਮੇ ਹੁੰਦੇ ਹਨ ਅਤੇ ਬਾਕੀ ਦੇ ਸੈਨਿਕ। ਅਕਲ ਨੂੰ ਹੈਰਾਨ ਕਰ ਦੇਣ ਵਾਲੇ ਇਹਨਾਂ ਅਜੂਬਿਆਂ ਵਿੱਚ ਇੱਕ ਹੋਰ ਅਜੂਬਾ ਵੀ ਸ਼ਾਮਲ ਹੈ। ਇਹ ਅਜੂਬਾ ਉਹ ਰੌਸ਼ਨੀ ਹੈ ਜੋ ਉਹਨਾਂ ਦੀਆਂ ਕਈ ਸ਼੍ਰੇਣੀਆਂ ਰਾਤ ਸਮੇਂ ਛੱਡਦੀਆਂ ਹਨ। ਇਸ ਸੰਬੰਧ ਵਿੱਚ ਸਭ ਜਣੇ ਟਟੈਨੇ ਤੋਂ ਵਾਕਫ ਹੋਣਗੇ। ਪਤਝੜ ਦੀ ਰੁੱਤ ਵਿੱਚ ਰਾਤ ਸਮੇਂ ਧਰਤੀ ਦੀ ਹਰਿਆਵਲ ਨੂੰ ਤਾਰਿਆਂ ਨਾਲ ਜਗਮਗ ਕਰਦੇ ਨੀਲੇ ਆਕਾਸ਼ ਦੀ ਝਲਕ ਦਿੰਦਾ ਹੈ। ਅਮਰੀਕਾ ਦੇ ਗਰਮ ਇਲਾਕਿਆਂ ਵਿੱਚ ਟਟੈਨੇ ਤੋਂ ਵੀ ਵੱਧ ਰੌਸ਼ਨੀ ਦੇਣ ਵਾਲੇ ਕੀੜੇ ਮਿਲਦੇ ਹਨ। ਉੱਥੋਂ ਦੀ ਲੈਂਟਰਨ ਫਲਾਈ ਦਾ ਸਿਰ ਰਾਤ ਵੇਲੇ ਇਤਨੀ ਰੌਸ਼ਨੀ ਦਿੰਦਾ ਹੈ ਕਿ ਉਸ ਤੋਂ ਦੀਵੇ ਦਾ ਕੰਮ ਲਿਆ ਜਾ ਸਕਦਾ ਹੈ। ਕਿਊਬਾ ਵਿੱਚ ਬਿੰਡੇ ਦੀ ਇੱਕ ਖਾਸ ਕਿਸਮ ਹੁੰਦੀ ਹੈ ਜਿਸ ਦਾ ਸਾਰਾ ਸਰੀਰ ਰਾਤ ਦੇ ਹਨੇਰੇ ਵਿੱਚ ਚਮਕਣ ਲੱਗ ਪੈਂਦਾ ਹੈ। ਉੱਥੋਂ ਦੇ ਲੋਕ ਇਸ ਕਿਸਮ ਦੇ ਥੋੜ੍ਹੇ ਜਿਹੇ ਕੀੜੇ ਪਕੜ ਕੇ ਸ਼ੀਸ਼ੇ ਦੇ ਬਰਤਨ ਵਿੱਚ ਬੰਦ ਕਰ ਦਿੰਦੇ ਹਨ ਅਤੇ ਉਹਨਾਂ ਦੀ ਰੌਸ਼ਨੀ ਵਿੱਚ ਰਾਤ ਵੇਲੇ ਘਰ ਦਾ ਕੰਮਕਾਜ ਕਰਦੇ ਰਹਿੰਦੇ ਹਨ। ਵਿਗਿਆਨਕ ਹਾਲੀ ਤੱਕ ਉਹਨਾਂ ਰੰਗਾਂ ਅਤੇ ਰਸਾਂ ਦਾ ਭੇਦ ਨਹੀਂ ਖੋਲ੍ਹ ਸਕੇ ਜੋ ਕਈ ਕੀੜੇ ਸਰੀਰ ਵਿੱਚੋਂ ਕੱਢਦੇ ਹਨ। ਕੈਕਟਸ ਦੇ ਹਰੇ ਰਸ 'ਤੇ ਪਲਣ ਵਾਲੇ ਕੀੜੇ ਦਾ ਚਮਕੀਲਾ ਲਾਲ ਰੰਗ ਕਿੱਥੋਂ ਉਤਪੰਨ ਹੁੰਦਾ ਹੈ ਅਤੇ ਸੀਰਾਮਿਕਸ ਨਾਂ ਦੇ ਰੁੱਖ 'ਤੇ ਰਹਿਣ ਵਾਲੇ ਕੀੜੇ ਵਿੱਚ ਗੁਲਾਬ ਦੀ ਮਹਿਕ ਜੋ ਆਸ-ਪਾਸ ਖਿਲਾਰਦਾ ਹੈ ਕਿਵੇਂ ਪੈਦਾ ਹੁੰਦੀ ਹੈ। ਇਹਨਾਂ ਕੀੜਿਆਂ ਨੂੰ ਪਕੜਨ ਵਾਲੇ ਇਸ ਵਿੱਚੋਂ ਨਿਕਲ ਰਹੀ ਮਹਿਕ ਤੋਂ ਹੀ ਇਸ ਦੇ ਟਿਕਾਣੇ ਦਾ ਪਤਾ ਲਾ ਲੈਂਦੇ ਹਨ ਅਤੇ ਇਸ 'ਤੇ ਕਾਬੂ ਕਰ ਲੈਂਦੇ ਹਨ। ਇਸੇ ਰੁੱਖ ਦੇ ਪੱਤਿਆਂ 'ਤੇ ਹੀ ਇੱਕ ਹੋਰ ਕੀੜਾ ਪਲਦਾ ਹੈ ਜੋ ਇਤਨੀ ਦੁਰਗੰਧ ਛੱਡਦਾ ਹੈ ਕਿ ਜਿਸ ਨਾਲ ਜੀ ਉਤਾਂਹ ਨੂੰ ਆਉਂਦਾ ਹੈ। ਹੈਰਾਨੀ ਦੀ ਗੱਲ ਹੈ ਕਿ ਉਸੇ ਰੁੱਖ ਵਿੱਚੋਂ ਇੱਕ ਕੀੜਾ ਦੁਰਗੰਧ ਅਤੇ ਦੂਸਰਾ ਸੁਗੰਧ ਕਿਵੇਂ ਪ੍ਰਾਪਤ ਕਰਦਾ ਹੈ। ਸ਼ਹਿਦ ਦੀ ਮੱਖੀ ਆਪਣੇ ਸਰੀਰ ਦੇ ਇੱਕ ਹਿੱਸੇ ਵਿੱਚੋਂ ਮੋਮ ਪੈਦਾ ਕਰਦੀ ਹੈ ਅਤੇ ਦੂਜੇ ਹਿੱਸੇ ਵਿੱਚੋਂ ਜ਼ਹਿਰ ਜੋ ਇਸ ਦੇ ਡੰਗ ਵਿੱਚ ਹੁੰਦੀ ਹੈ। ਕਿ ਫੁੱਲਾਂ ਦੇ ਰਸ ਵਿੱਚੋਂ ਹੀ ਉਹ ਇਹ ਦੋਵੇਂ ਵਸਤਾਂ ਪ੍ਰਾਪਤ ਕਰਦੀ ਹੈ। ਕੀੜੇ ਮਕੌੜਿਆਂ ਵਿੱਚ ਸਰੀਰਕ ਪਰਿਵਰਤਨ।
ਕੀੜੇ ਦੇ ਜਨਮ ਤੋਂ ਲੈ ਕੇ ਉਹਦੀ ਮੌਤ ਤੱਕ ਜੋ ਪਰਿਵਰਤਨ ਉਹਦੇ ਰੂਪ ਵਿੱਚ ਆਉਂਦੇ ਹਨ, ਉਹ ਕੁਦਰਤ ਦਾ ਇੱਕ ਅਜੀਬ ਚਮਤਕਾਰ ਹੈ। ਇਸ ਰੂਪ ਤੋਂ ਦੂਜੇ ਰੂਪ ਵਿੱਚ ਬਦਲਣ ਨਾਲ ਹੀ ਉਹਦੀ ਸਰੀਰਕ ਬਣਤਰ ਅਤੇ ਕੰਮਾਂ ਵਿੱਚ ਵੀ ਤਬਦੀਲੀ ਆ ਜਾਂਦੀ ਹੈ। ਕਰੂਪ ਸੁੰਡੀ ਇੱਕ ਸੁੰਦਰ ਰੰਗ ਬਰੰਗੇ ਪਰਾਂ ਵਾਲੀ ਤਿਤਲੀ ਵਿੱਚ ਬਦਲ ਜਾਂਦੀ ਹੈ, ਅਤੇ ਜੇ ਤਿਤਲੀ ਨੂੰ ਉਹਨਾਂ ਪੱਤਿਆਂ 'ਤੇ ਹੀ ਗੁਜ਼ਾਰਾ ਕਰਨਾ ਪਵੇ ਜਿਨ੍ਹਾਂ 'ਤੇ ਸੁੰਡੀ ਦੇ ਰੂਪ ਵਿੱਚ ਉਹ ਪਲਦੀ ਸੀ, ਤਾਂ ਉਹ ਭੁੱਖੀ ਹੀ ਮਰ ਜਾਏਗੀ। ਜਿਸ ਕਿਸਮ ਦਾ ਸੁੰਦਰ ਅਤੇ ਨਾਜ਼ੁਕ ਉਹਦਾ ਸਰੀਰ ਬਣ ਗਿਆ ਹੁੰਦਾ ਹੈ, ਉਹਨੂੰ ਲੋੜ ਵੀ ਉਸੇ ਤਰ੍ਹਾਂ ਦੀ ਖੁਰਾਕ ਦੀ ਹੀ ਪੈਂਦੀ ਹੈ ਜੋ ਫੁੱਲਾਂ ਦੇ ਰਸ ਤੋਂ ਪ੍ਰਾਪਤ ਕਰਨ ਲੱਗ ਪੈਂਦੀ ਹੈ। ਡਰੈਗਨ ਫਲਾਈ ਦੇ ਜੀਵਨ ਦੇ ਆਖਰੀ ਪੜਾਅ 'ਤੇ ਆਪਣੇ ਰੂਪ ਬਦਲਣ ਨਾਲ ਹੀ ਉਹਦਾ ਸੁਭਾਅ ਵੀ ਬਦਲ ਜਾਂਦਾ ਹੈ। ਉਹ ਜੀਵਨ ਦਾ ਅਧਿਕ ਹਿੱਸਾ ਪਾਣੀ ਦੀ ਤਹਿ ਵਿੱਚ ਪਏ ਹੋਏ ਚਿੱਕੜ ਅਤੇ ਗੰਦ ਵਿੱਚ ਸੁੰਡੀ ਦੇ ਰੂਪ ਵਿੱਚ ਗੁਜ਼ਾਰਦੀ ਹੈ। ਜੀਵਨ ਦੇ ਅੰਤਲੇ ਦਿਨਾਂ ਵਿੱਚ ਉਹਦੇ ਮਨ ਵਿੱਚ ਨੀਲੇ ਆਕਾਸ਼ ਅਤੇ ਖੁੱਲ੍ਹੇ ਵਾਤਾਵਰਣ ਵਿੱਚ ਉਡਾਰੀ ਮਾਰਨ ਦੀ ਤਾਂਘ ਉੱਠਦੀ ਹੈ। ਇਸ ਲਈ ਉਹ ਪਾਣੀ ਦੇ ਲਾਗੇ ਉੱਗੀ ਕਿਸੇ ਝਾੜੀ ਨਾਲ ਸੱਪ ਵਾਂਗ ਖਹਿ ਕੇ ਆਪਣੇ ਜਲ ਬਸਤਰਾਂ ਦੀ ਗੂੰਜ ਲਾ ਦਿੰਦੀ ਹੈ ਅਤੇ ਵਿੱਚੋਂ ਨਿਕਲੇ ਚਮਕੀਲੇ ਪਰਾਂ ਨਾਲ ਖੁੱਲ੍ਹੀ ਹਵਾ ਵਿੱਚ ਉਡਾਰੀਆਂ ਮਾਰਨ ਲੱਗ ਪੈਂਦੀ ਹੈ। ਇਹ ਪਰਿਵਰਤਨ ਇਤਨਾ ਪੂਰਨ ਹੁੰਦਾ ਹੈ ਅਤੇ ਉਹਦੀਆਂ ਨਵੀਆਂ ਲੋੜਾਂ ਇਤਨੀਆਂ ਪ੍ਰਬਲ ਹੁੰਦੀਆਂ ਹਨ ਕਿ ਜੇ ਅਸੀਂ ਇਸ ਮੱਖੀ ਨੂੰ ਆਪਣੇ ਪੁਰਾਣੇ ਲਿਬਾਸ ਵਿੱਚ ਇੱਕ ਪਲ ਤੋਂ ਵੀ ਜ਼ਿਆਦਾ ਰੱਖਣ ਦੀ ਕੋਸ਼ਿਸ਼ ਕਰੀਏ ਤਾਂ ਇਹ ਉੱਥੇ ਹੀ ਚਿੱਤ ਹੋ ਜਾਏਗੀ। ਹੁਣ ਤੱਕ ਉਹ ਕੇਵਲ ਖੜੇ ਪਾਣੀ ਦੀ ਤਹਿ ਦੇ ਹਨੇਰੇ ਵਿੱਚ ਹੀ ਰਹੀ ਹੁੰਦੀ ਹੈ, ਪਰ ਹੁਣ ਉਹ ਤਾਜ਼ੀ ਹਵਾ ਅਤੇ ਧੁੱਪ ਵਿੱਚ ਵੀ ਰਹਿ ਸਕਦੀ ਹੈ। ਇਸ ਦੀ ਦੂਜੀ ਹਾਲਤ ਪਹਿਲੀ ਹਾਲਤ ਤੋਂ ਇਤਨੀ ਫਰਕ ਹੁੰਦੀ ਹੈ ਕਿ ਇਹ ਯਕੀਨ ਹੀ ਨਹੀਂ ਕੀਤਾ ਜਾ ਸਕਦਾ ਕਿ ਇਹ ਪਹਿਲੀ ਹਾਲਤ ਵਾਲਾ ਹੀ ਜੀਵ ਹੈ ਕਿ ਕੋਈ ਹੋਰ। ਇੱਕ ਹੋਰ ਬਿੰਡਾ ਜਿਸ ਨੂੰ ਪ੍ਰਾਚੀਨ ਮਿਸਰ ਵਿੱਚ ਦੇਵਤਿਆਂ ਵਾਂਗ ਪੂਜਿਆ ਜਾਂਦਾ ਸੀ, ਜਵਾਨੀ ਵਿੱਚ ਆਪਣੇ ਬਚਪਨ ਵਾਲੇ ਬਦਸ਼ਕਲ ਕੀੜੇ ਦੇ ਰੂਪ ਤੋਂ ਬਿਲਕੁਲ ਭਿੰਨ ਹੁੰਦਾ ਹੈ। ਪ੍ਰਾਚੀਨ ਮਿਸਰੀ ਲੋਕ ਇਸ ਕੀੜੇ ਨੂੰ ਆਵਾਗੌਨ ਦੀ ਪ੍ਰਤੱਖ ਉਦਾਹਰਨ ਸਮਝਦੇ ਸਨ। ਜਨਮ ਸਮੇਂ ਹਰ ਕੀੜਾ ਹਮੇਸ਼ਾ ਪਰਹੀਣ ਹੁੰਦਾ ਹੈ। ਕੁਦਰਤ ਉਹਦੇ ਪਰਾਂ ਦਾ ਪ੍ਰਬੰਧ ਉਹਦੇ ਜੀਵਨ ਦੇ ਆਖਰੀ ਦਿਨਾਂ ਵਿੱਚ ਕਰਦੀ ਹੈ। ਇਹ ਦਿਨ ਉਹਦੇ ਜਨਨ ਕਿਰਿਆ ਲਈ ਨਿਯੁਕਤ ਕੀਤੇ ਗਏ ਹਨ। ਇਸ ਦੇ ਬਚਪਨ ਦੀ ਹਾਲਤ ਨੂੰ ਲਾਰਵਾ ਕਹਿੰਦੇ ਹਨ। ਇਸ ਹਾਲਤ ਵਿੱਚ ਇਹ ਖਾਣ ਤੋਂ ਬਿਨਾਂ ਹੋਰ ਕੋਈ ਕੰਮ ਨਹੀਂ ਕਰਦਾ। ਖਾਸ ਸਮਾਂ ਆਉਣ 'ਤੇ ਇਹ ਆਪਣੀਆਂ ਸਭ ਕਿਰਿਆਵਾਂ ਸਮਾਪਤ ਕਰਕੇ ਸੁੰਗੜ ਜਾਂਦਾ ਹੈ ਅਤੇ ਹਿਲਜੁਲ ਬਿਲਕੁਲ ਹੀ ਬੰਦ ਕਰ ਦਿੰਦਾ ਹੈ। ਇਹਦੀ ਇਸ ਹਾਲਤ ਨੂੰ ਪਿਊਪਾ ਜਾਂ ਨਿੰਫ ਕਹਿੰਦੇ ਹਨ। ਇਹ ਸਥਿਤੀ ਥੋੜ੍ਹਾ ਚਿਰ ਹੀ ਰਹਿੰਦੀ ਹੈ ਅਤੇ ਆਪਣਾ ਅਪੂਰਨ ਸੁੰਡੀ ਦਾ ਰੂਪ ਨਸ਼ਟ ਹੋਣ ਪਿੱਛੋਂ ਪੂਰਨ ਕੀੜੇ ਦਾ ਰੂਪ ਧਾਰਨ ਕਰ ਲੈਂਦਾ ਹੈ। ਨੀਲ ਘਾਟੀ ਦੇ ਪੁਰਾਣੇ ਬਾਦਸ਼ਾਹਾਂ ਦੇ ਮ੍ਰਿਤਕ ਸਰੀਰ ਨੂੰ ਦਵਾਈਆਂ ਦੀ ਸਹਾਇਤਾ ਨਾਲ ਗਲਣ ਸੜਨ ਤੋਂ ਕਈਆਂ ਸਦੀਆਂ ਤੱਕ ਬਚਾ ਕੇ ਪੱਟੀਆਂ ਅਤੇ ਕੱਪੜਿਆਂ ਵਿੱਚ ਵਲੇਟ ਕੇ ਇੱਕ ਡੱਬੇ ਵਿੱਚ ਬੰਦ ਕਰਕੇ ਰੱਖਿਆ ਜਾਂਦਾ ਸੀ। ਐਨ ਹੀ ਇਹੀ ਹਾਲਤ ਪਿਊਪਾ ਦੇ ਰੂਪ ਵਿੱਚ ਇਸ ਕੀੜੇ ਦੀ ਹੁੰਦੀ ਹੈ। ਕਈ ਵਾਰ ਉਹ ਆਪਣੇ ਆਪ ਨੂੰ ਸੁਨਹਿਰੀ ਚਮਕੀਲੇ ਰੰਗ ਦੇ ਡੱਬੇ ਦੇ ਰੂਪ ਵਿੱਚ ਮੰਮੀ ਵਾਂਗ ਬੰਦ ਕਰ ਲੈਂਦਾ ਹੈ ਅਤੇ ਜਦ ਇਹਦਾ ਬੇਹੋਸ਼ੀ ਦੇ ਜੀਵਨ ਤੋਂ ਨਵੇਂ ਜੀਵਨ ਵਿੱਚ ਕਦਮ ਰੱਖਣ ਦਾ ਸਮਾਂ ਆਉਂਦਾ ਹੈ ਤਾਂ ਇਹ ਆਪਣੀ ਸਧਾਰਨ ਪੁਸ਼ਾਕ ਨੂੰ ਲਾ ਕੇ ਇੱਕ ਸੁੰਦਰ ਰੰਗ ਬਰੰਗੇ ਉਡਾਰੂ ਕੀੜੇ ਦੇ ਰੂਪ ਵਿੱਚ ਹਵਾ ਵਿੱਚ ਉੱਡ ਜਾਂਦਾ ਹੈ। ਇਸ ਕੀੜੇ ਦਾ ਨਵਾਂ ਜਨਮ ਸੱਚਮੁੱਚ ਹੀ ਕੁਦਰਤ ਦਾ ਕਮਾਲ ਹੈ। ਜ਼ਰਾ ਜਿੰਨੀ ਰਗੜ ਨਾਲ ਵੀ ਤਿਤਲੀ ਦੇ ਪਰਾਂ ਦੇ ਪੁਰਜਾਨ ਦਾ ਖਤਰਾ ਹੋ ਜਾਂਦਾ ਹੈ, ਪਰ ਹੈਰਾਨੀ ਦੀ ਗੱਲ ਇਹ ਹੈ ਕਿ ਆਪਣੇ ਚੀਥੜਿਆਂ ਵਿੱਚੋਂ ਨਿਕਲਣ ਸਮੇਂ ਇਹਦੇ ਨਾਜ਼ੁਕ ਪਰਾਂ ਨੂੰ ਜ਼ਰਾ ਜਿੰਨੀ ਵੀ ਰਗੜ ਨਹੀਂ ਲੱਗਦੀ। ਕਈ ਕੀੜੇ ਤਾਂ ਪਰਿਵਰਤਨ ਸਮੇਂ ਆਪਣੇ ਆਲੇ ਦੁਆਲੇ ਇੱਕ ਰੇਸ਼ਮੀ ਜਿਹਾ ਉਛਾੜ ਚਾੜ ਲੈਂਦੇ ਹਨ ਜੋ ਉਹਨਾਂ ਨੂੰ ਸਰਦੀ ਅਤੇ ਮੀਂਹ ਤੋਂ ਬਚਾ ਕੇ ਰੱਖਦਾ ਹੈ। ਕਈ ਤਿਤਲੀਆਂ ਦੇ ਤਾਂ ਦੋ ਉਛਾੜ ਹੁੰਦੇ ਹਨ, ਬਾਹਰਲਾ ਮੀਂਹ ਹਨੇਰੀ ਤੋਂ ਬਚਾਉਣ ਵਾਲਾ ਅਤੇ ਅੰਦਰਲਾ ਸਰਦੀ ਤੋਂ। ਇਸ ਕਿਲ੍ਹਾਬੰਦੀ ਵਿੱਚ ਬੰਦ ਹੋ ਕੇ ਤਿਤਲੀ ਆਪਣਾ ਨਵਾਂ ਜੀਵਨ ਆਰੰਭ ਕਰਨ ਲਈ ਬਸੰਤ ਰੁੱਤ ਨੂੰ ਉਡੀਕ ਰਹੀ ਹੁੰਦੀ ਹੈ। ਇੰਝ ਜਾਪਦਾ ਹੈ ਕਿ ਤਿਤਲੀ ਜੋ ਆਪਣੇ ਜੀਵਨ ਦੇ ਵੱਖ-ਵੱਖ ਪੜਾਵਾਂ ਅਤੇ ਆਪਣੇ ਪਿਛਲੇ ਰੂਪ ਨਾਲ ਬਿਲਕੁਲ ਨਹੀਂ ਮਿਲਦੀ, ਤਿੰਨ ਵੱਖ-ਵੱਖ ਜਨਮ ਧਾਰਦੀ ਹੈ, ਪਰ ਇਹ ਅਸਲ ਵਿੱਚ ਅਦ੍ਰਿਸ਼ਟ ਰੂਪ ਵਿੱਚ ਉਹਦੇ ਜੀਵਨ ਦੀ ਆਪਣੀ ਆਖਰੀ ਮੰਜ਼ਲ ਵੱਲ ਇੱਕ ਗੁੱਝੀ ਚਾਲ ਹੈ। ਸੁੰਡੀ ਵਿੱਚ ਉਹ ਸਭ ਤਿੰਨ ਰੂਪ ਛੁਪੇ ਹੁੰਦੇ ਹਨ ਜੋ ਇਹਨੇ ਆਪਣੇ ਜੀਵਨ ਦੇ ਵੱਖ-ਵੱਖ ਪੜਾਵਾਂ 'ਤੇ ਧਾਰਨੇ ਹੁੰਦੇ ਹਨ। ਇਹ ਤਿੰਨ ਰੂਪ ਉਹਦੀਆਂ ਤਿੰਨ ਡੱਬੀਆਂ ਦੀ ਨਿਆਈ ਹਨ ਜੋ ਇੱਕ ਦੂਜੇ ਵਿੱਚ ਬੰਦ ਹੁੰਦੀਆਂ ਹਨ ਅਤੇ ਜਿਨ੍ਹਾਂ ਵਿੱਚ ਸਭ ਤੋਂ ਅੰਦਰਲੀ ਡੱਬੀ ਸੁੰਦਰਤਾ ਦਾ ਇੱਕ ਅਕਹਿ ਭੇਦ ਛੁਪਾਈ ਬੈਠੀ ਹੁੰਦੀ ਹੈ। ਇਸ ਦਾ ਅੰਤਲਾ ਰੂਪ ਲਾੜੀ ਦੀ ਸੁੰਦਰ ਪੁਸ਼ਾਕ ਵਾਂਗ ਹੁੰਦਾ ਹੈ ਅਤੇ ਪਿਆਰ ਦੇ ਅੰਤਲੇ ਸੰਖੇਪ ਜੀਵਨ ਦੇ ਸਮਾਪਤ ਹੋਣ ਨਾਲ ਹੀ ਇਹਦਾ ਜੀਵਨ ਵੀ ਸਮਾਪਤ ਹੋ ਜਾਂਦਾ ਹੈ। ਕਈ ਕੀੜੇ ਤਾਂ ਸਾਲਾਂ ਬੱਧੀ ਖੜੇ ਪਾਣੀ ਦੇ ਚਿੱਕੜ ਵਿੱਚ ਕਰੂਪ ਜੇ ਲਾਰਵਾ ਦਾ ਰੂਪ ਹੀ ਧਾਰਨ ਕਰ ਛੱਡਦੇ ਹਨ ਅਤੇ ਪਾਣੀ ਤੋਂ ਬਾਹਰ ਆਪਣਾ ਅਸਲੀ ਜੀਵਨ 1 ਘੰਟੇ ਵਿੱਚ ਹੀ ਖਤਮ ਕਰ ਦਿੰਦੇ ਹਨ। ਜਦ ਪਿਊਪਾ ਜਾਂ ਨਿੰਫ ਤਿਤਲੀ ਦਾ ਰੂਪ ਧਾਰਨ ਕਰ ਲੈਂਦਾ ਹੈ ਤਾਂ ਉਹ ਕੇਵਲ ਫੁੱਲਾਂ ਦੇ ਰਸ 'ਤੇ ਹੀ ਪਲਦਾ ਹੈ। ਉਹਨੂੰ ਆਪਣੇ ਸੁੰਡੀ ਜਾਂ ਲਾਰਵਾ ਸਮੇਂ ਦੇ ਖੁਰਾਕ ਨੂੰ ਕੁਤਰਨ ਵਾਲੇ ਜਬਾੜਿਆਂ ਦੀ ਲੋੜ ਨਹੀਂ ਰਹਿੰਦੀ, ਇਸ ਲਈ ਉਹ ਚੜ੍ਹ ਜਾਂਦੇ ਹਨ ਅਤੇ ਉਹਨਾਂ ਦੀ ਥਾਂ ਰਸ ਚੂਸਣ ਲਈ ਸੁੰਡ ਦੀ ਇੱਕ ਲੰਮੀ ਜਿਹੀ ਨਲੀ ਨਿਕਲ ਆਉਂਦੀ ਹੈ। ਲਾਰਵਾ ਆਪਣੇ ਦਾਤਰੀ ਰੂਪੀ ਮਜ਼ਬੂਤ ਪਿਆਰਾਂ ਨਾਲ ਪੱਤਿਆਂ ਨੂੰ ਤਾਂ ਜਕੜ ਲੈਂਦਾ ਹੈ, ਪਰ ਉਹਨਾਂ ਫੁੱਲਾਂ ਨੂੰ ਜਿਨ੍ਹਾਂ ਦੁਆਲੇ ਉਹਨੇ ਤਿਤਲੀ ਦੇ ਰੂਪ ਵਿੱਚ ਘੁੰਮਣਾ ਹੁੰਦਾ ਹੈ ਉਹਨਾਂ ਨਾਲ ਹਾਨੀ ਪਹੁੰਚਾ ਸਕਦਾ ਹੈ। ਇਸ ਲਈ ਉਹਨਾਂ ਦੀ ਥਾਂ ਬੜੀਆਂ ਨਾਜ਼ੁਕ ਲੱਤਾਂ ਨਿਕਲ ਆਉਂਦੀਆਂ ਹਨ ਜੋ ਪੰਖੜੀਆਂ ਨੂੰ ਛੂੰਹਦੀਆਂ ਤੱਕ ਵੀ ਨਹੀਂ। ਜਦ ਤਿਤਲੀ ਆਪਣੀ ਥੈਲੀ ਵਿੱਚੋਂ ਜਿਸ ਵਿੱਚ ਉਹ ਪਲਦੀ ਰਹੀ ਹੁੰਦੀ ਹੈ ਬਾਹਰ ਨਿਕਲਦੀ ਹੈ
ਤਾਂ ਉਹਦੇ ਰੰਗ ਐਸੇ ਸੁੰਦਰ ਤੇ ਸਜੀਲੇ ਹੁੰਦੇ ਹਨ ਕਿ ਉਹ ਕੀਮਤੀ ਧਾਤਾਂ ਕੀ ਹੀਰੇ ਜਵਾਹਰਾਤਾਂ ਦੀ ਲਿਸ਼ਕ ਨੂੰ ਵੀ ਮਾਤ ਪਾ ਦਿੰਦੇ ਹਨ। ਕੀੜੇ ਪਤੰਗਿਆਂ ਦੀ ਸੂਝ ਸ਼ਕਤੀ। ਕੀੜੇ ਪਤੰਗਿਆਂ ਦੇ ਜੀਵਨ ਦਾ ਹਰ ਪੱਖ ਸਾਡੀ ਅਕਲ ਨੂੰ ਦੰਗ ਕਰ ਦਿੰਦਾ ਹੈ। ਉਹ ਨਾ ਕੇਵਲ ਆਪਣੇ ਕੰਮ ਇਸ ਪੂਰਨਤਾ ਹੀ ਨਾਲ ਕਰਦੇ ਹਨ, ਬਲਕਿ ਲੋੜ ਪੈਣ 'ਤੇ ਆਪਣਾ ਦਿਮਾਗ ਇਸ ਢੰਗ ਨਾਲ ਵਰਤਦੇ ਹਨ ਕਿ ਮਨੁੱਖੀ ਦਿਮਾਗ ਵੀ ਚਕਿਤ ਰਹਿ ਜਾਂਦਾ ਹੈ। ਤਿਤਲੀ ਨੂੰ, ਜੋ ਆਪਣੇ ਖੋਲ ਵਿੱਚੋਂ ਬਸੰਤ ਰੁੱਤ ਵਿੱਚ ਬਾਹਰ ਨਿਕਲਦੀ ਹੈ, ਆਪਣੇ ਸੰਬੰਧੀਆਂ ਨਾਲ ਮਿਲ ਵਰਤਣ ਦਾ ਮੌਕਾ ਹੀ ਨਹੀਂ ਮਿਲਿਆ ਹੁੰਦਾ। ਉਹ ਪਤਝੜ ਦੇ ਦਿਨਾਂ ਵਿੱਚ ਆਪਣੇ ਆਂਡੇ ਦਿੰਦੀ ਹੈ ਅਤੇ ਆਪਣੇ ਬੱਚਿਆਂ ਨੂੰ ਵੇਖਣ ਤੋਂ ਪਹਿਲਾਂ ਹੀ ਚੱਲ ਬਸਦੀ ਹੈ। ਪਰ ਫਿਰ ਵੀ ਉਹ ਆਪਣੇ ਆਂਡਿਆਂ ਦੀ ਦੇਖਭਾਲ ਕਿਸ ਗਜ਼ਬ ਦੇ ਹਿੱਤ ਨਾਲ ਕਰਦੀ ਹੈ। ਚਿੱਕੜ ਵਿੱਚ ਪਾਣੀ ਦੀ ਤਹਿ 'ਤੇ ਪਈ ਡਰੈਗਨ ਫਲਾਈ ਨੂੰ ਕਿਵੇਂ ਪਤਾ ਲੱਗ ਜਾਂਦਾ ਹੈ ਕਿ ਉਹਦਾ ਆਖਰੀ ਘਰ ਨੀਲਾ ਆਕਾਸ਼ ਹੋਵੇਗਾ। ਇਹਨੂੰ ਉਸ ਵਕਤ ਦਾ ਕਿਵੇਂ ਪਤਾ ਲੱਗਦਾ ਹੈ ਕਿ ਜਦ ਇਹਨੇ ਚਿੱਕੜ ਵਿੱਚੋਂ ਨਿਕਲ ਕੇ ਨੀਲੇ ਆਕਾਸ਼ ਵਿੱਚ ਉਡਾਰੀ ਮਾਰਨੀ ਹੁੰਦੀ ਹੈ। ਇਹ ਆਮ ਕਿਹਾ ਜਾਂਦਾ ਹੈ ਕਿ ਜਿਹੜੇ ਕੀੜੇ ਪਤੰਗੇ ਜ਼ਿਆਦਾ ਸਿਆਣਪ ਦਾ ਸਬੂਤ ਦਿੰਦੇ ਹਨ, ਉਹਨਾਂ ਦੀ ਸੂਝ ਪ੍ਰਣਾਲੀ ਬਾਕੀਆਂ ਨਾਲੋਂ ਜ਼ਿਆਦਾ ਕੇਂਦਰਿਤ ਹੁੰਦੀ ਹੈ ਅਤੇ ਉਹਨਾਂ ਦਾ ਸਿਰ ਵੀ ਆਮ ਨਾਲੋਂ ਕੁਝ ਜ਼ਿਆਦਾ ਵੱਡਾ ਹੁੰਦਾ ਹੈ। ਇਹ ਗੱਲ ਸ਼ਹਿਦ ਦੀ ਮੱਖੀ ਅਤੇ ਮੱਕੜੀ ਬਾਰੇ ਕਾਫੀ ਹੱਦ ਤੱਕ ਠੀਕ ਹੈ, ਕਿਉਂਕਿ ਕੀੜੇ ਪਤੰਗਿਆਂ ਵਿੱਚ ਸਭ ਤੋਂ ਜ਼ਿਆਦਾ ਅਕਲ ਦੀਆਂ ਮਾਲਕ ਇਹ ਦੋਵੇਂ ਸ਼੍ਰੇਣੀਆਂ ਹੁੰਦੀਆਂ ਹਨ। ਖਾਸ ਹਾਲਤਾਂ ਵਿੱਚ ਤਾਂ ਕੀੜੇ ਪਤੰਗਿਆਂ ਦੀ ਸੂਝ-ਬੂਝ ਬਹੁਤ ਹੀ ਵੱਧ ਜਾਂਦੀ ਹੈ। ਇੱਕ ਮਾਸਾਹਾਰੀ ਤਾਜ਼ਾ ਸ਼ਿਕਾਰ ਮਾਰ ਕੇ ਖਾਣ ਵਾਲਾ ਜੀਵ, ਜਿਸ ਨੂੰ ਮੁਰਦਾਰ ਤੋਂ ਕਚੈਨ ਆਉਂਦੀ ਹੈ, ਉਹ ਡਾਇਟਿਸਕਨ ਨਾਮ ਕਿਸਮ ਦੇ ਬਿੰਡੇ ਦਾ ਸਖਤ ਛਿਲਕੇ ਵਾਲਾ ਲਾਰਵਾ ਹੜੱਪ ਕਰਨ ਲੱਗਦਾ ਹੈ। ਪਰ ਇਹ ਲਾਰਵਾ ਖਤਰਾ ਤਾੜ ਕੇ ਇੱਕਦਮ ਇੱਕ ਢਿੱਲੇ ਜਿਹੇ ਬੇਜਾਨ ਮਾਸ ਦੇ ਲੂਥੜੇ ਵਾਂਗ ਬਣ ਜਾਂਦਾ ਹੈ। ਸ਼ਿਕਾਰੀ ਜਾਨਵਰ ਇਹ ਸਮਝ ਕੇ ਕਿ ਉਹਦੇ ਮੂੰਹ ਵਿੱਚ ਬੇਜਾਨ ਮਾਸ ਦਾ ਲੂਥੜਾ ਆ ਗਿਆ ਹੈ, ਉਹਨੂੰ ਉਗਲ ਕੇ ਉੱਥੋਂ ਨੱਸ ਜਾਂਦਾ ਹੈ। ਪਰ ਜਦ ਲਾਰਵਾ ਵੱਡਾ ਹੋ ਕੇ ਪੂਰਨ ਬਿੰਡੇ ਦਾ ਰੂਪ ਧਾਰਨ ਕਰ ਲੈਂਦਾ ਹੈ ਤਾਂ ਇਹ ਆਪਣਾ ਸਰੀਰ ਢਿੱਲਾ ਨਹੀਂ ਛੱਡ ਸਕਦਾ। ਇਸ ਲਈ ਇਹ ਇੱਕ ਹੋਰ ਚਾਲ ਚੱਲਦਾ ਹੈ। ਖਤਰਾ ਮਹਿਸੂਸ ਕਰਨ 'ਤੇ ਇਹ ਆਪਣੇ ਸਰੀਰ ਦੇ ਮੁਸਾਮਾਂ ਵਿੱਚੋਂ ਸੜੇਹਾਨ ਵਾਲਾ ਚਿੱਟੇ ਦੁੱਧ ਰੰਗ ਦਾ ਇੱਕ ਤਰਲ ਪਦਾਰਥ ਕੱਢਣ ਲੱਗ ਪੈਂਦਾ ਹੈ, ਜਿਸ ਤੋਂ ਬਚਣ ਲਈ ਸ਼ਿਕਾਰੀ ਜਾਨਵਰ ਉੱਥੋਂ ਨੱਸ ਜਾਂਦਾ ਹੈ। ਛੋਟੇ ਹੁੰਦਿਆਂ ਤੁਸੀਂ ਬਿੰਡੇ ਦੀ ਇੱਕ ਆਮ ਕਿਸਮ ਦੇਖੀ ਹੋਣੀ ਹੈ। ਉਹਨੂੰ ਛੂੰਦਿਆਂ ਹੀ ਉਹ ਧੋਖਾ ਦੇਣ ਲਈ ਬੇਜਾਨ ਬਣ ਜਾਂਦਾ ਹੈ ਅਤੇ ਫਿਰ ਕੁਝ ਚਿਰ ਪਏ ਰਹਿਣ ਪਿੱਛੋਂ ਇੱਕਦਮ ਉੱਥੋਂ ਤੇਜ਼ੀ ਨਾਲ ਰਫੂ ਚੱਕਰ ਹੋ ਜਾਂਦਾ ਹੈ। ਬੋਰਰ ਲੱਕੜੀ ਵਿੱਚ ਸ਼ੇਰਕ ਕਰਨ ਵਾਲਾ ਕੀੜਾ ਬੇਸ਼ੱਕ ਰੁੜ ਜਾਏ ਜਾਂ ਅੱਗ ਨਾਲ ਝੁਲਸ ਜਾਏ, ਪਰ ਉਹ ਬਿਲਕੁਲ ਬੇਜਾਨ ਲੋਥ ਵਾਂਗ ਪਿਆ ਰਹਿੰਦਾ ਹੈ। ਇੱਕ ਹੋਰ ਕਿਸਮ ਦੇ ਬਿੰਡੇ ਦਾ ਲਾਰਵਾ ਆਪਣੇ ਆਪ ਨੂੰ ਆਪਣੇ ਸਰੀਰ ਦੀ ਗੰਦਗੀ ਨਾਲ ਢੱਕ ਲੈਂਦਾ ਹੈ, ਇਸ ਲਈ ਪੰਛੀ ਉਹਨੂੰ ਖਾਣ ਤੋਂ ਝਿਜਕਦੇ ਹਨ। ਬੰਬਾਰ ਬਿੰਡਾ ਉੱਪਰਲੇ ਕਿਸਮ ਦੇ ਕੀੜਿਆਂ ਤੋਂ ਵੀ ਜ਼ਿਆਦਾ ਸਿਆਣਪ ਵਰਤਦਾ ਹੈ। ਖਤਰਾ ਸਿਰ 'ਤੇ ਆ ਜਾਣ ਸਮੇਂ ਇਹ ਆਪਣੀਆਂ ਅੰਤੜੀਆਂ ਵਿੱਚੋਂ ਇੱਕ ਖਾਸ ਕਿਸਮ ਦੀ ਵਸਤ ਕੱਢਦਾ ਹੈ, ਜਿਸ ਦੁਆਰਾ ਇੱਕ ਜ਼ਬਰਦਸਤ ਧਮਾਕਾ ਪੈਦਾ ਹੁੰਦਾ ਹੈ। ਉਸ 'ਤੇ ਹਮਲਾ ਕਰਨ ਵਾਲਾ ਜੀਵ ਉਸ ਧਮਾਕੇ ਤੋਂ ਡਰ ਕੇ ਨੱਸ ਜਾਂਦਾ ਹੈ। ਇਸ ਕਿਸਮ ਦੇ ਬਿੰਡਿਆਂ ਵਿੱਚ ਆਪਣੇ ਬਚਾਅ ਦੀ ਸੁਭਾਵਕ ਇੱਛਾ ਇਤਨੀ ਪ੍ਰਬਲ ਹੁੰਦੀ ਹੈ ਕਿ ਇੱਕ ਬਿੰਡੇ ਵੱਲੋਂ ਧਮਾਕੇ ਦੀ ਆਵਾਜ਼ ਸੁਣ ਕੇ ਬਾਕੀ ਸਭ ਬਿੰਡੇ ਵੀ ਧਮਾਕੇ ਛੱਡਣ ਲੱਗ ਪੈਂਦੇ ਹਨ। ਇੱਕ ਹੋਰ ਕੀੜਾ ਖਤਰਾ ਆਉਣ ਸਮੇਂ ਆਪਣੇ ਆਲੇ ਦੁਆਲੇ ਮੱਕੜੀ ਵਾਂਗ ਜਾਲੇ ਅਤੇ ਮਿੱਟੀ ਦੀ ਇੱਕ ਮਿਲੀ ਜੁਲੀ ਤਹਿ ਬਣਾ ਲੈਂਦਾ ਹੈ, ਤਾਂ ਜੋ ਸ਼ਿਕਾਰੀ ਜਾਨਵਰ ਉਹਨੂੰ ਕੇਵਲ ਮਿੱਟੀ ਦਾ ਢੇਲਾ ਸਮਝ ਕੇ ਜਲਦੀ ਹੀ ਉਤਨਾ ਹੀ ਖਹਿੜਾ ਛੱਡ ਦੇਣ। ਆਪਣੇ ਇਸ ਰੂਪ ਵਿੱਚ ਇਹ ਬਹੁਤ ਹੌਲੀ ਤੁਰਦਾ ਹੈ, ਪਰ ਖਤਰਾ ਦੂਰ ਹੋ ਜਾਣ 'ਤੇ ਆਪਣਾ ਭੇਖ ਉਤਾਰ ਕੇ ਉਹ ਆਪਣੇ ਅਸਲੀ ਰੂਪ ਵਿੱਚ ਆ ਜਾਂਦਾ ਹੈ ਅਤੇ ਬੜੀ ਚੁਸਤੀ ਨਾਲ ਇੱਧਰ ਉੱਧਰ ਫਿਰਨ ਲੱਗ ਪੈਂਦਾ ਹੈ। ਸ਼ਹਿਦ ਦੀਆਂ ਮੱਖੀਆਂ ਦੀ ਸੂਝ ਸਿਆਣਪ ਤਾਂ ਬਹੁਤ ਹੀ ਪ੍ਰਭਾਵਕ ਹੈ। ਜਦ ਉਹਨਾਂ ਦੇ ਛੱਤੇ ਲੱਗੇ ਕੋਈ ਕਮਜ਼ੋਰ ਵੈਰੀ ਆ ਪਹੁੰਚਦਾ ਹੈ ਤਾਂ ਛੱਤੇ ਦੇ ਬਾਹਰ ਖੜੇ ਪਹਿਰੇਦਾਰ ਹੀ ਉਹਨੂੰ ਡੰਗ ਮਾਰ ਕੇ ਪੱਧਰਿਆਂ ਕਰ ਦਿੰਦੇ ਹਨ ਅਤੇ ਉਹਦੀ ਲੋਥ ਨੂੰ ਚੁੱਕ ਕੇ ਬਾਹਰ ਸੁੱਟ ਆਉਂਦੇ ਹਨ। ਛੱਤੇ ਦਾ ਕੰਮ ਆਮ ਦੀ ਤਰ੍ਹਾਂ ਚੱਲਦਾ ਰਹਿੰਦਾ ਹੈ, ਜਿਵੇਂ ਕਿ ਕੋਈ ਧਿਆਨ ਦੇਣ ਯੋਗ ਘਟਨਾ ਵਾਪਰੀ ਨਹੀਂ ਹੁੰਦੀ। ਪਰ ਜੇ ਸਨੇਲ ਵਰਗਾ ਕੋਈ ਕੁਝ ਵੱਡਾ ਜੀਵ ਉਹਨਾਂ ਦੇ ਛੱਤੇ 'ਤੇ ਹਮਲਾ ਕਰ ਦੇਵੇ ਤਾਂ ਛੱਤੇ ਦੀਆਂ ਸਭ ਮੱਖੀਆਂ ਵਿੱਚ ਹਫੜਾ ਦਫੜੀ ਮਚ ਜਾਂਦੀ ਹੈ ਅਤੇ ਸਭ ਆਪੋ ਆਪਣੇ ਹਥਿਆਰ ਤਿਆਰ ਕਰਕੇ ਵੈਰੀ 'ਤੇ ਅੰਧਾਧੁੰਦ ਹੱਲਾ ਬੋਲ ਦਿੰਦੀਆਂ ਹਨ। ਚਾਰੋਂ ਤਰਫੋਂ ਹੋਏ ਇਸ ਹਮਲੇ ਨਾਲ ਵੈਰੀ ਸਖਤ ਕਾਇਲ ਅਤੇ ਨਿਡਾਲ ਹੋ ਕੇ ਡਿੱਗ ਪੈਂਦਾ ਹੈ ਅਤੇ ਛੇਤੀ ਹੀ ਦਮ ਤੋੜ ਦਿੰਦਾ ਹੈ। ਪਰ ਫਿਰ ਇੱਕ ਇਹ ਸਮੱਸਿਆ ਪੈਦਾ ਹੋ ਜਾਂਦੀ ਹੈ ਕਿ ਇਸ ਭਾਰੇ ਸਰੀਰ ਵਾਲੇ ਵੈਰੀ ਨੂੰ ਛੇਤੀ ਤੋਂ ਛੇਤੀ ਬਾਹਰ ਕਿਵੇਂ ਕੱਢਿਆ ਜਾਏ, ਕਿਉਂਕਿ ਬਹੁਤ ਚਿਰ ਉਹਦੀ ਲਾਸ਼ ਦੇ ਉੱਥੇ ਪਏ ਰਹਿਣ ਨਾਲ ਸਾਰੇ ਛੱਤੇ ਵਿੱਚ ਸੜੇਹਾਨ ਫੈਲ ਜਾਣ ਦਾ ਖਤਰਾ ਹੋ ਜਾਂਦਾ ਹੈ। ਸਾਰੀਆਂ ਮੱਖੀਆਂ ਰਲ ਕੇ ਸਲਾਹ ਕਰਦੀਆਂ ਹਨ ਅਤੇ ਪ੍ਰਾਚੀਨ ਮਿਸਰੀਆਂ ਵਾਂਗ ਉਸ ਜੀਵ ਦੇ ਮ੍ਰਿਤਕ ਸਰੀਰ ਦੀ ਮੰਮੀ ਬਣਾਉਣ ਲਈ ਜੰਗਲ ਵਿੱਚ ਇੱਧਰ ਉੱਧਰ ਫਿਰ ਕੇ ਫੁੱਲਾਂ ਵਿੱਚੋਂ ਬਰੋਜ਼ੇ ਵਰਗਾ ਇੱਕ ਲੇਸਦਾਰ ਰਸ ਇਕੱਠਾ ਕਰ ਲਿਆਉਂਦੀਆਂ ਹਨ ਅਤੇ ਉਸ ਦੇ ਆਲੇ ਦੁਆਲੇ ਇੱਕ ਸਖਤ ਗਲਾਫ ਬਣਾ ਦਿੰਦੀਆਂ ਹਨ, ਜਿਸ ਕਾਰਨ ਉਹ ਗਲਣ ਸੜਨ ਤੋਂ ਬਚ ਜਾਂਦਾ ਹੈ। ਪਰ ਸਨੇਲ ਦਾ ਮਾਸ ਇਤਨਾ ਨਰਮ ਹੁੰਦਾ ਹੈ, ਉਸ ਨੂੰ ਆਸਾਨੀ ਨਾਲ ਡੰਗ ਵੱਜ ਸਕਦਾ ਹੈ। ਪਰ ਜੇ ਸਨੇਲ ਦੀ ਥਾਂ ਕਿਸੇ ਸਖਤ ਖੌਲ ਵਾਲੇ ਜੀਵ ਨਾਲ ਸ਼ਹਿਦ ਦੀਆਂ ਮੱਖੀਆਂ ਦੀ ਮੁੱਠਭੇੜ ਹੋ ਜਾਏ ਤਾਂ ਆਪਣੀ ਚਾਲ ਬਦਲ ਲੈਂਦੀਆਂ ਹਨ। ਹਮਲਾ ਹੋਣ ਸਮੇਂ ਘਿਰਿਆ ਹੋਇਆ ਵੈਰੀ ਕੱਛੂ ਕੁੰਮੇ ਵਾਂਗ ਆਪਣੇ ਆਪ ਨੂੰ ਸਖਤ ਖੋਲ ਵਿੱਚ ਲੁਕਾ ਲੈਂਦਾ ਹੈ ਅਤੇ ਮੱਖੀਆਂ ਨੂੰ ਡੰਗ ਮਾਰ ਕੇ ਨਹੀਂ ਮਾਰ ਸਕਦੀਆਂ। ਇਸ ਲਈ ਉਹ ਉਹਨੂੰ ਬਰੋਜ਼ੇ ਵਰਗੇ ਇੱਕ ਚਿਪਚਿਪੇ ਤਰ ਨਾਲ ਉਸੇ ਥਾਂ ਚਿਪਕਾ ਦਿੰਦੀਆਂ ਹਨ। ਉਹ ਉਸੇ ਥਾਂ 'ਤੇ ਦਮ ਕੁੱਟੇ ਜਾਣ ਨਾਲ ਮਰ ਜਾਂਦਾ ਹੈ।
ਇਸ ਤੋਂ ਸਪਸ਼ਟ ਹੁੰਦਾ ਹੈ ਕਿ ਜੀਵ ਕੇਵਲ ਮਸ਼ੀਨ ਵਾਂਗ ਹੀ ਕੰਮ ਨਹੀਂ ਕਰਦੇ, ਬਲਕਿ ਆਪਣਾ ਦਿਮਾਗ ਵੀ ਵਰਤਦੇ ਹਨ। ਕਈ ਕੀੜੇ ਸੰਕਟ ਸਮੇਂ ਆਪਣੇ ਆਪ ਨੂੰ ਪੂਰੇ ਜ਼ਬਤ ਵਿੱਚ ਬੰਨ੍ਹ ਲੈਂਦੇ ਹਨ। ਜਦੋਂ ਸ਼ਿਕਾਰ ਜਾਂ ਲੜਾਈ 'ਤੇ ਜਾਂਦੇ ਹਨ ਤਾਂ ਉਹਨਾਂ ਦੀ ਸੈਨਾ ਇੱਕ ਨਿਸ਼ਚਿਤ ਤਰਤੀਬ ਅਤੇ ਸਿਆਣਪ ਨਾਲ ਅਗਾਂਹ ਵੱਧਦੀ ਹੈ, ਜਿਸ ਦੀ ਅਸੀਂ ਸ਼ਲਾਘਾ ਕਰਨ ਤੋਂ ਨਹੀਂ ਰਹਿ ਸਕਦੇ। ਉਸ ਸਮੇਂ ਇਹਨਾਂ ਦੇ ਲੀਡਰ, ਸੈਨਿਕ ਅਤੇ ਜਾਸੂਸ ਪੂਰੀ ਜ਼ਿੰਮੇਵਾਰੀ ਨਾਲ ਆਪੋ ਆਪਣੀ ਡਿਊਟੀ ਸੰਭਾਲ ਲੈਂਦੇ ਹਨ। ਪਰ ਸ਼ਹਿਦ ਦੀਆਂ ਮੱਖੀਆਂ ਵਿੱਚ ਸਭ ਤੋਂ ਹੈਰਾਨ ਕਰ ਦੇਣ ਵਾਲੀ ਗੱਲ ਉਹਨਾਂ ਦੀ ਅਕਲ ਹੈ, ਜਿਸ ਦੁਆਰਾ ਉਹ ਕਿਸੇ ਕਾਰਨ ਆਪਣੀ ਰਾਣੀ ਗਵਾ ਬੈਠਣ 'ਤੇ ਨਵੀਂ ਰਾਣੀ ਪੈਦਾ ਕਰਦੇ ਹਨ। ਇਹਨਾਂ ਵਿੱਚ ਮਾਦਾ ਮੱਖੀਆਂ ਕੰਮ ਕਰਦੀਆਂ ਹਨ ਅਤੇ ਨਰ ਬਿਲਕੁਲ ਨਿਕੰਮੇ ਰਹਿੰਦੇ ਹਨ। ਮਾਦਾ ਮੱਖੀਆਂ ਅਸਲ ਵਿੱਚ ਅਲਿੰਗੀ ਹੁੰਦੀਆਂ ਹਨ। ਇਹਨਾਂ ਦੀ ਮਾਤਾ ਨੇ ਇਹਨਾਂ ਦੇ ਉਪਜ ਦੇ ਅੰਗ ਬਿਲਕੁਲ ਨਿਕੰਮੇ ਕਰ ਦਿੱਤੇ ਹੁੰਦੇ ਹਨ। ਜਦ ਇਹ ਲਾਰਵਾ ਜਾਂ ਸੁੰਡੀ ਦੀ ਹਾਲਤ ਵਿੱਚ ਹੁੰਦੀਆਂ ਹਨ ਤਾਂ ਮਾਤਾ ਇਹਨਾਂ ਨੂੰ ਪਰਵਰਿਸ਼ ਕਰਨ ਲਈ ਗਿਣੀ ਮਿੱਥੀ ਖੁਰਾਕ ਹੀ ਦਿੰਦੀ ਹੈ। ਇਹ ਭਾਵੇਂ ਭੁੱਖ ਨਾਲ ਕਿੰਨਾ ਵੀ ਕਿਉਂ ਨਾ ਤੜਫਣ, ਉਹ ਇਹਨਾਂ 'ਤੇ ਜ਼ਰਾ ਤਰਸ ਨਹੀਂ ਕਰਦੀ ਅਤੇ ਮੱਖੀ ਦੇ ਪੂਰੀ ਤਰ੍ਹਾਂ ਪਲਣ ਤੋਂ ਪਹਿਲਾਂ ਹੀ ਉਹ ਲਾਰਵਾ ਨੂੰ ਬੰਦ ਕਰ ਦਿੰਦੀ ਹੈ। ਇਸ ਤਰ੍ਹਾਂ ਉਹਨਾਂ ਦੇ ਉਪਜ ਦੇ ਅੰਗ ਪੂਰੀ ਤਰ੍ਹਾਂ ਨਹੀਂ ਵੱਧਦੇ। ਪਰ ਜੇ ਕਿਸੇ ਕਾਰਨ ਉਹਨਾਂ ਦੀ ਰਾਣੀ ਮਰ ਜਾਏ ਤਾਂ ਉਹ ਆਪਣੀ ਮਰਜ਼ੀ ਨਾਲ ਛੱਤੇ ਦੇ ਸ਼ਾਸਨ ਪ੍ਰਬੰਧ ਲਈ ਇੱਕ ਹੋਰ ਰਾਣੀ ਪੈਦਾ ਕਰਨ ਵਿੱਚ ਰੁੱਝ ਜਾਂਦੀਆਂ ਹਨ। ਉਹ ਛੱਤੇ ਦੇ ਇੱਕ ਪਾਸੇ ਕਾਫੀ ਮਾਤਰਾ ਵਿੱਚ ਖੁਰਾਕ ਇਕੱਠੀ ਕਰ ਲੈਂਦੀਆਂ ਹਨ। ਫਿਰ ਇੱਕ ਵੱਡਾ ਸਾਰਾ ਕਮਰਾ, ਜੋ ਛੱਤੇ ਦੇ ਆਮ ਕਮਰੇ ਨਾਲੋਂ 40-50 ਗੁਣਾ ਵੱਡਾ ਹੁੰਦਾ ਹੈ, ਬਣਾ ਲੈਂਦੀਆਂ ਹਨ ਅਤੇ ਕਿਸੇ ਇੱਕ ਲਾਰਵਾ ਨੂੰ ਪਕੜ ਕੇ ਉਸ ਕਮਰੇ ਵਿੱਚ ਲੈ ਆਉਂਦੀਆਂ ਹਨ। ਫਿਰ ਉਹ ਉਸ ਨੂੰ ਬੜੀ ਨਰੋਈ ਅਤੇ ਤਾਕਤਵਰ ਗਜ਼ਾ ਖਵਾਉਣੀ ਸ਼ੁਰੂ ਕਰ ਦਿੰਦੀਆਂ ਹਨ। ਇਸ ਨਾਲ ਉਹਨਾਂ ਦੇ ਉਪਜ ਦੇ ਅੰਗ ਬਣਨੇ ਸ਼ੁਰੂ ਹੋ ਜਾਂਦੇ ਹਨ ਅਤੇ ਜਵਾਨ ਹੋਣ 'ਤੇ ਉਹਨੂੰ ਰਾਣੀ ਬਣਨ ਦਾ ਅਧਿਕਾਰ ਪ੍ਰਾਪਤ ਹੋ ਜਾਂਦਾ ਹੈ। ਮੱਖੀ ਦੀ ਇੱਕ ਹੋਰ ਕਿਸਮ ਹੁੰਦੀ ਹੈ ਜੋ ਕੇਵਲ ਪਸ਼ੂਆਂ 'ਤੇ ਹੀ ਹਮਲਾ ਕਰਦੀ ਹੈ। ਇੱਕ ਵਾਰ ਵੇਖਿਆ ਗਿਆ ਕਿ ਉਹ ਇੱਕ ਰੇਨਡੀਅਰ ਦਾ, ਜੋ ਇੱਕ ਗੱਡੀ ਨੂੰ ਬੜੀ ਤੇਜ਼ ਰਫ਼ਤਾਰ ਨਾਲ ਖਿੱਚ ਰਿਹਾ ਸੀ, ਸਾਰਾ ਦਿਨ ਪਿੱਛਾ ਕਰਦੀ ਰਹੀ ਤਾਂ ਜੋ ਉਹਦੀ ਚਮੜੀ ਵਿੱਚ ਡੰਗ ਮਾਰ ਕੇ ਉਸ ਵਿੱਚ ਆਪਣਾ ਆਂਡਾ ਦੇ ਸਕੇ। ਕੀੜੇ ਪਤੰਗੇ, ਜੋ ਖਾਸ ਕਰਕੇ ਆਕਾਰ ਵਿੱਚ ਬਹੁਤ ਹੀ ਛੋਟੇ ਹੁੰਦੇ ਹਨ, ਆਪਣੀ ਮਮਤਾ ਦਾ ਸਾਡੇ ਸਿਰ 'ਤੇ ਬੜਾ ਪ੍ਰਭਾਵ ਪਾਉਂਦੇ ਹਨ। ਕਈ ਤਿਤਲੀਆਂ ਆਪਣੇ ਆਂਡਿਆਂ ਦੀ ਰੱਖਿਆ ਲਈ ਆਪਣੇ ਸਰੀਰ ਦੇ ਸਾਰੇ ਵਾਲ ਲਾ ਦਿੰਦੀਆਂ ਹਨ ਅਤੇ ਜਦ ਇਹ ਮਮਤਾ ਦਾ ਵਿਖਾਵਾ ਕਰ ਚੁੱਕਦੀਆਂ ਹਨ ਤਾਂ ਨਾਲ ਹੀ ਉਹਨਾਂ ਦੇ ਜੀਵਨ ਦਾ ਭੋਗ ਵੀ ਪੈ ਜਾਂਦਾ ਹੈ। ਬੰਬਿਕਸ ਨਾਂ ਦਾ ਇੱਕ ਕੀੜਾ ਆਪਣੇ ਆਂਡੇ ਦੇਣ ਵਾਲੀ ਥਾਂ ਦੂਰ ਤੀਹ ਤਹਿ ਬਣਾਉਂਦਾ ਹੈ। ਇੱਕ ਤਹਿ ਬਰੂੰਗਲਾ ਦੀ ਹੁੰਦੀ ਹੈ, ਜਿਸ 'ਤੇ ਪਏ ਆਂਡੇ ਨਿੱਘੇ ਰਹਿੰਦੇ ਹਨ, ਅਤੇ ਦੂਜੀ ਤਹਿ ਛੱਤ 'ਤੇ ਲੱਗੀਆਂ ਟਾਈਲਾਂ ਵਾਂਗ ਸੰਘਣੇ ਵਾਲਾਂ ਦੀ ਬਣੀ ਹੁੰਦੀ ਹੈ, ਜੋ ਆਂਡਿਆਂ ਨੂੰ ਮੀਂਹ ਹਨੇਰੀ ਦੇ ਹਾਨੀਕਾਰਕ ਅਸਰ ਤੋਂ ਬਚਾਉਂਦੀ ਹੈ। ਕਈ ਜ਼ਹਿਰੀਲੇ ਕੀੜੇ ਪਤੰਗਿਆਂ ਦਾ ਆਪਣੇ ਬੱਚਿਆਂ ਨਾਲ ਇਤਨਾ ਪਿਆਰ ਹੁੰਦਾ ਹੈ ਕਿ ਉਹ ਉਹਨਾਂ ਦੀ ਰੱਖਿਆ ਲਈ ਆਪਣਾ ਆਪ ਵਾਰ ਦਿੰਦੇ ਹਨ। ਜਿਵੇਂ ਹੀ ਇਸ ਸ਼੍ਰੇਣੀ ਦਾ ਕੀੜਾ, ਜਿਸ ਦਾ ਸਰੀਰ ਆਂਡਿਆਂ ਨਾਲ ਫੈਲਿਆ ਹੁੰਦਾ ਹੈ, ਸਾਰੇ ਆਂਡੇ ਦੇ ਚੁੱਕਦਾ ਹੈ ਤਾਂ ਉਹ ਆਪਣੀ ਥੈਲੀ ਰੂਪੀ ਸਰੀਰ ਨਾਲ ਆਂਡਿਆਂ ਨੂੰ ਪੂਰੀ ਤਰ੍ਹਾਂ ਕੱਜ ਕੇ ਨਾਲ ਹੀ ਸਵਾਸ ਤਿਆਗ ਦਿੰਦਾ ਹੈ। ਇਸ ਤਰ੍ਹਾਂ ਉਹਦੇ ਆਂਡੇ ਮੀਂਹ ਹਨੇਰੀ ਤੋਂ ਬਚੇ ਰਹਿੰਦੇ ਹਨ। ਕਈ ਕੀੜੇ ਪਤੰਗੇ ਆਪਣੀ ਮਮਤਾ ਇੱਕ ਹੋਰ ਢੰਗ ਨਾਲ ਵੀ ਪ੍ਰਗਟਾਉਂਦੇ ਹਨ। ਉਹ ਆਪਣੇ ਬੱਚਿਆਂ ਨੂੰ ਪਾਲਣ ਲਈ ਆਪਣਾ ਆਪ ਵਾਰਨ ਦੀ ਥਾਂ ਦੂਜੇ ਕੀੜੇ ਮਕੌੜਿਆਂ ਨੂੰ ਮਾਰ ਲਿਆਉਂਦੇ ਹਨ। ਕਈ ਕਿਸਮ ਦੇ ਲਾਰਵਿਆਂ ਨੂੰ ਖੁਰਾਕ ਲਈ ਜਿਉਂਦੇ ਜੀਵ ਚਾਹੀਦੇ ਹਨ। ਉਹਨਾਂ ਦੀ ਮਾਤਾ ਉਹਨਾਂ ਜੀਵਾਂ ਨੂੰ ਪਕੜ ਕੇ ਨਹੀਂ ਲਿਆ ਸਕਦੀ, ਇਸ ਲਈ ਉਹ ਸ਼ਿਕਾਰ ਨੂੰ ਡੰਗ ਮਾਰ ਕੇ ਪਹਿਲਾਂ ਬੇਹੋਸ਼ ਕਰ ਲੈਂਦੀ ਹੈ। ਜਦ ਆਂਡੇ ਵਿੱਚੋਂ ਲਾਰਵਾ ਬਾਹਰ ਨਿਕਲਦਾ ਹੈ ਤਾਂ ਇਸ ਬੇਹੋਸ਼ ਪਏ ਜੀਵ ਨੂੰ ਲਾਗੇ ਪਿਆ ਵੇਖ ਕੇ ਹੜੱਪ ਕਰ ਜਾਂਦਾ ਹੈ। ਸਫੈਕਸ ਕਿਸਮ ਦੇ ਪਤੰਗੇ ਦੀ ਮਾਤਾ ਪਹਿਲਾਂ ਜ਼ਮੀਨ ਵਿੱਚ ਇੱਕ ਛੇਕ ਕਰਕੇ ਉਸ ਦੀ ਤਹਿ ਵਿੱਚ ਆਪਣਾ ਆਂਡਾ ਦੇ ਦਿੰਦੀ ਹੈ ਅਤੇ ਫਿਰ ਕਿਸੇ ਸੁੰਡੀ ਜਾਂ ਮੱਕੜੀ ਨੂੰ ਦਾਅ ਨਾਲ ਡੰਗ ਮਾਰ ਕੇ ਉਸ ਛੇਕ ਵਿੱਚ ਸੁੱਟ ਦਿੰਦੀ ਹੈ। ਫਿਰ ਉਸ ਛੇਕ ਨੂੰ ਇੱਕ ਨਿੱਕੇ ਜਿਹੇ ਪੱਥਰ ਨਾਲ ਢੱਕ ਦਿੰਦੀ ਹੈ। ਇਸ ਪਿੱਛੋਂ ਉਹਦੀ ਮਮਤਾ ਦਾ ਕਰਤੱਵ ਖਤਮ ਹੋ ਜਾਂਦਾ ਹੈ ਅਤੇ ਉਹ ਬੱਚੇ ਨੂੰ ਆਪਣੀ ਕਿਸਮਤ 'ਤੇ ਛੱਡ ਦਿੰਦੀ ਹੈ। ਕਈ ਪਤੰਗਿਆਂ ਦੇ ਲਾਰਵੇ ਭਾਵੇਂ ਬਹੁਤ ਛੋਟੇ ਹੁੰਦੇ ਹਨ, ਪਰ ਨਾਲ ਹੀ ਦਲੇਰ ਵੀ ਬੜੇ ਹੁੰਦੇ ਹਨ। ਉਹ ਵੱਡੀਆਂ ਵੱਡੀਆਂ ਸੁੰਡੀਆਂ ਨੂੰ ਜਾ ਘੇਰ ਕੇ ਉਹਦੇ ਸਰੀਰ ਨਾਲ ਚਿੰਬੜ ਜਾਂਦੇ ਹਨ ਅਤੇ ਤਦ ਤੱਕ ਉਹਦਾ ਪਿੱਛਾ ਨਹੀਂ ਛੱਡਦੇ ਜਦ ਤੱਕ ਕਿ ਉਹਨੂੰ ਪੂਰੀ ਤਰ੍ਹਾਂ ਖਤਮ ਨਹੀਂ ਕਰ ਲੈਂਦੇ। ਉਹਨਾਂ ਦੀ ਮਾਤਾ, ਜਿਸ ਦੇ ਮੂੰਹ ਨਾਲ ਸ਼ੇਕ ਕਰਨ ਵਾਲਾ ਇੱਕ ਜੰਤਰ ਲੱਗਾ ਹੁੰਦਾ ਹੈ, ਕਿਸੇ ਹੋਰ ਸੁੰਡੀ ਦੇ ਸਰੀਰ ਵਿੱਚ ਉਸ ਨਾਲ ਸ਼ੇਕ ਕਰਕੇ ਉਸ ਵਿੱਚ ਆਪਣੇ ਆਂਡੇ ਦੇ ਦਿੰਦੀ ਹੈ। ਜਦ ਲਾਰਵਾ ਆਂਡਿਆਂ ਵਿੱਚੋਂ ਬਾਹਰ ਨਿਕਲਦਾ ਹੈ ਤਾਂ ਉਹ ਪਹਿਲਾਂ ਸੁੰਡੀ ਦੀ ਚਰਬੀ 'ਤੇ ਪਲਦਾ ਰਹਿੰਦਾ ਹੈ। ਜਦ ਉਹ ਵੱਡਾ ਹੋ ਜਾਂਦਾ ਹੈ ਤਾਂ ਉਹਨੂੰ ਉਹਦੇ ਅੰਦਰਲੇ ਅੰਗਾਂ ਨੂੰ ਖਾਣਾ ਸ਼ੁਰੂ ਕਰ ਦਿੰਦਾ ਹੈ। ਜਦ ਸੁੰਡੀ ਮਰ ਮੁੱਕ ਜਾਂਦੀ ਹੈ ਤਾਂ ਲਾਰਵਾ ਉਹਨਾਂ ਛੇਕਾਂ ਤੋਂ ਬਾਹਰ ਆ ਕੇ ਸੁੰਡੀ ਦੀ ਲਾਸ਼ ਨੂੰ ਰੇਸ਼ਮ ਵਰਗੀ ਬਰੀਕ ਜਿਹੀ ਝਿੱਲੀ ਨਾਲ ਪੂਰਨ ਤੌਰ 'ਤੇ ਕੱਜ ਦਿੰਦਾ ਹੈ। ਗੋਬਰ ਵਿੱਚ ਰਹਿਣ ਵਾਲਾ ਬਿੰਡਾ, ਜਿਸ ਨੂੰ ਪ੍ਰਾਚੀਨ ਮਿਸਰ ਵਿੱਚ ਬੜਾ ਪਵਿੱਤਰ ਮੰਨਿਆ ਜਾਂਦਾ ਸੀ, ਆਪਣੇ ਇੱਕੋ ਆਂਡੇ ਦੀ ਰੱਖਿਆ ਲਈ ਔਖੇ ਤੋਂ ਔਖੇ ਕੰਮ ਵੀ ਕਰ ਲੈਂਦਾ ਹੈ। ਜਿਵੇਂ ਹੀ ਉਹਦੀ ਮਾਦਾ ਆਂਡਾ ਦਿੰਦੀ ਹੈ, ਉਹ ਬਨਸਪਤੀ ਦੇ ਪਲਣ ਵਾਲੇ ਜੀਵ ਦਾ ਥੋੜ੍ਹਾ ਜਿਹਾ ਗੋਬਰ ਲੈ ਕੇ ਉਸ ਵਿੱਚ ਆਂਡਾ ਰੱਖ ਦਿੰਦੀ ਹੈ ਅਤੇ ਉਹਨੂੰ ਆਪਣੇ ਸਰੀਰ ਦੇ ਆਕਾਰ ਜਿੱਡਾ ਗੋਲ ਗੇਂਦ ਬਣਾ ਕੇ ਆਪਣੀਆਂ ਪਿਛਲੀਆਂ ਲੱਤਾਂ ਦੀ ਮਦਦ ਨਾਲ ਇੱਧਰ ਉੱਧਰ ਰੇੜਦੀ ਰਹਿੰਦੀ ਹੈ। ਇਸ ਤਰ੍ਹਾਂ ਉਹਦੇ ਗਿਰਦ ਮਿੱਟੀ ਅਤੇ ਰੇਤ ਦਾ ਇੱਕ ਸਖਤ ਖੋਲ ਚੜ੍ਹਾ ਦਿੰਦੀ ਹੈ। ਇਸ ਕੰਮ ਵਿੱਚ ਉਹ ਬੜੀ ਸਿਦਕ ਦਿਲੀ ਵਰਤਦੀ ਹੈ। ਇਸ ਕੰਮ ਦੇ ਦੌਰਾਨ ਵਿੱਚ ਜੇ ਰਾਹ ਵਿੱਚ ਕੋਈ ਉਚਾਨ ਜਾਂ ਢਲਾਣ ਆ ਜਾਏ ਤਾਂ ਫਿਰ ਵੀ ਉਹ ਸਾਰਾ ਤਾਣ ਲਾ ਕੇ ਇਹ ਗੋਬਰ ਦਾ ਨਿੱਕਾ ਜਿਹਾ ਗੇਂਦ
ਧੋਈ ਜਾਂਦੀ ਹੈ। ਕਈ ਵਾਰ ਇਹ ਗੇਂਦ ਉਹਦੇ ਹੱਥੋਂ ਨਿਕਲ ਕੇ ਥੱਲੇ ਵੱਲ ਰਿੜ ਜਾਂਦਾ ਹੈ। ਜੇ ਰਾਹ ਵਿੱਚ ਉਹ ਗੇਂਦ ਕਿਸੇ ਹੋਰ ਸਾਥੀ ਬੀਂਡੇ ਦੇ ਹੱਥ ਆ ਜਾਏ ਜਾਂ ਕਿਸੇ ਘਾਹ ਵਿੱਚ ਹੀ ਗਵਾਚ ਜਾਏ ਤਾਂ ਉਹ ਫਿਰ ਇੱਕ ਹੋਰ ਆਂਡਾ ਦੇ ਕੇ ਗੋਹੇ ਦਾ ਪਹਿਲਾ ਵਰਗਾ ਹੀ ਇੱਕ ਹੋਰ ਗੇਂਦ ਬਣਾ ਕੇ ਆਪਣਾ ਕੰਮ ਮੁੱਢ ਤੋਂ ਸ਼ੁਰੂ ਕਰ ਦਿੰਦੀ ਹੈ। ਜਦ ਗੇਂਦ ਰੇਤ ਅਤੇ ਮਿੱਟੀ ਨਾਲ ਆਕਾਰ ਵਿੱਚ ਵੱਡਾ, ਗੋਲ ਅਤੇ ਸਖਤ ਬਣ ਜਾਂਦਾ ਹੈ ਤਦ ਉਹ ਜ਼ਮੀਨ ਵਿੱਚ ਇੱਕ ਛੇਕ ਮਾਰ ਕੇ ਉਸ ਗੇਂਦ ਨੂੰ ਦਬਾ ਦਿੰਦੀ ਹੈ। ਇਸ ਤਰ੍ਹਾਂ ਆਪਣੀ ਕਿਸਮਤ 'ਤੇ ਛੱਡ ਦਿੰਦੀ ਹੈ। ਆਂਡੇ ਨੂੰ ਦਬਾਉਣ ਪਿੱਛੋਂ ਬੀਂਡੇ ਦਾ ਆਪਣੀ ਔਲਾਦ ਪ੍ਰਤੀ ਕਰਤੱਵ ਖਤਮ ਹੋ ਜਾਂਦਾ ਹੈ। ਇਸ ਤਰ੍ਹਾਂ ਆਪਣੇ ਕਰਤੱਵ ਨੂੰ ਅਣਥੱਕ ਮਿਹਨਤ ਅਤੇ ਸਿਦਕ ਦਿਲੀ ਨਾਲ ਪਲਦਿਆਂ ਵੇਖ ਕੇ ਪ੍ਰਾਚੀਨ ਮਿਸਰੀਆਂ ਨੇ ਇਸ ਨੂੰ ਆਪਣੇ ਧਰਮ ਵਿੱਚ ਉੱਚਾ ਸਥਾਨ ਦੇ ਦਿੱਤਾ ਅਤੇ ਇਸ ਦੀਆਂ ਪੱਥਰ ਦੀਆਂ ਮੂਰਤੀਆਂ ਆਪਣੇ ਮੰਦਰਾਂ ਵਿੱਚ ਰੱਖ ਕੇ ਪੂਜਣ ਲੱਗ ਪਏ। ਸ਼ਿਕਾਰੀ ਕੀੜੇ ਪਤੰਗੇ। ਕਈ ਕੀੜੇ ਕੇਵਲ ਸ਼ਿਕਾਰ 'ਤੇ ਹੀ ਆਪਣਾ ਗੁਜ਼ਾਰਾ ਕਰਦੇ ਹਨ। ਇਹਨਾਂ ਸ਼ਿਕਾਰੀ ਕੀੜੇ ਪਤੰਗਿਆਂ ਨੂੰ ਉਹਨਾਂ ਦੇ ਸ਼ਿਕਾਰ ਕਰਨ ਦੇ ਵੱਖ-ਵੱਖ ਢੰਗਾਂ ਦੇ ਆਧਾਰ 'ਤੇ ਵੱਖ-ਵੱਖ ਸ਼੍ਰੇਣੀਆਂ ਵਿੱਚ ਵੰਡਿਆ ਗਿਆ ਹੈ। ਕਈ ਕੀੜੇ ਤਾਂ ਆਪਣੇ ਸ਼ਿਕਾਰ ਦਾ ਪਿੱਛਾ ਕਰਦਿਆਂ ਪਹਾੜੀਆਂ, ਟੀਲਿਆਂ, ਨਦੀਆਂ ਅਤੇ ਜੰਗਲਾਂ ਜਿਹੀਆਂ ਔਕੜਾਂ ਦੀ ਵੀ ਪਰਵਾਹ ਨਹੀਂ ਕਰਦੇ ਅਤੇ ਸ਼ੇਰ ਦੀ ਦਲੇਰੀ ਨਾਲ ਆਪਣੇ ਸ਼ਿਕਾਰ 'ਤੇ ਹਮਲਾ ਕਰਦੇ ਹਨ। ਕੈਰੇਬੀ ਅਤੇ ਟਾਈਗਰ ਬੀਟਲ ਨਾਂ ਦੇ ਬੀਂਡੇ ਸ਼ਿਕਾਰੀ ਕੀੜਿਆਂ ਦੀ ਇਸ ਸ਼੍ਰੇਣੀ ਵਿੱਚੋਂ ਹਨ। ਇਹ ਦੋਵੇਂ ਕਿਸਾਨ ਦੇ ਮਿੱਤਰ ਹਨ ਅਤੇ ਫਸਲ ਨੂੰ ਹਾਨੀਕਾਰਕ ਕੀੜਿਆਂ ਤੋਂ ਬਚਾਉਂਦੇ ਹਨ। ਕਈ ਵਾਰ ਇੱਕੋ ਸ਼੍ਰੇਣੀ ਦੇ ਕੀੜਿਆਂ ਦੀਆਂ ਆਦਤਾਂ ਵਿੱਚ ਜ਼ਮੀਨ ਅਸਮਾਨ ਦਾ ਫਰਕ ਹੁੰਦਾ ਹੈ। ਡਰੈਗਨ ਫਲਾਈ ਦਲਦਲੀ ਇਲਾਕਿਆਂ ਦੇ ਚਿੱਕੜ ਵਿੱਚ ਰਹਿੰਦੀ ਹੈ। ਇਸ ਦੇ ਉਲਟ ਇਸੇ ਕਿਸਮ ਦੀ ਇੱਕ ਹੋਰ ਡਰੈਗਨ ਫਲਾਈ ਜਿਸ ਨੂੰ ਐਂਟ ਲਾਈਨ ਕਹਿੰਦੇ ਹਨ ਦਾ ਲਾਰਵਾ ਰੇਤ ਅਤੇ ਸੜਦੀ ਧੁੱਪ ਵਿੱਚ ਰਹਿਣਾ ਪਸੰਦ ਕਰਦਾ ਹੈ। ਇਸ ਦਾ ਲਾਰਵਾ ਸੁੱਕੀ ਅਤੇ ਬਰੀਕ ਰੇਤ ਲੱਭ ਕੇ ਉਸ ਵਿੱਚ ਇੱਕ ਛੇਕ ਕਰ ਲੈਂਦਾ ਹੈ ਜਿਸ ਦੀ ਸ਼ਕਲ ਪੀਕ ਵਰਗੀ ਹੁੰਦੀ ਹੈ। ਇਸ ਛੇਕ ਦੇ ਥੱਲੇ ਲਾਰਵਾ ਇਸ ਢੰਗ ਨਾਲ ਲੁਕ ਕੇ ਬੈਠ ਜਾਂਦਾ ਹੈ ਕਿ ਕੇਵਲ ਉਹਦੇ ਅਗਲੇ ਜਬਾੜੇ ਹੀ ਨਜ਼ਰ ਆਉਂਦੇ ਹਨ। ਜਦੋਂ ਕੋਈ ਕੀੜਾ ਉਸ ਪੀਕ ਵਰਗੇ ਛੇਕ ਦੇ ਉੱਪਰਲੇ ਚੌੜੇ ਸਿਰੇ ਵਿੱਚ ਆ ਫਸਦਾ ਹੈ ਤਾਂ ਉਹ ਉਸ ਵਿੱਚੋਂ ਮੁੜ ਨਿਕਲ ਨਹੀਂ ਸਕਦਾ ਅਤੇ ਪੀਕ ਦੇ ਪਾਸਿਆਂ ਤੋਂ ਤਿਲਕ ਕੇ ਨਾਲੀ ਰੂਪੀ ਹਿੱਸੇ ਵਿੱਚ ਰਿੜ ਜਾਂਦਾ ਹੈ, ਜਿੱਥੇ ਸ਼ਿਕਾਰ ਦੀ ਤਾਕ ਵਿੱਚ ਬੈਠਾ ਬੀਂਡਾ ਸ਼ਿਕਾਰ ਨੂੰ ਆਪਣੇ ਜ਼ਬਰਦਸਤ ਜਬਾੜੇ ਨਾਲ ਚਿੱਥ ਕੇ ਹੜੱਪ ਕਰ ਜਾਂਦਾ ਹੈ। ਪਰ ਕਈ ਵਾਰ ਜੇ ਉਹ ਛੇਕ ਵਿੱਚ ਕੋਈ ਵੱਡਾ ਸਾਰਾ ਕੀੜਾ ਫਸ ਜਾਏ ਅਤੇ ਉਹ ਛੇਕ ਦੇ ਪੀਕ ਰੂਪੀ ਮੂੰਹ ਵਿੱਚੋਂ ਨਿਕਲਣ ਦੀ ਕੋਸ਼ਿਸ਼ ਕਰੇ ਤਾਂ ਰੇਤ ਸੜਕ ਕੇ ਥੱਲੇ ਡਿੱਗਣ ਲੱਗ ਪੈਂਦੀ ਹੈ, ਜਿਸ ਤੋਂ ਲਾਰਵੇ ਨੂੰ ਪਤਾ ਲੱਗ ਜਾਂਦਾ ਹੈ ਕਿ ਫਸਿਆ ਸ਼ਿਕਾਰ ਕੋਈ ਵੱਡਾ ਸਾਰਾ ਕੀੜਾ ਹੈ। ਇਸ ਲਈ ਉਸ 'ਤੇ ਸਿੱਧਾ ਹਮਲਾ ਕਰਨ ਦੀ ਥਾਂ ਉਹ ਉਸ ਦੇ ਥੱਲਿਓਂ ਉਤਾਂਹ ਵੱਲ ਦਬਾ ਦਬ ਰੇਤ ਸੁੱਟਣ ਲੱਗ ਪੈਂਦਾ ਹੈ। ਇਸ ਨਾਲ ਫਸੇ ਹੋਏ ਕੀੜੇ ਦੇ ਪੈਰ ਨਹੀਂ ਜੰਮਦੇ ਅਤੇ ਅੰਤ ਨੂੰ ਤਿਲਕ ਕੇ ਥੱਲੇ ਛੇਕ ਵਿੱਚ ਡਿੱਗ ਪੈਂਦਾ ਹੈ ਅਤੇ ਲਾਰਵਾ ਉਸ ਨੂੰ ਕਾਬੂ ਕਰ ਲੈਂਦਾ ਹੈ। ਜੇ ਲਾਰਵਾ ਆਪਣੇ ਸ਼ਿਕਾਰ ਦੀ ਰਹਿੰਦ ਖੂੰਹਦ ਉੱਥੇ ਹੀ ਟਿਕੀ ਰਹਿਣ ਦੇਵੇ ਤਾਂ ਉਹਦੇ ਪੀਕ ਰੂਪੀ ਘਰ ਵਿੱਚ ਕੀੜਿਆਂ ਮਕੌੜਿਆਂ ਦੀ ਲਾਸ਼ਾਂ ਦੇ ਅੰਬਾਰ ਹੀ ਲੱਗ ਜਾਣ ਅਤੇ ਨਵਾਂ ਸ਼ਿਕਾਰ ਆਪਣੇ ਪੁਰਾਣੇ ਖਤਮ ਹੋਏ ਸਾਥੀਆਂ ਦਾ ਇਹ ਤਰਸਯੋਗ ਅੰਤ ਵੇਖ ਕੇ ਉਸ ਛੇਕ ਦੇ ਲਾਗੇ ਵੀ ਨਾ ਫੜਕੇ। ਇਸ ਸਥਿਤੀ ਤੋਂ ਬਚਣ ਲਈ ਲਾਰਵਾ ਆਪਣੇ ਸ਼ਿਕਾਰ ਦਾ ਲਹੂ ਚੂਸਣ ਪਿੱਛੋਂ ਉਹਨੂੰ ਆਪਣੇ ਸਿਰ 'ਤੇ ਰੱਖ ਕੇ ਇਤਨੀ ਜ਼ੋਰ ਦੀ ਬਾਹਰ ਵੱਲ ਉਛਾਲਦਾ ਹੈ ਕਿ ਉਹ ਉਸ ਤੋਂ ਕਾਫੀ ਦੂਰ ਪਰੇ ਜਾ ਡਿੱਗਦਾ ਹੈ। ਕਈ ਸ਼ਿਕਾਰੀ ਕੀੜੇ ਇਤਨੇ ਸਿਆਣੇ ਨਹੀਂ ਹੁੰਦੇ, ਪਰ ਕੁਦਰਤ ਨੇ ਉਹਨਾਂ ਨੂੰ ਸਿਆਣਪ ਦੀ ਤਾਂ ਦਲੇਰੀ ਦੀ ਦੇਣ ਦੇ ਦਿੱਤੀ ਹੈ ਅਤੇ ਉਹ ਸ਼ਿਕਾਰੀ ਜਾਨਵਰਾਂ ਵਾਂਗ ਹੀ ਆਪਣੇ ਸ਼ਿਕਾਰ 'ਤੇ ਹਮਲਾ ਕਰਦੇ ਹਨ। ਉਹ ਹਵਾ ਵਿੱਚ ਉੱਡਦੇ ਕੀੜਿਆਂ ਨੂੰ ਬਾਜ ਵਾਂਗ ਝਪੱਟਾ ਮਾਰ ਕੇ ਦਬੋਚ ਲੈਂਦੇ ਹਨ। ਡਰੈਗਨ ਫਲਾਈ ਸ਼ਿਕਾਰੀ ਕੀੜਿਆਂ ਦੀ ਇਸ ਸ਼੍ਰੇਣੀ ਵਿੱਚੋਂ ਹੈ। ਕਈ ਮੱਕੜੀਆਂ ਤਾਣਾ ਬਾਣਾ ਬੁਣਨ ਵਿੱਚ ਨਿਪੁੰਨ ਹੁੰਦੀਆਂ ਹਨ। ਬਾਗਾਂ ਵਿੱਚ ਰਹਿਣ ਵਾਲੀਆਂ ਮੱਕੜੀਆਂ ਖਾਸ ਕਰਕੇ ਇਸ ਕੰਮ ਵਿੱਚ ਮੁਹਾਰਤ ਰੱਖਦੀਆਂ ਹਨ, ਪਰ ਘਰਾਂ ਵਿੱਚ ਰਹਿਣ ਵਾਲੀਆਂ ਮੱਕੜੀਆਂ ਦਾ ਜਾਲਾ ਸੁੰਦਰਤਾ ਵਿੱਚ ਇਤਨਾ ਪ੍ਰਭਾਵਕ ਨਹੀਂ ਹੁੰਦਾ ਜਿੰਨਾ ਕਿ ਬਣਾਵਟ ਵਿੱਚ। ਘਰ ਦੀ ਮੱਕੜੀ ਆਪਣਾ ਜਾਲਾ ਕੰਧਾਂ ਦੇ ਕੋਨਿਆਂ ਵਿੱਚ ਬਣਾਉਂਦੀ ਹੈ। ਇਹ ਜਾਲਾ ਇੱਕ ਤਹਿਖਾਨੇ ਦਾ ਕੰਮ ਕਰਦਾ ਹੈ। ਇਸ ਦੇ ਉੱਪਰ ਵਿੰਗੇ ਟੇਢੇ ਧਾਗਿਆਂ ਦਾ ਬੇਤਰਤੀਬੀ ਨਾਲ ਬਣਿਆ ਇੱਕ ਹੋਰ ਜਾਲਾ ਹੁੰਦਾ ਹੈ ਜਿਸ ਵਿੱਚ ਮੱਖੀਆਂ ਮੱਛਰ ਆ ਫਸਦੇ ਹਨ। ਪਰ ਮੱਕੜੀ ਦੀ ਸਭ ਤੋਂ ਜ਼ਿਆਦਾ ਸਿਆਣਪ ਉਸ ਦੀ ਥਾਂ ਦੀ ਬਣਾਵਟ ਤੋਂ ਟਪਕਦੀ ਹੈ ਜਿਸ ਵਿੱਚ ਸ਼ਿਕਾਰ ਦੀ ਤਾੜ ਵਿੱਚ ਇਹ ਆਪ ਲੁਕ ਕੇ ਬੈਠਦੀ ਹੈ। ਇਹ ਥਾਂ ਇੱਕ ਸੂਖਮ ਜਿਹੀ ਗੋਲ ਆਕਾਰ ਦੀ ਸੁਰੰਗ ਦੇ ਰੂਪ ਵਿੱਚ ਹੁੰਦੀ ਹੈ ਜਿਸ ਦੇ ਦੋ ਮੂੰਹ ਲੱਗੇ ਹੁੰਦੇ ਹਨ। ਇੱਕ ਮੂੰਹ ਖੱਤਿਜ ਦਿਸ਼ਾ ਵਿੱਚ ਹੁੰਦਾ ਹੈ ਜੋ ਜਾਲੇ ਦੇ ਜਾ ਖੁੱਲ੍ਹਦਾ ਹੈ ਅਤੇ ਦੂਜਾ ਮੂੰਹ ਖੜੇ ਰੁੱਖ ਹੁੰਦਾ ਹੈ ਜੋ ਥੱਲੇ ਵਾਲੇ ਜਾਲੇ ਵਿੱਚ ਜਾ ਖੁੱਲ੍ਹਦਾ ਹੈ। ਖੱਤਿਜ ਦਿਸ਼ਾ ਵਾਲੇ ਛੇਕ ਰਾਹੀਂ ਮੱਕੜੀ ਕਾਬੂ ਆਏ ਸ਼ਿਕਾਰ 'ਤੇ ਹਮਲਾ ਕਰਦੀ ਹੈ। ਮੱਕੜੀ ਇਸ ਗੱਲ ਦਾ ਖਾਸ ਖਿਆਲ ਰੱਖਦੀ ਹੈ ਕਿ ਆਪਣੇ ਸ਼ਿਕਾਰ ਦਾ ਲਹੂ ਚੂਸਣ ਪਿੱਛੋਂ ਰਹਿੰਦ ਖੂੰਹਦ ਜਾਲੇ ਵਿੱਚ ਹੀ ਲਟਕਿਆ ਨਾ ਰਹੇ ਅਤੇ ਜੋ ਨਵਾਂ ਸ਼ਿਕਾਰ ਉਸ ਤੋਂ ਖਬਰਦਾਰ ਹੋ ਕੇ ਕਿਤੇ ਉਹਦੇ ਹੱਥੋਂ ਨਾ ਨਿਕਲ ਜਾਏ। ਮੱਕੜੀ ਉਸ ਨੂੰ ਖੜੇ ਰੁੱਖ ਵਾਲੇ ਰਾਹ ਦੁਆਰਾ ਖਿੱਚ ਕੇ ਬਾਹਰ ਸੁੱਟ ਆਉਂਦੀ ਹੈ। ਕਈ ਵਾਰ ਜਦ ਮੱਕੜੀ ਨੂੰ ਆਪਣੀ ਜਾਨ ਦਾ ਖਤਰਾ ਪੈ ਜਾਏ ਤਾਂ ਉਹ ਆਪ ਹੀ ਇਸੇ ਰਾਹ ਦੁਆਰਾ ਹੀ ਬਾਹਰ ਨਿਕਲ ਜਾਂਦੀ ਹੈ। ਗਰਮ ਇਲਾਕੇ ਵਿੱਚ ਰਹਿਣ ਵਾਲੀ ਮੱਕੜੀ ਜ਼ਹਿਰੀਲੀ ਹੁੰਦੀ ਹੈ। ਇਸ ਦਾ ਜ਼ਹਿਰ ਉਗਲਣ ਦਾ ਜੰਤਰ ਬਿਲਕੁਲ ਸੱਪ ਦੇ ਜੰਤਰ ਵਾਂਗ ਬਣਿਆ ਹੁੰਦਾ ਹੈ, ਪਰ ਇਹਦੇ ਆਕਾਰ ਦੇ ਮੁਤਾਬਿਕ ਹੁੰਦਾ ਬਹੁਤ ਛੋਟਾ ਹੈ। ਇਸ ਦੇ ਮੂੰਹ ਵਿੱਚ ਦੰਦ ਹੁੰਦੇ ਹਨ ਜੋ ਅੰਦਰੋਂ ਖੋਖਲੇ ਹੁੰਦੇ ਹਨ। ਇਹਨਾਂ ਰਾਹੀਂ ਜ਼ਹਿਰ ਜ਼ਖਮ ਵਿੱਚ ਦਾਖਲ ਹੁੰਦੀ ਹੈ। ਇਹ ਜ਼ਹਿਰ ਇੱਕ ਖਾਸ ਗਿਲਟੀ ਵਿੱਚ ਪੈਦਾ ਹੁੰਦਾ ਹੈ ਜੋ ਮੱਕੜੀ ਦੇ ਹੇਠਲੇ ਜਬਾੜੇ ਵਾਲੇ ਦੰਦਾਂ ਦੇ ਥੱਲੇ ਹੁੰਦੀ ਹੈ। ਪਹਿਲਾਂ ਦੰਦਾਂ ਦੁਆਰਾ ਕੱਟੇ ਜਾਣ ਨਾਲ ਜ਼ਖਮ ਬਣ ਜਾਂਦਾ ਹੈ ਅਤੇ ਫਿਰ ਗਿਲਟੀ ਵਿੱਚੋਂ ਜ਼ਹਿਰ ਨਿਕਲ ਕੇ ਜ਼ਖਮ ਵਿੱਚ ਪਹੁੰਚ ਜਾਂਦੀ ਹੈ। ਕਈ ਮੱਕੜੀਆਂ ਤਾਂ ਬਹੁਤ ਹੀ ਜ਼ਹਿਰੀਲੀਆਂ ਹੁੰਦੀਆਂ ਹਨ। ਇਹਨਾਂ ਦੇ ਕੱਟੇ ਜਾਣ ਨਾਲ
ਖਾਸੇ ਵੱਡੇ ਜੀਵ ਫੌਰਨ ਮਰ ਜਾਂਦੇ ਹਨ। ਮੱਕੜੀ ਇਹ ਜ਼ਹਿਰ ਉਹਨਾਂ ਪੰਛੀਆਂ 'ਤੇ ਵਰਤਦੀ ਹੈ ਜਿਨ੍ਹਾਂ ਨੂੰ ਉਹਨੇ ਰੁੱਖਾਂ 'ਤੇ ਹੀ ਜਾ ਕਾਬੂ ਕਰਨਾ ਹੁੰਦਾ ਹੈ। ਕਈ ਵੱਡੇ ਆਕਾਰ ਦੀਆਂ ਮੱਕੜੀਆਂ, ਜਿਨ੍ਹਾਂ ਵਿੱਚ ਕਈ ਮਨੁੱਖ ਦੀ ਬੰਦ ਮੁੱਠੀ ਜਿੱਡੀਆਂ ਹੁੰਦੀਆਂ ਹਨ, ਕਈ ਵਾਰ ਚੂਚਿਆਂ ਅਤੇ ਕਬੂਤਰਾਂ ਜਿੱਡੇ ਵੱਡੇ ਪੰਛੀਆਂ ਨੂੰ ਧੌਣੋਂ ਪਕੜ ਕੇ ਉਹਨਾਂ ਦਾ ਲਹੂ ਚੂਸ ਲੈਂਦੀਆਂ ਹਨ। ਇਸ ਕਿਸਮ ਦੀਆਂ ਮੱਕੜੀਆਂ ਕੋਲੰਬੀਆ ਵਿੱਚ ਆਮ ਪਾਈਆਂ ਜਾਂਦੀਆਂ ਹਨ। ਲੜਾਕੇ ਕੀੜੇ ਤੇ ਦਾਸ ਪ੍ਰਥਾ। ਜਦ ਅਸੀਂ ਕੀੜੇ ਪਤੰਗਿਆਂ ਬਾਰੇ ਪੜ੍ਹਦੇ ਹਾਂ ਤਾਂ ਅਸੀਂ ਇਹਨਾਂ ਨਿੱਕੇ ਨਿੱਕੇ ਜੀਵਾਂ ਵਿੱਚ ਇਤਨਾ ਕ੍ਰੋਧ ਅਤੇ ਜੋਸ਼ ਵੇਖ ਕੇ ਹੈਰਾਨ ਰਹਿ ਜਾਂਦੇ ਹਾਂ। ਮਨੁੱਖਾਂ ਵਾਂਗ ਘਿਰਨਾ ਤੇ ਲੁੱਟਮਾਰ ਦੀ ਲਾਲਸਾ ਇਹਨਾਂ ਨੂੰ ਵੀ ਲੜਾਈ ਲਈ ਉਕਸਾਉਂਦੀ ਹੈ। ਇਹਨਾਂ ਘਟੀਆਂ ਜਜ਼ਬਿਆਂ ਦੇ ਅਧੀਨ ਉਹ ਖੂੰਖਾਰ ਵਹਿਸ਼ੀਆਂ ਵਾਂਗ ਲੜਾਈਆਂ ਕਰਦੇ ਹਨ ਤੇ ਤਾੜੀਆਂ ਵਾਂਗ ਲੁੱਟਮਾਰ ਕਰਦੇ ਹਨ। ਇਸ ਸ਼੍ਰੇਣੀ ਦੇ ਕੀੜਿਆਂ ਵਿੱਚ ਵਿਰੋਧੀ ਦਲ ਦੇ ਕੀੜਿਆਂ ਨੂੰ ਗੁਲਾਮ ਬਣਾ ਕੇ ਕੰਮ ਲੈਣ ਦੀ ਭਾਵਨਾ ਬੜੀ ਪ੍ਰਬਲ ਹੁੰਦੀ ਹੈ। ਆਪਣੀ ਹੋਂਦ ਕਾਇਮ ਰੱਖਣ ਲਈ ਉਹਨਾਂ ਲਈ ਸੇਵਕ ਰੱਖਣੇ ਬਹੁਤ ਜ਼ਰੂਰੀ ਹਨ। ਇਸ ਭਾਵਨਾ ਨੂੰ ਪੂਰਾ ਕਰਨ ਲਈ ਧੋਖਾ ਅਤੇ ਫਰੇਬ ਵਰਤ ਕੇ ਉਹ ਗੁਲਾਮਾਂ ਨੂੰ ਚੋਰੀ ਚੁੱਕ ਲਿਆਉਂਦੇ ਹਨ। ਕਈ ਕੀੜੇ ਦੂਜੇ ਕੀੜਿਆਂ ਨੂੰ ਮੂੰਹ ਵਿੱਚ ਚੁੱਕ ਕੇ ਲੈ ਜਾ ਰਹੇ ਆਮ ਵੇਖੇ ਜਾਂਦੇ ਹਨ। ਇਸ ਗੱਲ ਦਾ ਭੇਦ ਵਿਗਿਆਨਕ ਹਿਊਬਰ ਨੇ ਪਹਿਲੀ ਵਾਰ ਖੋਲ੍ਹਦਿਆਂ ਦੱਸਿਆ ਕਿ ਕਈ ਲੜਾਕੇ ਕੀੜੇ ਇੱਕ ਕਿਸਮ ਦੇ ਦੂਜੇ ਕਿਸਮ ਦੇ ਕੀੜਿਆਂ ਦੀ ਆਬਾਦੀ 'ਤੇ ਹਮਲਾ ਕਰਕੇ ਉਹਨਾਂ ਨੂੰ ਗੁਲਾਮ ਬਣਾ ਕੇ ਆਪਣੀ ਆਬਾਦੀ ਵਿੱਚ ਲੈ ਆਉਂਦੇ ਹਨ ਅਤੇ ਉਹਨਾਂ ਤੋਂ ਹਰ ਕਿਸਮ ਦਾ ਕੰਮ ਲੈਂਦੇ ਹਨ। ਤਾੜਵੀਆਂ ਦੀ ਇਸ ਸ਼੍ਰੇਣੀ ਵਿੱਚ ਸਭ ਤੋਂ ਪਹਿਲੀ ਥਾਂ ਲਾਲ ਕੀੜੇ ਦੀ ਹੈ। ਲਾਲ ਕੀੜੇ ਦਾ ਲਸ਼ਕਰ ਗੁਲਾਮਾਂ ਨੂੰ ਪਕੜਨ ਦੀ ਮੁਹਿੰਮ 'ਤੇ ਆਪਣੇ ਇਲਾਕੇ ਵਿੱਚੋਂ ਇੱਕ ਖਾਸ ਤਰਤੀਬ ਨਾਲ ਤੁਰਦਾ ਹੈ। ਇਹ ਮੁਹਿੰਮ ਆਮ ਤੌਰ 'ਤੇ ਰਾਤ ਪੈਣ 'ਤੇ ਸ਼ੁਰੂ ਹੁੰਦੀ ਹੈ। ਇਹ 4-4, 8-8 ਦੀਆਂ ਚੌੜੀਆਂ ਪਾਲਾਂ ਬਣਾ ਕੇ ਚੜ੍ਹਾਈ ਕਰਦੇ ਹਨ ਅਤੇ ਵੈਰੀ ਨੂੰ ਹਰਾ ਕੇ ਉਹਨਾਂ ਦੇ ਘਰਾਂ ਵਿੱਚ ਵੜ ਜਾਂਦੇ ਹਨ ਅਤੇ ਉੱਥੋਂ ਵੈਰੀ ਦੇ ਲਾਰਵੇ ਨੂੰ ਚੁੱਕ ਕੇ ਆਪਣੀ ਆਬਾਦੀ ਵੱਲ ਮੁੜ ਆਉਂਦੇ ਹਨ। ਅਤੇ ਜੇ ਕੋਈ ਵਿਰੋਧੀ ਕੀੜਾ ਉਹਨਾਂ ਦੇ ਰਾਹ ਵਿੱਚ ਰੁਕਾਵਟ ਪਾਵੇ ਤਾਂ ਉਹ ਉਹਨੂੰ ਚੁੱਕ ਕੇ ਪਰੇ ਮਾਰਦੇ ਹਨ। ਉਹ ਇਹਨਾਂ ਵੱਡੇ ਕੀੜਿਆਂ ਨੂੰ ਗੁਲਾਮ ਨਹੀਂ ਬਣਾਉਂਦੇ, ਕਿਉਂਕਿ ਵੱਡੀ ਉਮਰ ਦੇ ਗੁਲਾਮਾਂ ਨੂੰ ਸਿਖਾਉਣਾ ਔਖਾ ਹੁੰਦਾ ਹੈ। ਉਹ ਕੇਵਲ ਲਾਰਵਾ ਦੀ ਪਾਲ ਵਿੱਚ ਹੀ ਹੁੰਦੇ ਹਨ, ਕਿਉਂਕਿ ਵੱਡਿਆਂ ਨਾਲੋਂ ਉਹਨਾਂ ਨੂੰ ਸਿਖਾਉਣਾ ਸੌਖਾ ਹੁੰਦਾ ਹੈ। ਜਿਨ੍ਹਾਂ ਨੂੰ ਲੁੱਟਮਾਰ ਵਿੱਚ ਕੋਈ ਲਾਰਵਾ ਨਹੀਂ ਮਿਲਦਾ, ਉਹ ਖਾਣ ਪੀਣ ਲਈ ਲੜਾਈ ਵਿੱਚ ਜ਼ਖਮੀ ਹੋਏ ਜਾਂ ਮਾਰੇ ਗਏ ਵੈਰੀ ਦੀ ਲੋਥ ਹੀ ਚੁੱਕ ਲੈ ਆਉਂਦੇ ਹਨ। ਇਹਨਾਂ ਲੁੱਟਮਾਰ ਤੋਂ ਵਾਪਸ ਆ ਰਹੇ ਤਾੜਵੀਆਂ ਦੀ ਕਤਾਰ ਦੀ ਲੰਬਾਈ 130 ਫੁੱਟ ਤੱਕ ਸੀ। ਜਿਸ ਤਰਤੀਬ ਵਿੱਚ ਉਹ ਮੁਹਿੰਮ 'ਤੇ ਤੁਰਦੇ ਹਨ, ਉਸੇ ਤਰਤੀਬ ਵਿੱਚ ਹੀ ਉਹ ਵਾਪਸ ਮੁੜਦੇ ਹਨ। ਘਰ ਪਹੁੰਚ ਕੇ ਲੁਟੇਰੇ ਆਪਣੇ ਗੁਲਾਮਾਂ ਦੀ ਬੜੀ ਖਾਤਰ ਕਰਦੇ ਹਨ। ਉਹਨਾਂ ਨੂੰ ਖਾਣਾ ਖਵਾਉਂਦੇ ਹਨ, ਕੱਟੇ ਮਿੱਟੀ ਤੋਂ ਸਾਫ਼ ਕਰਦੇ ਹਨ। ਇਸ ਪਿੱਛੋਂ ਘਰ ਦਾ ਸਾਰਾ ਕੰਮ ਕਾਜ ਉਹ ਆਪੋ ਆਪਣੇ ਗੁਲਾਮਾਂ ਨੂੰ ਸੌਂਪ ਦਿੰਦੇ ਹਨ ਅਤੇ ਆਪ ਐਸ਼ ਇਸ਼ਰਤ ਵਿੱਚ ਪੈ ਕੇ ਬਿਲਕੁਲ ਨਕਾਰੇ ਹੋ ਜਾਂਦੇ ਹਨ। ਇੱਥੋਂ ਤੱਕ ਕਿ ਜੇ ਕੋਈ ਉਹਨਾਂ ਦੇ ਗੁਲਾਮਾਂ ਨੂੰ ਚੁੱਕ ਕੇ ਲੈ ਜਾਏ ਤਾਂ ਜਲਦੀ ਹੀ ਉਹਨਾਂ ਦੀ ਆਬਾਦੀ ਹੀ ਮਲੀਆ ਮੇਟ ਹੋ ਜਾਏਗੀ। ਇਹ ਜੇਤੂ ਜੋ ਲੜਾਈ ਵਿੱਚ ਬੜੀ ਬਹਾਦਰੀ ਦਾ ਵਿਖਾਵਾ ਕਰਦੇ ਹਨ, ਘਰੇਲੂ ਕੰਮ ਤੋਂ ਬੜਾ ਕੰਨੀ ਕਤਰਾਉਂਦੇ ਹਨ। ਇਹ ਨਾ ਹੀ ਆਪਣਾ ਘਰ ਬਣਾ ਸਕਦੇ ਹਨ, ਨਾ ਹੀ ਆਪਣੇ ਬੱਚਿਆਂ ਦੀ ਪਾਲਣਾ ਕਰ ਸਕਦੇ ਹਨ। ਇਹ ਦੋਵੇਂ ਕੰਮ ਉਹ ਆਪਣੇ ਗੁਲਾਮਾਂ 'ਤੇ ਛੱਡ ਦਿੰਦੇ ਹਨ। ਜੇ ਵਸੋਂ ਸੰਘਣੀ ਹੋ ਜਾਣ ਕਰਕੇ, ਰਹਿਣ ਵਾਲੀ ਥਾਂ ਪੁਰਾਣੀ ਹੋ ਜਾਣ ਕਰਕੇ ਜੇਤੂਆਂ ਨੂੰ ਕਿਸੇ ਨਵੀਂ ਥਾਂ ਜਾ ਕੇ ਆਬਾਦੀ ਕਾਇਮ ਕਰਨੀ ਪਵੇ ਤਾਂ ਇਸ ਗੱਲ ਦਾ ਫੈਸਲਾ ਗੁਲਾਮ ਕਰਦੇ ਹਨ ਅਤੇ ਥਾਂ ਨੂੰ ਬਦਲਣ ਦੀ ਵਿਉਂਤ ਬਣਾਉਂਦੇ ਹਨ। ਮਾਲਕ ਵਿਹਲਿਆਂ ਰਹਿ ਕੇ ਇਤਨੇ ਨਿਰਬਲ ਅਤੇ ਨਕਾਰੇ ਹੋ ਗਏ ਹੁੰਦੇ ਹਨ ਕਿ ਜਿਵੇਂ ਬਿੱਲੀ ਆਪਣੇ ਬਲੂੰਗੜਿਆਂ ਨੂੰ ਦੂਜੀ ਥਾਂ ਲੈ ਜਾਂਦੀ ਹੈ, ਗੁਲਾਮ ਵੀ ਆਪੋ ਆਪਣੇ ਮਾਲਕ ਮੂੰਹ ਵਿੱਚ ਚੁੱਕ ਕੇ ਇੱਕ ਥਾਂ ਤੋਂ ਦੂਸਰੀ ਥਾਂ 'ਤੇ ਲੈ ਜਾਂਦੇ ਹਨ। ਮਾਲਕਾਂ ਦੇ ਹੱਡਾਂ ਵਿੱਚ ਸੁਸਤੀ ਇੰਨੀ ਰਚ ਗਈ ਹੁੰਦੀ ਹੈ ਕਿ ਉਹ ਕੋਲ ਪਈ ਹੋਈ ਖੁਰਾਕ ਵੀ ਗੁਲਾਮਾਂ ਦੀ ਸਹਾਇਤਾ ਤੋਂ ਬਿਨਾਂ ਨਹੀਂ ਖਾ ਸਕਦੇ, ਭੁੱਖੇ ਹੀ ਮਰ ਜਾਂਦੇ ਹਨ। ਵਿਗਿਆਨਕ ਹਿਊਬਰ ਨੇ 30 ਕੁ ਮਾਲਕਾਂ ਨੂੰ ਬਹੁਤ ਸਾਰੀ ਖੁਰਾਕ ਉਹਨਾਂ ਕੋਲ ਰੱਖ ਕੇ ਇੱਕ ਥਾਂ ਡੱਕ ਦਿੱਤਾ। ਉਹਨੇ ਵੇਖਿਆ ਕਿ ਮਾਲਕ ਬਿਲਕੁਲ ਨਕਾਰੇ ਹੋ ਕੇ ਬੈਠੇ ਰਹੇ ਅਤੇ ਉਹਨਾਂ ਵਿੱਚੋਂ ਬਹੁਤ ਸਾਰੇ ਖੁਰਾਕ ਦੇ ਲਾਗੇ ਹੁੰਦਿਆਂ ਸੁੰਦਿਆਂ ਭੁੱਖੇ ਮਰ ਗਏ। ਹਿਊਬਰ ਨੂੰ ਇਹ ਗੱਲ ਖੁੜਕੀ, ਕਿਉਂਕਿ ਕੁਝ ਗੁਲਾਮ ਉਹਨਾਂ ਦੀ ਸੇਵਾ ਲਈ ਉੱਥੇ ਲੈ ਆਉਂਦੇ ਜਾਣ। ਜਿਵੇਂ ਹੀ ਉਹਨੇ ਗੁਲਾਮ ਉਹਨਾਂ ਦੀ ਸੇਵਾ ਲਈ ਲਿਆਂਦੇ, ਉਹ ਉਸੇ ਵੇਲੇ ਮਰ ਰਹੇ ਮਾਲਕਾਂ ਦੀ ਸੇਵਾ ਵਿੱਚ ਲੱਗ ਗਏ ਅਤੇ ਉਹ ਆਬਾਦੀ ਤਬਾਹੀ ਤੋਂ ਬਚ ਗਈ। ਹਰ ਪ੍ਰਕਾਰ ਦੇ ਕੀੜੇ ਗੁਲਾਮੀ ਦੇ ਜੀਵਨ ਨੂੰ ਸਹਿਲ ਹੀ ਨਹੀਂ ਅਪਣਾ ਲੈਂਦੇ। ਕਈ ਕੀੜੇ ਐਸੇ ਹੁੰਦੇ ਹਨ, ਮਿਸਾਲ ਦੇ ਤੌਰ 'ਤੇ ਪੀਲੇ ਕੀੜੇ, ਜੋ ਭਾਵੇਂ ਡੀਲ ਡੌਲ ਵਿੱਚ ਲਾਲ ਕੀੜਿਆਂ ਤੋਂ ਕਿਤੇ ਛੋਟੇ ਅਤੇ ਕਮਜ਼ੋਰ ਹੁੰਦੇ ਹਨ, ਉਹਨਾਂ ਦੀ ਗੁਲਾਮੀ ਸਵੀਕਾਰ ਨਹੀਂ ਕਰਦੇ, ਬਲਕਿ ਹੌਸਲਾ ਅਤੇ ਦਲੇਰੀ ਵਿਖਾ ਕੇ ਉਹਨਾਂ ਨੂੰ ਪਸਪਾ ਕਰ ਦਿੰਦੇ ਹਨ। ਇਸੇ ਕਰਕੇ ਲਾਲ ਕੀੜੇ ਪੀਲੇ ਕੀੜਿਆਂ ਵਿੱਚ ਨਾਲ ਟੱਕਰ ਲੈਣ ਤੋਂ ਝਿਜਕਦੇ ਹਨ, ਕਿਉਂਕਿ ਪੀਲੇ ਕੀੜੇ ਆਪਣੀ ਆਜ਼ਾਦੀ ਅਤੇ ਘਰ ਦੇ ਬਚਾਅ ਲਈ ਸਿਰ ਧੜ ਦੀ ਬਾਜ਼ੀ ਲਾ ਦਿੰਦੇ ਹਨ। ਗੁਲਾਮ ਬਣਾਉਣ ਵਾਲੀ ਨਸਲ ਦੇ ਕੀੜੇ ਕੇਵਲ ਗੁਲਾਮਾਂ ਨੂੰ ਪਕੜ ਕੇ ਲਿਆਉਣ ਦਾ ਕੰਮ ਹੀ ਨਹੀਂ ਕਰਦੇ, ਬਲਕਿ ਰੁੱਖ 'ਤੇ ਚੜ੍ਹ ਕੇ ਅਫੀਡੀ ਨਾਂ ਦੇ ਕੀੜਿਆਂ ਨੂੰ ਵੀ ਪਕੜਨ ਵਿੱਚ ਲੱਗੇ ਰਹਿੰਦੇ ਹਨ। ਅਫੀਡੀ ਤੋਂ ਲਵੇਰੇ ਦਾ ਕੰਮ ਲੈਂਦੇ ਹਨ, ਕਿਉਂਕਿ ਇਸ ਕੀੜੇ ਦੇ ਪਿੱਛੇ 2 ਛੋਟੇ-ਛੋਟੇ ਥਣ ਲੱਗੇ ਹੁੰਦੇ ਹਨ, ਜਿਨ੍ਹਾਂ ਵਿੱਚੋਂ ਨਿਕਲਣ ਵਾਲਾ ਰਸ ਗੁਲਾਮ ਬਣਾਉਣ ਵਾਲੇ ਕੀੜਿਆਂ ਨੂੰ ਬਹੁਤ ਹੀ ਸਵਾਦ ਲੱਗਦਾ ਹੈ। ਇਹ ਲੜਾਕੇ ਕੀੜੇ, ਜਿਨ੍ਹਾਂ ਨੂੰ ਐਮੇਜ਼ਨ ਵੀ ਕਹਿੰਦੇ ਹਨ, ਕਈ ਵਾਰ ਰੁੱਖਾਂ 'ਤੇ ਚੜ੍ਹ ਕੇ ਅਫੀਡੀ ਦਾ ਦੁੱਧ ਚੁੰਘਦੇ ਵੇਖੇ ਗਏ ਹਨ। ਐਮੇਜ਼ਨ ਆਪਣੇ ਸੇਵਕਾਂ ਦੀ ਮਦਦ ਨਾਲ ਅਫੀਡੀ ਨੂੰ ਪਕੜ ਕੇ ਅਤੇ ਆਪਣੀ ਆਬਾਦੀ ਵਿੱਚ ਲੈ ਜਾ ਕੇ ਕੈਦ ਕਰ ਦਿੰਦੇ ਹਨ ਅਤੇ ਲਵੇਰੇ ਵਾਂਗ ਉਹਦੀ ਚੰਗੀ ਤਰ੍ਹਾਂ ਦੇਖਭਾਲ ਕਰਦੇ ਹਨ। ਅਫੀਡੀ ਤੋਂ ਪ੍ਰਾਪਤ ਹੋਇਆ ਰਸ ਐਮੇਜ਼ਨ ਕੀੜੇ ਨੂੰ ਇਤਨਾ ਸਵਾਦ ਲੱਗਦਾ ਹੈ ਕਿ ਉਹ ਆਪਣੀ ਆਬਾਦੀ ਤੋਂ ਜ਼ਮੀਨ ਦੇ ਅੰਦਰ ਹੀ ਉਹਨਾਂ ਪੌਦਿਆਂ ਤੱਕ ਸੁਰੰਗਾਂ ਬਣਾ ਲੈਂਦਾ ਹੈ ਜਿੱਥੇ ਕਿ ਅਫੀਡੀ ਰਹਿੰਦੇ ਹਨ। ਕਈ ਵਾਰ ਤਾਂ ਉਹ ਇਤਨੀ ਦੂਰ ਅੰਦੇਸ਼ੀ ਵਰਤਦੇ ਹਨ ਕਿ ਮਨੁੱਖ ਦੰਗ ਰਹਿ ਜਾਂਦਾ ਹੈ।
ਆਫੀਡੀ ਤੋਂ ਬਹੁਤੀ ਮਾਤਰਾ ਵਿੱਚ ਰਸ ਪ੍ਰਾਪਤ ਕਰਨ ਲਈ ਉਹ ਉਹਨਾਂ ਨੂੰ ਉਸੇ ਰੁੱਖ 'ਤੇ ਹੀ ਰਹਿਣ ਦਿੰਦੇ ਹਨ ਜਿਨ੍ਹਾਂ ਤੋਂ ਉਹ ਖੁਰਾਕ ਪ੍ਰਾਪਤ ਕਰਦੇ ਹਨ, ਅਤੇ ਉਸੇ ਰੁੱਖ 'ਤੇ ਹੀ ਉਹਨਾਂ ਦੇ ਰਹਿਣ ਲਈ ਨਿੱਕੇ ਨਿੱਕੇ ਘੁਰਨੇ ਬਣਾ ਦਿੰਦੇ ਹਨ। ਮੈਕਸੀਕੋ ਵਿੱਚ ਹਨੀਐਂਟ ਨਾਂ ਦਾ ਕੀੜਾ ਜ਼ਮੀਨਦੋਜ਼ ਖੁੱਡਾਂ ਵਿੱਚ ਰਹਿੰਦਾ ਹੈ। ਖਾਸ ਮੌਸਮ ਆਉਣ 'ਤੇ ਉਹਨਾਂ ਦਾ ਪੇਟ ਰਸ ਭਰੀ ਜਿੰਨਾ ਮੋਟਾ ਅਤੇ ਆਕਾਰ ਵਿੱਚ ਗੋਲ ਬਣ ਜਾਂਦਾ ਹੈ। ਇਸ ਵਿੱਚ ਸ਼ਹਿਦ ਵਰਗਾ ਇੱਕ ਮਿੱਠਾ ਰਸ ਭਰ ਜਾਂਦਾ ਹੈ ਜੋ ਇਤਨਾ ਸਵਾਦ ਹੁੰਦਾ ਹੈ ਕਿ ਬੱਚੇ ਅਤੇ ਔਰਤਾਂ ਇਹਨਾਂ ਵਿੱਚ ਰਹਿਣ ਵਾਲੀਆਂ ਖੁੱਡਾਂ ਨੂੰ ਪੁੱਟ ਕੇ ਇਹਨਾਂ ਕੀੜਿਆਂ ਨੂੰ ਇਕੱਠਾ ਕਰ ਲੈਂਦੇ ਹਨ ਅਤੇ ਉੱਤੋਂ ਉਹਦਾ ਸਿਰ ਪੁੱਟ ਕੇ ਬਾਕੀ ਦਾ ਤੜ ਰੋਟੀ ਪਿੱਛੋਂ ਮੂੰਹ ਮਿੱਠਾ ਕਰਨ ਲਈ ਬੜੇ ਸਵਾਦ ਨਾਲ ਖਾਂਦੇ ਹਨ। ਕੀੜਿਆਂ ਦੇ ਦੋ ਵਿਰੋਧੀ ਦਲਾਂ ਦੀ ਲੜਾਈ ਬੜੀ ਦਿਲਚਸਪ ਹੁੰਦੀ ਹੈ। ਇੱਕ ਵਿਗਿਆਨਕ ਇਹਨਾਂ ਦੀ ਇੱਕ ਲੜਾਈ ਦਾ ਅੱਖੀਂ ਵੇਖਿਆ ਹਾਲ ਲਿਖਦਾ ਹੈ। ਲੜਾਈ ਦਾ ਕਾਰਨ ਆਮ ਤੌਰ 'ਤੇ ਉਹਨਾਂ ਦਾ ਆਪਸ ਵਿੱਚ ਜੱਦੀ ਵੈਰ ਵਿਰੋਧ ਹੁੰਦਾ ਹੈ। ਉਹ ਲਿਖਦਾ ਹੈ, ਦੋਵੇਂ ਵਿਰੋਧੀ ਦਲ ਆਪਣੇ ਅਸਥਾਨਾਂ ਤੋਂ ਇੱਕੋ ਜਿਹੀ ਦੂਰੀ 'ਤੇ ਆਪਸ ਵਿੱਚ ਟੱਕਰੇ ਲਈ ਆ ਮਿਲੇ। ਉਹਨਾਂ ਦੀ ਵੱਧ ਰਹੀ ਫੌਜ ਉਹਨਾਂ ਦੀ ਆਬਾਦੀ ਤੋਂ ਮੈਦਾਨੇ ਜੰਗ ਤੱਕ ਇੱਕ ਲੰਮੀ ਕਤਾਰ ਵਿੱਚ ਸੀ ਜਿਸ ਦੀ ਚੌੜਾਈ 2 ਫੁੱਟ ਦੇ ਲਗਭਗ ਸੀ। ਦੋਵੇਂ ਦਲ ਆਮੋ ਸਾਹਮਣੇ ਆਉਂਦਿਆਂ ਹੀ ਇੱਕ ਦੂਜੇ ਨਾਲ ਗੁੱਥਮ ਗੁੱਥਾ ਹੋ ਗਏ ਅਤੇ ਆਪਣੇ ਤੇਜ਼ ਜਬਾੜਿਆਂ ਨਾਲ ਉਹਨਾਂ ਨੇ ਇੱਕ ਦੂਜੇ 'ਤੇ ਵਾਰ ਕਰਨਾ ਸ਼ੁਰੂ ਕਰ ਦਿੱਤਾ। ਇਹਨਾਂ ਵਿੱਚੋਂ ਕਈ ਕੈਦੀਆਂ ਨੂੰ ਮੂੰਹ ਵਿੱਚ ਪਕੜ ਕੇ ਆਪਣੀ ਆਬਾਦੀ ਵੱਲ ਤੁਰ ਪਏ। ਕੈਦੀ ਆਪਣੇ ਆਪ ਨੂੰ ਛੁਡਾਉਣ ਲਈ ਬੜੀ ਵਾਹ ਲਾਉਂਦੇ ਸਨ ਕਿਉਂਕਿ ਉਹਨਾਂ ਨੂੰ ਪਤਾ ਸੀ ਕਿ ਵੈਰੀ ਦੇ ਘਰ ਪਹੁੰਚ ਕੇ ਉਹਨਾਂ ਦਾ ਕੀ ਹਸ਼ਰ ਹੋਏਗਾ। ਲੜਾਈ ਦੇ ਮੈਦਾਨ ਦਾ ਵਿਸਥਾਰ 2.5-3 ਵਰਗ ਫੁੱਟ ਦੇ ਘੇਰੇ ਵਿੱਚ ਸੀ। ਵੇਖਦਿਆਂ ਹੀ ਵੇਖਦਿਆਂ ਉੱਥੇ ਲਾਸ਼ਾਂ ਤੇ ਜ਼ਖਮੀਆਂ ਦੇ ਅੰਬਾਰ ਲੱਗ ਗਏ। ਲੜਾਈ ਦਾ ਢੰਗ ਇਹ ਸੀ ਕਿ ਦੋ ਵਿਰੋਧੀ ਕੀੜੇ ਆਪਣੇ ਪਿਛਲੇ ਪੈਰਾਂ 'ਤੇ ਖੜੇ ਹੋ ਕੇ ਇੱਕ ਦੂਜੇ ਨੂੰ ਆਪਣੇ ਜਬਾੜਿਆਂ ਨਾਲ ਕੱਟਣ ਦਾ ਯਤਨ ਕਰਦੇ ਹੋਏ ਇੱਕ ਦੂਜੇ ਨਾਲ ਗੁੱਥਮ ਗੁੱਥਾ ਹੋ ਜਾਂਦੇ ਸਨ। ਕਦੀ ਕੋਈ ਉੱਪਰ ਕਦੇ ਕੋਈ। ਅੰਤ ਨੂੰ ਉਹਨਾਂ ਵਿੱਚੋਂ ਇੱਕ ਜਣਾ ਹਫ ਕੇ ਰਹਿ ਜਾਂਦਾ ਸੀ ਅਤੇ ਦੂਜਾ ਉਹਨਾਂ ਨੂੰ ਕੈਦੀ ਬਣਾ ਕੇ ਆਪਣੀ ਆਬਾਦੀ ਵੱਲ ਤੁਰ ਪੈਂਦਾ ਸੀ। ਰਾਤ ਪੈਣ 'ਤੇ ਦੋਵੇਂ ਦਲ ਮੈਦਾਨ ਖਾਲੀ ਕਰਕੇ ਆਪੋ ਆਪਣੇ ਟਿਕਾਣਿਆਂ 'ਤੇ ਚਲੇ ਗਏ, ਪਰ ਅਗਲੀ ਪਲਕ ਫਿਰ ਪਹਿਲੇ ਦਿਨ ਨਾਲੋਂ ਵੀ ਜ਼ਿਆਦਾ ਜੋਸ਼ ਖਰੋਸ਼ ਨਾਲ ਯੁੱਧ ਸ਼ੁਰੂ ਹੋ ਗਿਆ ਅਤੇ ਜੰਗ ਦਾ ਮੈਦਾਨ ਘੇਰੇ ਵਿੱਚ 3 ਵਰਗ ਫੁੱਟ ਤੋਂ ਵੱਧ ਕੇ 6 ਵਰਗ ਫੁੱਟ ਦੇ ਘੇਰੇ ਵਿੱਚ ਫੈਲ ਗਿਆ। ਪਵਨ ਉਸਾਰੀ ਤੇ ਤੋੜ ਫੋੜ ਕਿਰਿਆ। ਗਰਮ ਦੇਸ਼ਾਂ ਵਿੱਚ ਕਈ ਕਿਸਮ ਦੇ ਕੀੜੇ ਹੁੰਦੇ ਹਨ ਜਿਹੜੇ ਮਨੁੱਖ ਦੇ ਜਾਨੀ ਦੁਸ਼ਮਣ ਹਨ ਅਤੇ ਉਹਨਾਂ ਦਾ ਕਦਮ ਕਦਮ 'ਤੇ ਟਾਕਰਾ ਕਰਦੇ ਹਨ। ਉਹ ਮਨੁੱਖ ਦੀ ਖੇਤੀ, ਪਸ਼ੂਆਂ ਅਤੇ ਘਰਾਂ 'ਤੇ ਲਗਾਤਾਰ ਹਮਲਾ ਕਰਕੇ ਉਹਦਾ ਨੱਕ ਵਿੱਚ ਦਮ ਕਰ ਦਿੰਦੇ ਹਨ। ਇਸ ਕਿਸਮ ਦੇ ਕੀੜੇ ਦੀ ਮਿਸਾਲ ਵਾਈਟ ਐਂਟ ਜਾਂ ਦੀਮਕ ਹੈ ਜੋ ਦੱਖਣੀ ਅਫਰੀਕਾ ਦੇ ਆਸ਼ਾ ਅੰਤਰੀਪ ਨਾਮੀ ਇਲਾਕੇ ਵਿੱਚ ਹੁੰਦੀ ਹੈ। ਇਹ ਪਵਨ ਕਲਾ ਵਿੱਚ ਨਿਪੁੰਨ ਹੁੰਦੀ ਹੈ ਪਰ ਮਨੁੱਖ ਨੂੰ ਬਹੁਤ ਹੀ ਨੁਕਸਾਨ ਪਹੁੰਚਾਉਂਦੀ ਹੈ। ਇਹ ਵੱਖ-ਵੱਖ ਆਬਾਦੀਆਂ ਵਿੱਚ ਰਹਿੰਦੀ ਹੈ। ਇਸ ਵਸੋਂ ਦੀ ਮਾਲਕਾਂ, ਮਜ਼ਦੂਰਾਂ, ਸਿਪਾਹੀਆਂ ਅਤੇ ਰਾਣੀਆਂ ਵਿੱਚ ਵੰਡ ਕੀਤੀ ਹੁੰਦੀ ਹੈ। ਮਾਲਕਾਂ ਦੇ ਪਰ ਹੁੰਦੇ ਹਨ ਪਰ ਬਾਕੀ ਸ਼੍ਰੇਣੀਆਂ ਦੇ ਪਰ ਨਹੀਂ ਹੁੰਦੇ। ਮਜ਼ਦੂਰ ਕੇਵਲ ਪਵਨ ਉਸਾਰੀ ਦਾ ਹੀ ਕੰਮ ਕਰਦੇ ਹਨ। ਸਿਪਾਹੀਆਂ ਦਾ ਕੰਮ ਹੈ ਆਬਾਦੀ ਦੀ ਬਾਹਰਲੇ ਹਮਲੇ ਤੋਂ ਰੱਖਿਆ ਕਰਨੀ ਅਤੇ ਆਬਾਦੀ ਵਿੱਚ ਸ਼ਾਂਤੀ ਕਾਇਮ ਰੱਖਣੀ। ਮਾਦਾ ਦੀਮਕ ਜਾਂ ਰਾਣੀ ਨੂੰ ਉਸ ਆਬਾਦੀ ਦੇ ਸਭ ਕੀੜੇ ਪੂਜਦੇ ਹਨ ਕਿਉਂਕਿ ਉਹ ਸਮਝਦੇ ਹਨ ਕਿ ਉਹਨਾਂ ਦੀ ਨਸਲ ਦਾ ਵਾਧਾ ਮਾਦਾ ਦੀਮਕ 'ਤੇ ਨਿਰਭਰ ਹੈ। ਜੇ ਇਹ ਕਿਹਾ ਜਾਏ ਕਿ ਮਾਦਾ ਨਿਰਾਪੁਰਾ ਆਂਡਿਆਂ ਦਾ ਥੈਲਾ ਹੁੰਦੀ ਹੈ ਤਾਂ ਗਲਤ ਨਹੀਂ ਹੋਏਗਾ। ਅੰਡੇ ਦੇਣ ਸਮੇਂ ਉਹਦਾ ਪੇਟ ਸਧਾਰਨ ਆਕਾਰ ਤੋਂ ਤਕਰੀਬਨ 2000 ਗੁਣਾ ਵੱਧ ਜਾਂਦਾ ਹੈ। ਇਸ ਕਰਕੇ ਹੀ ਉਹ ਇੱਕ ਥਾਂ ਤੋਂ ਹਿਲ ਜੁਲ ਵੀ ਨਹੀਂ ਸਕਦੀ ਅਤੇ ਇੱਕੋ ਥਾਂ ਹੀ ਟਿਕੀ ਰਹਿੰਦੀ ਹੈ ਅਤੇ ਅੰਡੇ ਇਸ ਤੇਜ਼ੀ ਨਾਲ ਦਿੰਦੀ ਹੈ ਜਿਵੇਂ ਫੁਹਾਰੇ ਵਿੱਚੋਂ ਪਾਣੀ ਨਿਕਲ ਰਿਹਾ ਹੁੰਦਾ ਹੈ। ਉਹ 1 ਮਿੰਟ ਵਿੱਚ 60 ਜਾਂ ਸਾਰੇ ਦਿਨ ਵਿੱਚ ਲਗਭਗ 80,000 ਅੰਡੇ ਦਿੰਦੀ ਹੈ। ਇਹਦੇ ਭੌਣ ਦਾ ਵਿਸਥਾਰ ਅਤੇ ਮਜ਼ਬੂਤੀ ਮਨੁੱਖ ਦੀ ਅਕਲ ਨੂੰ ਦੰਗ ਕਰ ਦਿੰਦੇ ਹਨ। ਇਸ ਦੀ ਉਚਾਈ ਕਈ ਵਾਰ 20 ਫੁੱਟ ਤੱਕ ਪਹੁੰਚ ਜਾਂਦੀ ਹੈ ਅਤੇ ਸ਼ਕਲ ਤਿਕੋਣੀ ਅਤੇ ਕੰਧਾਂ ਇਤਨੀਆਂ ਮਜ਼ਬੂਤ ਹੁੰਦੀਆਂ ਹਨ ਕਿ ਭਾਵੇਂ ਜੰਗਲੀ ਪਸ਼ੂ ਵੀ ਇਸ 'ਤੇ ਚੜ੍ਹ ਜਾਏ ਤਦ ਵੀ ਇਹ ਭੁਰਦੀ ਤੱਕ ਨਹੀਂ। ਇਸ ਦੇ ਅੰਦਰ ਇਤਨੇ ਵੱਡੇ ਵੱਡੇ ਕਮਰੇ ਹੁੰਦੇ ਹਨ ਕਿ ਕਈਆਂ ਵਿੱਚ 5-6 ਆਦਮੀ ਲੁੱਕ ਕੇ ਬੈਠ ਸਕਦੇ ਹਨ। ਕਈ ਸ਼ਿਕਾਰੀ ਸ਼ਿਕਾਰ ਦੀ ਤਾੜ ਵਿੱਚ ਇਹਨਾਂ ਵਿੱਚ ਲੁਕੇ ਰਹਿੰਦੇ ਹਨ। ਇੱਕ ਹੋਰ ਕਿਸਮ ਦੀ ਦੀਮਕ ਆਪਣਾ ਭਵਨ ਉਸਾਰਨ ਦੀ ਥਾਂ ਮਨੁੱਖ ਦੇ ਘਰਾਂ ਨੂੰ ਤਬਾਹ ਕਰਨ 'ਤੇ ਲੱਗ ਜਾਂਦੀ ਹੈ ਅਤੇ ਛੱਤ ਤੋਂ ਸ਼ੁਰੂ ਹੋ ਕੇ ਨੀਹਾਂ ਤੱਕ ਤਬਾਹੀ ਮਚਾ ਦਿੰਦੀ ਹੈ। ਜਲਦੀ ਹੀ ਘਰ ਅਤੇ ਘਰ ਦਾ ਸਾਰਾ ਸਮਾਨ ਇਸ ਦੀ ਲਪੇਟ ਵਿੱਚ ਆ ਜਾਂਦਾ ਹੈ, ਪਰ ਕਈ ਵਾਰ ਇਹ ਚੁੱਪਚਾਪ ਹੌਲੀ-ਹੌਲੀ ਜ਼ਮੀਨ ਅੰਦਰ ਲੰਮੀਆਂ ਸੁਰੰਗਾਂ ਬਣਾ ਲੈਂਦੀ ਹੈ ਅਤੇ ਇਸ ਤਰ੍ਹਾਂ ਘਰ ਵਿੱਚ ਵੜ ਕੇ ਤਬਾਹੀ ਦਾ ਕਾਰਨ ਬਣ ਜਾਂਦੀ ਹੈ। ਹਰ ਚੀਜ਼ ਦੀ ਬਾਹਰਲੀ ਸ਼ਕਲ ਕਾਇਮ ਰੱਖਦੀ ਹੈ ਪਰ ਇਹ ਅੰਦਰੋਂ ਅੰਦਰ ਉਹਨੂੰ ਬਿਲਕੁਲ ਖੋਖਲਾ ਕਰ ਦਿੰਦੀ ਹੈ। ਇਹ ਤਬਾਹੀ ਦਾ ਕੰਮ ਇਤਨੀ ਤੇਜ਼ੀ ਨਾਲ ਕਰਦੀ ਹੈ ਕਿ ਇੱਕ ਸਧਾਰਨ ਲੱਕੜੀ ਦੀ ਪੌੜੀ ਨੂੰ 2 ਹਫ਼ਤਿਆਂ ਵਿੱਚ ਹੀ ਨਿਕੰਮਾ ਕਰਕੇ ਰੱਖ ਦਿੰਦੀ ਹੈ। ਇਹਨਾਂ ਹੀ ਇਲਾਕਿਆਂ ਵਿੱਚ ਇੱਕ ਹੋਰ ਕੀੜਾ ਹੁੰਦਾ ਹੈ ਜੋ ਦੀਮਕ ਨਾਲੋਂ ਘੱਟ ਖਤਰਨਾਕ ਨਹੀਂ ਹੁੰਦਾ। ਉਹ ਘਰਾਂ 'ਤੇ ਨਹੀਂ ਬਲਕਿ ਖੇਤਾਂ 'ਤੇ ਹਮਲਾ ਕਰਦਾ ਹੈ ਅਤੇ ਉੱਥੇ ਹੀ ਆਪਣਾ ਭੌਣ ਬਣਾਉਂਦਾ ਹੈ ਜੋ ਕਈ ਵਾਰ 15 ਫੁੱਟ ਤੱਕ ਉੱਚਾ ਹੁੰਦਾ ਹੈ। ਉਹ ਇਤਨੀ ਤੇਜ਼ੀ ਨਾਲ ਵੱਧਦਾ ਹੈ ਕਿ ਕਈ ਵਾਰ ਜ਼ਿਮੀਂਦਾਰ ਆਪਣੀ ਜ਼ਮੀਨ ਛੱਡਣ 'ਤੇ ਮਜਬੂਰ ਹੋ ਜਾਂਦਾ ਹੈ। ਮਨੁੱਖ ਭਾਵੇਂ ਸਾਰੀ ਰਚਨਾ ਵਿੱਚ ਆਪਣੇ ਆਪ ਨੂੰ ਚਤੁਰ ਮੰਨਦਾ ਹੈ ਪਰ ਕਈ ਵਾਰ ਇੱਕ ਨਿੱਕਾ ਜਿਹਾ ਨਿਰਬਲ ਕੀੜਾ ਵੀ ਉਸ ਨੂੰ ਅਕਲ ਅਤੇ ਸ਼ਕਤੀ ਵਿੱਚ ਮਾਤ ਪਾ ਦਿੰਦਾ ਹੈ। ਜਦ ਕੋਈ ਨਿਓਲਾ ਮਰ ਜਾਏ ਤਾਂ ਉਸੇ ਵੇਲੇ ਉੱਥੋਂ ਲਾਗਿਓ ਹੀ ਇੱਕ ਨਿੱਕਾ ਜਿਹਾ ਕੀੜਾ
ਜਿਸ ਦੀ ਪਿੱਠ 'ਤੇ ਸੰਗਤਰੇ ਰੰਗੀਆਂ ਅਤੇ ਕਾਲੀਆਂ ਧਾਰੀਆਂ ਹੁੰਦੀਆਂ ਹਨ, ਨਿਕਲ ਕੇ ਨਿਓਲੇ ਨੂੰ ਮਿੱਟੀ ਵਿੱਚ ਦਬਾ ਦਿੰਦਾ ਹੈ। ਇਸ ਕੀੜੇ ਨੂੰ ਦਫਨਾਉਣ ਵਾਲਾ ਬੀਂਡਾ ਕਹਿੰਦੇ ਹਨ। ਇਹ ਸਭ ਕੰਮ ਇਸ ਲਈ ਕਰਦਾ ਹੈ ਕਿਉਂਕਿ ਇਹ ਆਪਣੇ ਆਂਡੇ ਉਸ ਵਿੱਚ ਦੇ ਸਕੇ। ਆਂਡਿਆਂ ਵਿੱਚੋਂ ਲਾਰਵਾ ਤੇ ਨਿਕਲਣ ਨਾਲ ਮਾਸ ਤਾਜ਼ਾ ਰਹੇ ਤੇ ਉਹਦਾ ਲਾਰਵਾ ਇਸ 'ਤੇ ਪਲ ਸਕੇ। ਜੇ ਅਸੀਂ ਮਰਿਆ ਹੋਇਆ ਡੱਡੂ ਜਾਂ ਪੰਛੀ ਬਾਗ ਵਿੱਚ ਸੁੱਟੀਏ ਤਾਂ ਇਹ ਬੀਂਡਾ ਉਸ ਨੂੰ ਬਿਲਕੁਲ ਨਹੀਂ ਦਬਾਏਗਾ, ਪਰ ਜੇ ਮਰਿਆ ਹੋਇਆ ਨਿਓਲਾ ਉਸ ਲਾਗੇ ਸੁੱਟ ਦਿੱਤਾ ਜਾਏ ਤਾਂ ਉਸੇ ਵੇਲੇ ਉਸ ਨੂੰ ਦਬਾਉਣਾ ਸ਼ੁਰੂ ਕਰ ਦੇਵੇਗਾ। ਨਿਓਲੇ ਦੀ ਲਾਸ਼ ਦਬਾਉਣ ਸਮੇਂ ਇਹ ਟੋਇਆ ਨਹੀਂ ਪੁੱਟਦਾ, ਬਲਕਿ ਲਾਸ਼ ਦੇ ਥੱਲੇ ਹੀ ਲੁੱਕ ਕੇ ਪੁੱਟੀ ਹੋਈ ਮਿੱਟੀ ਆਸ-ਪਾਸ ਖਿਲਾਰਦਾ ਰਹਿੰਦਾ ਹੈ ਤੇ ਹੌਲੀ-ਹੌਲੀ ਲਾਸ਼ ਥੱਲੇ ਵੱਲ ਸਰਕਦੀ ਰਹਿੰਦੀ ਹੈ। ਜਦ ਲਾਸ਼ ਧਰਤੀ ਦੇ ਤਲ ਦੇ ਬਰਾਬਰ ਹੋ ਜਾਂਦੀ ਹੈ ਤਾਂ ਇਹ ਆਸ-ਪਾਸ ਦੀ ਥਾਂ ਉਸ ਲਾਸ਼ 'ਤੇ ਮਿੱਟੀ ਸੁੱਟ ਕੇ ਢੱਕ ਦਿੰਦਾ ਹੈ। ਕਈ ਹੋਰ ਕੀੜੇ ਆਪਣੀ ਖੁਰਾਕ ਦੀ ਭਾਲ ਵਿੱਚ ਜਾਂ ਆਪਣੇ ਬੱਚਿਆਂ ਦੇ ਰਹਿਣ ਲਈ ਥਾਂ ਬਣਾਉਣ ਲਈ ਜ਼ਮੀਨ ਨੂੰ ਪੋਲਾ ਕਰ ਦਿੰਦੇ ਹਨ। ਕਿਸਾਨ ਸਭ ਤੋਂ ਵੱਧ ਇਸ ਸ਼੍ਰੇਣੀ ਦੇ ਇੱਕ ਟਿੱਡੇ ਤੋਂ ਡਰਦਾ ਹੈ ਜਿਸ ਨੂੰ ਮੋਲ ਕ੍ਰਿਕਟ ਕਹਿੰਦੇ ਹਨ। ਇਹ ਜ਼ਮੀਨ ਦੇ ਅੰਦਰੋਂ ਅੰਦਰ ਬਨਸਪਤੀ ਦੀਆਂ ਜੜ੍ਹਾਂ ਕੱਟ ਦਿੰਦਾ ਹੈ। ਇਸ ਕੰਮ ਲਈ ਕੁਦਰਤ ਨੇ ਇਹਨੂੰ ਜ਼ਬਰਦਸਤ ਹਥਿਆਰ ਦਿੱਤੇ ਹਨ। ਇਹਦੀਆਂ ਅਗਲੀਆਂ ਲੱਤਾਂ ਦੀ ਬਣਤਰ ਨਿਓਲੇ ਦੀਆਂ ਲੱਤਾਂ ਵਰਗੀ ਹੁੰਦੀ ਹੈ। ਇਸ ਨਾਲ ਇਹ ਜ਼ਮੀਨ ਪੁੱਟ ਕੇ ਉਸ ਅੰਦਰ ਧੱਸੀ ਜਾਂਦਾ ਹੈ ਤੇ ਮਿੱਟੀ ਪਿਛਾਂ ਬਰਾਬਰ ਸੁੱਟੀ ਜਾਂਦਾ ਹੈ। ਜੁਲਾਹੇ ਤੇ ਤਰਖਾਣ ਕੀੜੇ। ਜਿਸ ਬਰੀਕੀ ਨਾਲ ਮੱਕੜੀ ਆਪਣੇ ਅਤੇ ਇਸ ਸ਼੍ਰੇਣੀ ਦੇ ਹੋਰ ਕੀੜੇ ਜਾਲਾ ਬੁਣਦੇ ਹਨ, ਉਹ ਕੁਦਰਤ ਦਾ ਇੱਕ ਕਮਾਲ ਹੈ। ਮੱਕੜੀ ਦਾ ਬਣਾਇਆ ਬਰੀਕ ਧਾਗਾ ਵੀ ਅਸਲ ਵਿੱਚ ਬਹੁਤ ਸਾਰੀਆਂ ਤੰਦਾਂ ਨੂੰ ਵੱਟ ਕੇ ਬਣਿਆ ਹੁੰਦਾ ਹੈ। ਇਹ ਧਾਗਾ ਮੱਕੜੀ ਦੇ ਪੇਟ ਥੱਲੇ ਲੱਗੇ 4 ਜਾਂ 6 ਥਣਾਂ ਜਾਂ ਤਕਲਿਆਂ ਤੋਂ ਉਤਪੰਨ ਹੁੰਦਾ ਹੈ। ਲਾਗੇ ਹੀ ਛਾਨਣੀ ਵਰਗਾ ਇੱਕ ਅੰਗ ਲੱਗਾ ਹੁੰਦਾ ਹੈ ਜਿਸ ਵਿੱਚ ਹਜ਼ਾਰਾਂ ਬਰੀਕ ਛੇਕ ਹੁੰਦੇ ਹਨ। ਇਸ ਛਾਨਣੀ ਵਿੱਚੋਂ ਦੱਬਾ ਥੱਲੇ ਜਦ ਰੇਸ਼ਮ ਵਰਗੀ ਇੱਕ ਕਿਸਮ ਦੀ ਲੇਵੀ ਨਿਕਲਦੀ ਹੈ ਤਾਂ ਉਹ ਅਲੱਗ-ਅਲੱਗ ਤੰਦਾਂ ਦੇ ਰੂਪ ਵਿੱਚ ਬਦਲ ਜਾਂਦੀ ਹੈ। ਫਿਰ ਇਹਨਾਂ ਤੋਂ 4000 ਤੋਂ ਲੈ ਕੇ 6000 ਤੰਦਾਂ ਤੱਕ ਆਪਸ ਵਿੱਚ ਵੱਟ ਚਾੜ ਕੇ ਇੱਕ ਧਾਗਾ ਬਣਦਾ ਹੈ। ਇਹ ਵੱਟਿਆ ਹੋਇਆ ਧਾਗਾ ਵੀ ਇਤਨਾ ਬਰੀਕ ਹੁੰਦਾ ਹੈ ਕਿ ਇਹਨਾਂ ਵਰਗੇ 40 ਲੱਖ ਧਾਗਿਆਂ ਨੂੰ ਵੱਟ ਕੇ ਅਸੀਂ ਮਨੁੱਖ ਦੀ ਦਾੜੀ ਦੇ ਵਾਲ ਦੀ ਮੋਟਾਈ ਜਿੰਨਾ ਕੇਵਲ ਇੱਕੋ ਹੀ ਧਾਗਾ ਬਣਾ ਸਕਦੇ ਹਾਂ। ਮੱਕੜੀ ਦੇ ਧਾਗੇ ਦਾ ਰੰਗ ਕੁਸਮੈਲਾ ਜਿਹਾ ਹੁੰਦਾ ਹੈ, ਪਰ ਕਈ ਹੋਰ ਇਲਾਕਿਆਂ ਵਿੱਚ ਮੱਕੜੀ ਭਿੰਨ ਰੰਗਾਂ ਦੇ ਧਾਗੇ, ਜਿਨ੍ਹਾਂ ਵਿੱਚ ਇੱਕ ਲਾਲ, ਦੂਜਾ ਕਾਲਾ, ਤੀਜਾ ਪੀਲਾ ਹੁੰਦਾ ਹੈ, ਵੱਟ ਕੇ ਇੱਕ ਧਾਗਾ ਬਣਾਉਂਦੀ ਹੈ। ਰਾਜ ਮੱਕੜੀ ਦਾ ਜਾਲਾ ਬੜਾ ਮਜ਼ਬੂਤ ਹੁੰਦਾ ਹੈ। ਇਹ ਇੱਕ ਬਰੀਕ ਜਿਹਾ ਖੜਾ ਛੇਕ ਜ਼ਮੀਨ ਵਿੱਚ ਬਣਾਉਂਦੀ ਹੈ ਜਿਸ ਦੇ ਚਾਰੋਂ ਪਾਸੇ ਨਰਮ ਰੇਸ਼ਮੀ ਜਿਹੀ ਅੰਦਰਸ ਲਾ ਦਿੰਦੀ ਹੈ ਜੋ 2 ਤਹਿਾਂ ਵਿੱਚ ਹੁੰਦੀ ਹੈ। ਕੰਧਾਂ ਨਾਲ ਲੱਗੀ ਕੱਪੜੇ ਦੀ ਤਹਿ ਖੁਰਦਰੀ ਜੀ ਮੋਟੀ ਦੀ ਤੇ ਉਸ ਤੋਂ ਅੰਦਰ ਵਾਲੀ ਰੇਸ਼ਮ ਵਰਗੀ ਮੁਲਾਇਮ ਹੁੰਦੀ ਹੈ। ਇਸ ਪਿੱਛੋਂ ਇਸ ਰਸਤੇ ਦਾ ਮੂੰਹ ਪੂਰੀ ਤਰ੍ਹਾਂ ਇੱਕ ਢੱਕਣ ਨਾਲ ਬੰਦ ਕਰ ਦਿੰਦੀ ਹੈ ਜਿਸ ਦਾ ਹੇਠਲਾ ਹਿੱਸਾ ਉੱਭਰਿਆ ਹੁੰਦਾ ਹੈ ਤੇ ਜਿਸ ਉੱਪਰ ਇੱਕ ਤਹਿ ਰੇਸ਼ਮੀ ਗੱਦੀ ਦੀ ਅਤੇ ਹੋਰ ਉੱਪਰ ਮਿੱਟੀ ਰੰਗ ਦੀ ਹੁੰਦੀ ਹੈ। ਇਸ ਲਈ ਜਦ ਇਹ ਆਪਣੇ ਛੇਕ ਵਿੱਚ ਆਰਾਮ ਕਰ ਰਹੀ ਹੁੰਦੀ ਹੈ ਤੇ ਇਸ ਛੇਕ ਵਿੱਚੋਂ ਬਾਹਰੋਂ ਕਿਸੇ ਨੂੰ ਵੀ ਪਤਾ ਨਹੀਂ ਲੱਗ ਸਕਦਾ। ਇਹ ਢੱਕਣ ਜਾਂ ਬੂਹਾ ਮੱਕੜੀ ਦੀ ਕਾਰੀਗਰੀ ਦਾ ਇੱਕ ਸ਼ਾਨਦਾਰ ਨਮੂਨਾ ਹੈ। ਇਹ ਠੋਸ ਬੂਹਾ ਅੰਦਰੋਂ ਬਹੁਤ ਸਾਰੀਆਂ ਰੇਸ਼ਮੀ ਤਹਿਆਂ ਦਾ ਬਣਿਆ ਹੁੰਦਾ ਹੈ ਜਿਨ੍ਹਾਂ ਵਿਚਕਾਰ ਇੱਕ ਤਹਿ ਮਿੱਟੀ ਦੀ ਹੁੰਦੀ ਹੈ। ਕੁੱਲ ਤਹਿਆਂ ਦੀ ਗਿਣਤੀ 40 ਤੱਕ ਪਹੁੰਚ ਜਾਂਦੀ ਹੈ। ਕੇਵਲ ਉੱਪਰਲੀ ਤਹਿ ਜੋ ਛੇਕ ਦੇ ਪਾਸਿਆਂ ਤੋਂ ਮੂੰਹ ਤੱਕ ਅੱਪੜਦੀ ਹੈ, ਇੱਕ ਲਚਕਦਾਰ ਕਬਜ਼ੇ ਨਾਲ ਜੁੜੀ ਹੁੰਦੀ ਹੈ। ਜਦ ਮੱਕੜੀ ਇਸ ਵਿੱਚੋਂ ਬਾਹਰ ਨਿਕਲਣਾ ਚਾਹੁੰਦੀ ਹੈ ਤਾਂ ਉਹ ਇਹ ਢੱਕਣ ਚੁੱਕ ਦਿੰਦੀ ਹੈ ਤੇ ਜਦ ਅੰਦਰ ਵੜਨ ਲੱਗਦੀ ਹੈ ਤੇ ਇਹਨੂੰ ਚੰਗੀ ਤਰ੍ਹਾਂ ਬੰਦ ਕਰਕੇ ਸੌਂ ਜਾਂਦੀ ਹੈ। ਪਰ ਜ਼ਰਾ ਜਿੰਨੇ ਖੜਾਕ ਨਾਲ ਜਿਸ ਤੋਂ ਇਹਨੂੰ ਆਪਣੀ ਸੁਰੱਖਿਆ ਦਾ ਖਤਰਾ ਹੋ ਜਾਏ, ਇਹ ਚੁਕੰਨੀ ਹੋ ਜਾਂਦੀ ਹੈ ਤੇ ਇੱਕਦਮ ਛਾਲ ਮਾਰ ਕੇ ਅਗਲੇ ਪੰਜਿਆਂ ਨਾਲ ਬੂਹੇ ਨੂੰ ਪਿਛਲੇ ਪੰਜਿਆਂ ਨਾਲ ਛੇਕ ਦੀ ਕੰਧ ਦੇ ਲੱਗੇ ਕੱਪੜੇ ਨੂੰ ਕੁੱਟ ਕੇ ਪਕੜ ਲੈਂਦੀ ਹੈ। ਜੇ ਇਸ ਸਮੇਂ ਅਸੀਂ ਢੱਕਣ ਨੂੰ ਖੋਲ੍ਹਣ ਦੀ ਕੋਸ਼ਿਸ਼ ਕਰੀਏ ਤਾਂ ਅਸੀਂ ਮਹਿਸੂਸ ਕਰਾਂਗੇ ਕਿ ਇਹ ਢੱਕਣ ਨੂੰ ਖੋਲ੍ਹੇ ਜਾਣ ਤੋਂ ਰੋਕਣ ਲਈ ਪੂਰਾ ਢਿੱਲ ਲਾ ਰਹੀ ਹੈ। ਉਹਨਾਂ ਕੀੜੇ ਪਤੰਗਿਆਂ ਨੂੰ ਜਿਹੜੇ ਲੱਕੜੀ ਨੂੰ ਖਾਣ ਲਈ ਟੁੱਕਦੇ ਹਨ ਜਾਂ ਕੱਟ ਕੇ ਅਲੱਗ-ਅਲੱਗ ਖਾਨਿਆਂ ਵਿੱਚ ਵੰਡਦੇ ਹਨ, ਜਾਇਨਰ ਕਹਿੰਦੇ ਹਨ। ਇੱਕ ਖਾਸ ਕੀੜਾ ਜਿਸ ਨੂੰ ਜੈਟ ਐਂਟ ਕਹਿੰਦੇ ਹਨ, ਲੱਕੜੀ ਨੂੰ ਕੱਟਣ ਵਿੱਚ ਬੜਾ ਮਾਹਰ ਹੁੰਦਾ ਹੈ। ਇਹ ਪੁਰਾਣੇ ਰੁੱਖਾਂ ਦੇ ਵਿੱਚ ਛੇਕ ਕਰਕੇ ਉਸ ਵਿੱਚ ਆਪਣੇ ਰਹਿਣ ਲਈ 2 ਜਾਂ 3 ਮੰਜ਼ਲੇ ਭਵਨ ਬਣਾ ਲੈਂਦਾ ਹੈ ਜਿਨ੍ਹਾਂ ਦੀਆਂ ਛੱਤਾਂ ਤੇ ਕੰਧਾਂ ਇੱਕ ਮੋਟੇ ਕਾਗਜ਼ ਦੀ ਮੋਟਾਈ ਜਿੰਨੀਆਂ ਹੁੰਦੀਆਂ ਹਨ। ਇਹ ਸਾਰਾ ਭਵਨ ਇੱਕ ਮਹਿਲ ਦੀ ਤਰ੍ਹਾਂ ਹੁੰਦਾ ਹੈ ਜਿਸ ਵਿੱਚ ਕੀੜਿਆਂ ਦੀ ਆਵਾਜਾਈ ਲੱਗੀ ਰਹਿੰਦੀ ਹੈ। ਲੱਕੜੀ ਨੂੰ ਖਾਣ ਲਈ ਵਰਤਣ ਵਾਲੇ ਕੀੜਿਆਂ ਵਿੱਚੋਂ ਗੋਟ ਮਾਥ ਨਾਂ ਦਾ ਇੱਕ ਖਾਸ ਕਿਸਮ ਦਾ ਭੰਬਟ ਹੁੰਦਾ ਹੈ ਜਿਸ ਦੀ ਲੰਬਾਈ 4-5 ਇੰਚ ਤੱਕ ਹੁੰਦੀ ਹੈ ਤੇ ਮੋਟਾਈ ਮਨੁੱਖ ਦੀ ਉਂਗਲੀ ਜਿੰਨੀ ਹੀ ਹੁੰਦੀ ਹੈ। ਇਹ ਵੱਡੇ ਰੁੱਖਾਂ ਦੇ ਤਣਿਆਂ ਨੂੰ ਅੰਦਰੋਂ ਅੰਦਰ ਕੱਟ ਕੇ ਖਾਂਦਾ ਰਹਿੰਦਾ ਹੈ ਤੇ ਲੰਮੀਆਂ ਸੁਰੰਗਾਂ ਬਣਾ ਲੈਂਦਾ ਹੈ। ਸੁਰੰਗਾਂ ਬਣਾਉਣ ਦਾ ਕੰਮ ਇਸ ਲਈ ਜ਼ਿੰਦਗੀ ਮੌਤ ਦਾ ਸਵਾਲ ਹੈ ਕਿਉਂਕਿ ਇਹ ਇਸ ਦੇ ਜੀਵਨ ਦਾ ਆਧਾਰ ਹਨ। ਜੇ ਇਸ ਭੰਬਟ ਦੇ ਬਹੁਤ ਸਾਰੇ ਲਾਰਵਾ ਇੱਕੋ ਵੇਲੇ ਕਿਸੇ ਇੱਕੋ ਰੁੱਖ 'ਤੇ ਹਮਲਾ ਕਰ ਦੇਣ ਤਾਂ ਉਹ ਸਾਰੇ ਦਾ ਸਾਰਾ ਰੁੱਖ ਹੀ ਕੁਝ ਦਿਨਾਂ ਵਿੱਚ ਖੋਖਲਾ ਹੋ ਕੇ ਸੁੱਕ ਸੜ ਜਾਂਦਾ ਹੈ। ਕਈ ਰੁੱਖਾਂ ਵਿੱਚ ਛੋਟੇ ਛੇਕ ਨਜ਼ਰ ਆਉਂਦੇ ਹਨ ਜਿਨ੍ਹਾਂ ਵਿੱਚੋਂ ਬਰੀਕ ਜਿਹਾ ਬੂਰਾ ਨਿਕਲ ਰਿਹਾ ਹੁੰਦਾ ਹੈ। ਅਸਲ ਵਿੱਚ ਇਹ ਇਤਨਾ ਖਤਰਨਾਕ ਭੰਬਟਾਂ ਦੀਆਂ ਲੁਕਵੀਆਂ ਸੁਰੰਗਾਂ ਦੇ ਮੂੰਹ ਹੁੰਦੇ ਹਨ। ਮੱਖੀਆਂ ਦੀ ਕਿਸਮ ਜਿਸ ਨੂੰ ਤਰਖਾਣ ਮੱਖੀ ਕਹਿੰਦੇ ਹਨ ਅਤੇ ਜੋ ਗਰਮ ਇਲਾਕਿਆਂ ਵਿੱਚ ਰਹਿੰਦੀ ਹੈ, ਬੜੀ ਸਿਆਣਪ ਨਾਲ ਲੱਕੜੀ ਵਿੱਚ ਛੇਕ ਕਰਕੇ ਉਸ ਵਿੱਚ ਆਪਣੇ ਆਂਡੇ ਦਿੰਦੀ ਹੈ। ਇਹ ਜ਼ਿਆਦਾਤਰ ਛੱਤਾਂ ਦੀਆਂ ਕੜੀਆਂ 'ਤੇ ਹਮਲਾ ਕਰਦੀ ਹੈ ਤੇ ਉਹਨਾਂ ਵਿੱਚ ਲੰਮੇ ਰੁੱਖ ਛੇਕ ਕਰਦੀ ਹੈ ਜੋ ਲੰਬਾਈ ਵਿੱਚ ਕਈ ਵਾਰ 6 ਇੰਚ ਤੱਕ ਚਲੇ ਜਾਂਦੇ ਹਨ
ਤੇ ਵਿਆਸ ਵਿੱਚ 1/3 ਇੰਚ ਦੇ ਬਰਾਬਰ ਹੁੰਦੇ ਹਨ। ਇਸ ਸ਼ੇਕ ਨੂੰ ਉਹ ਉਤਨੇ ਕਮਰਿਆਂ ਵਿੱਚ ਵੰਡ ਦਿੰਦੀ ਹੈ ਜਿਤਨੇ ਉਹਨੇ ਆਂਡੇ ਦੇਣੇ ਹੋਣ, ਤੇ ਹਰ ਇੱਕ ਸ਼ੇਕ ਵਿੱਚ ਇੱਕ ਇੱਕ ਆਂਡਾ ਰੱਖ ਕੇ ਉਹਨੂੰ ਬੰਦ ਕਰੀ ਜਾਂਦੀ ਹੈ। ਬੰਦ ਕਰਨ ਤੋਂ ਪਹਿਲਾਂ ਮੱਖੀ ਉਸ ਵਿੱਚ ਲਾਰਵਾ ਦੇ ਖਾਣ ਲਈ ਲੋੜੀਂਦੀ ਮਾਤਰਾ ਵਿੱਚ ਸ਼ਹਿਦ ਅਤੇ ਪੰਕੇਸਰ ਜਮ੍ਹਾਂ ਕਰ ਦਿੰਦੀ ਹੈ। ਹਰ ਖਾਣੇ ਦੀ ਪਤਲੀ ਜਿਹੀ ਕੰਧ ਉਹ ਲੱਕੜੀ ਦੇ ਬੂਰੇ ਨੂੰ ਆਪਣੇ ਗੂੰਦ ਵਰਗੇ ਗਾੜੇ ਥੁੱਕ ਨਾਲ ਮਿਲਾ ਕੇ ਬਣਾਏ ਸੀਮਟ ਨਾਲ ਤਿਆਰ ਕਰਦੀ ਹੈ। ਜਦ ਆਂਡੇ ਵਿੱਚੋਂ ਲਾਰਵਾ ਨਿਕਲਦਾ ਹੈ ਤਾਂ ਇਹ ਥੋੜ੍ਹੀ ਜਿਹੀ ਥਾਂ ਵਿੱਚ ਜਕੜਿਆ ਹੁੰਦਾ ਹੈ। ਹੌਲੀ ਹੌਲੀ ਇਹ ਉੱਥੇ ਜਮ੍ਹਾਂ ਪਈ ਖੁਰਾਕ ਖਾਈ ਜਾਂਦਾ ਹੈ ਅਤੇ ਇਸ ਦੇ ਵੱਧ ਰਹੇ ਫੇਰ ਦੇ ਨਾਲ ਹੋਰ ਥਾਂ ਵੀ ਖਾਲੀ ਹੋਈ ਜਾਂਦੀ ਹੈ। ਜਿਵੇਂ ਹੀ ਖੁਰਾਕ ਖਤਮ ਹੋ ਜਾਂਦੀ ਹੈ, ਲਾਰਵਾ ਜਵਾਨ ਹੋ ਕੇ ਮੱਖੀ ਦੇ ਰੂਪ ਵਿੱਚ ਬਦਲ ਜਾਂਦਾ ਹੈ ਅਤੇ ਉਸਦੇ ਜੀਵਨ ਲਈ ਹਵਾ ਅਤੇ ਧੁੱਪ ਅਤੀ ਜ਼ਰੂਰੀ ਹੋ ਜਾਂਦੇ ਹਨ। ਇਸ ਲਈ ਇਹ ਆਪਣੇ ਰਹਿਣ ਵਾਲੇ ਖਾਨੇ ਦੇ ਪਰਦੇ ਨੂੰ ਕੁਤਰਨਾ ਸ਼ੁਰੂ ਕਰ ਦਿੰਦਾ ਹੈ ਅਤੇ ਉਸ ਵਿੱਚੋਂ ਬਾਹਰ ਨਿਕਲ ਕੇ ਆਪਣਾ ਅਸਲੀ ਜੀਵਨ ਆਰੰਭ ਕਰ ਦਿੰਦਾ ਹੈ। ਇਹ ਸੀ ਕੀੜੇ ਪਤੰਗਿਆਂ ਦਾ ਅਦਭੁਤ ਸੰਸਾਰ, ਜਿਸ ਵਿੱਚ ਤੁਸੀਂ ਕੀੜੇ ਪਤੰਗੇ ਤੇ ਉਹਨਾਂ ਦਾ ਸੰਗਠਨ, ਕੀੜੇ ਪਤੰਗਿਆਂ ਵਿੱਚ ਸਰੀਰਕ ਪਰਿਵਰਤਨ, ਕੀੜੇ ਪਤੰਗਿਆਂ ਦੀ ਸੂਝ ਸ਼ਕਤੀ, ਸ਼ਿਕਾਰੀ ਕੀੜੇ ਪਤੰਗੇ, ਲੜਾਕੇ ਕੀੜੇ ਤੇ ਦਾਸ ਪ੍ਰਥਾ, ਪਵਨਉਸਾਰੀ ਤੇ ਤੋੜ-ਫੋੜ ਕਿਰਿਆ, ਜੁਲਾਹੇ ਤੇ ਤਰਖਾਣ ਕੀੜਿਆਂ ਬਾਰੇ ਰੌਚਕ ਜਾਣਕਾਰੀ ਹਾਸਲ ਕੀਤੀ। ਤੇ ਜਾਂਦੇ ਜਾਂਦੇ ਘਾਹ ਦਾ ਹਰਾ ਰੰਗ, ਨੀਲਾ ਨੀਲਾ ਆਕਾਸ਼, ਕਲ-ਕਲ ਕਰਦੇ ਝਰਨੇ, ਸਾਵੇ ਤੇ ਲੰਮਸ-ਲੰਮੇ ਰੁੱਖ, ਪੰਛੀਆਂ ਦੀ ਚਹਿਚਹਾਟ ਆਪਣੇ ਅੰਦਰ ਪ੍ਰਮਾਣਿਕ ਖੁਸ਼ੀ, ਸ਼ਾਂਤੀ ਤੇ ਸਿੱਧਕ ਦਿਲੀ ਸਮੋਈ ਬੈਠੀ ਹੈ, ਜਿਸ ਨੂੰ ਮਾਨਣ ਤੇ ਸਮਝਣ ਦੀ ਲੋੜ ਹੈ। ਰੱਬ ਰਾਖਾ। ਹਰਜੀਤ ਬਮਰਾ।